ਐਸਜੀਪੀਸੀ ਘਾਟੇ 'ਚ ਤੁਸੀਂ ਲੋਕਾਂ ਦੀਆਂ ਤਨਖਾਹਾਂ ਖਾਓ, ਹੱਕ ਖਾਓ। ਲੱਖ ਲੱਖ ਰੁਪਏ ਤੇ ਚੜਨ ਵਾਲੀਆਂ ਦੁਕਾਨਾਂ ਗੁਰੂ ਘਰ ਦੀਆਂ 4-4 ਹਜ਼ਾਰ ਰੁਪਏ ਤੇ ਚੜਾਓ ਤੇ ਫੇਰ ਪਿੱਟਦੇ ਹੋ ਐਸਜੀਪੀਸੀ ਘਾਟੇ 'ਚ ਹੈ। ਅੱਜ ਕਰਦੇ ਹਾਂ ਹਿਸਾਬ ਕਿਤਾਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਗੁਰੂ ਪਿਆਰਿਓ, ਬੀਤੇ ਦਿਨ ਅਖਬਾਰਾਂ ਦੇ ਵਿੱਚ ਵੀ ਆ ਰਹੀ ਹੈ ਕਿ ਕਟਿੰਗਸ ਮੈਂ ਥੋੜ੍ਹੀਆਂ ਰੱਖੀਆਂ ਹੋਈਆਂ ਨੇ, ਅੱਗੇ ਤੁਹਾਨੂੰ ਫਲੈਸ਼ ਕਰਦਾ ਹਾਂ ਕਿ ਐਸਜੀਪੀਸੀ ਬੜੇ ਘਾਟੇ ਚੱਲ ਰਹੀ ਹੈ। ਸਰਾਹਾਂ ਦੇ ਵਿੱਚ 2.5 ਕਰੋੜ ਦਾ ਘਾਟਾ ਪੈ ਗਿਆ। ਹੋਰ ਜਿੰਨੇ ਇਹਨਾਂ ਦੇ ਸਕੈਂਡਲ ਹੈਗੇ ਨੇ ਅੱਜ ਕਰਦੇ ਹਾਂ ਉਜਾਗਰ ਵਿਦ ਪ੍ਰੂਫ। ਕੋਈ ਮੇਰੇ ਕੋਲ ਅੱਜ ਪਹੁੰਚੇ ਨੇ ਇਹਨਾਂ ਦੇ ਕੱਚੇ ਚਿੱਠੇ ਲੈ ਕੇ। ਖੈਰ ਉਹਨਾਂ ਨੂੰ ਬਾਅਦ 'ਚ ਇੰਟਰੋਡਿਊਸ ਕਰਦਾ, ਪਹਿਲਾਂ ਕੁਝ ਖਾਸ ਖਬਰਾਂ ਹੈਗੀਆਂ ਨੇ। ਦੁਖਦਾਈ ਖਬਰ ਹੈ, ਕੱਲ੍ਹ ਵੀ ਸੁਣਾਈ ਸੀ, ਸ਼ਹੀਦਾਂ ਸਾਹਿਬ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ। ਉਸ ਤੋਂ ਇਲਾਵਾ ਕੋਟਾ ਰਾਜਸਥਾਨ, ਜਿੱਥੇ ਇੱਕ 17-18 ਸਾਲਾ ਨੌਜਵਾਨ ਨੂੰ ਬੇਮੌਤ ਮਾਰਿਆ ਗਿਆ। ਸਿੱਖ ਨੌਜਵਾਨ ਸੀ। ਨੀਟ ਦੀ ਪ੍ਰੀਖਿਆ ਦੇਣ ਵਾਸਤੇ ਇਸ ਦੇ ਮਾਪਿਆਂ ਨੇ ਇਸ ਨੂੰ ਰਾਮਪੁਰ ਤੋਂ ਕੋਟਾ ਭੇਜਿਆ ਸੀਗਾ। ਇਸ ਬੱਚੇ ਦਾ ਨਾਮ ਮਨਜੋਤ ਸਿੰਘ ਛਾਬੜਾ ਹੈ ਜੀ। 3 ਅਗਸਤ ਨੂੰ ਮਾਤਾ ਪਿਤਾ ਨੂੰ ਕਾਲ ਆਉਂਦੀ ਹੈ ਜੀ ਸਵੇਰੇ 10 ਵਜੇ ਕਿ ਤੁਹਾਡੇ ਬੇਟੇ ਦੀ ਮੌਤ ਹੋ ਗਈ। ਤੇ ਬਸੰਤ ਰੈਜ਼ੀਡੈਂਸੀ ਹੋਟਲ ਹੈ। ਮਾਤਾ ਪਿਤਾ ਉੱਥੇ ਸਵੇਰੇ ਜਦੋਂ ਪਹੁੰਚਦੇ ਨੇ ਤਾਂ ਬੱਚੇ ਦੀ ਹਾਲਤ ਦੇਖ ਕੇ ਸੋਸ਼ਲ ਮੀਡੀਆ ਉੱਤੇ ਵੀਡੀਓ ਵੀ ਹੈਗੀਆਂ ਨੇ, ਫੋਟੋਜ਼ ਵੀ ਹੈਗੀਆਂ ਨੇ, ਕਿਉਂਕਿ ਜੋ ਉਸ ਵੀਡੀਓ ਦੇ ਵਿੱਚ ਜਾਂ ਫੋਟੋਜ਼ ਵਿੱਚ ਹਾਲਤ ਹੈ ਉਹ ਨਹੀਂ ਲਗਾ ਸਕਦੇ YouTube ਤੇ, ਵੀਡੀਓ ਨੂੰ ਬੈਨ ਕਰ ਦਿੱਤਾ ਜਾਏਗਾ। ਮੈਂ ਤੁਹਾਨੂੰ ਐਕਸਪਲੇਨ ਕਰ ਦਿੰਦਾ। ਮਾਂ ਪਿਓ ਜਦੋਂ ਹੋਟਲ ਦੇ ਅੰਦਰ ਗਏ ਤਾਂ ਬੱਚੇ ਦੇ ਮੂੰਹ ਦੇ ਉੱਤੇ ਲਿਫਾਫਾ ਬੰਨਿਆ ਹੋਇਆ ਸੀ, ਧੌਣ ਦੇ ਨਾਲ ਗੱਠ ਮਾਰੀ ਹੋਈ ਸੀ। ਉਸ ਤੋਂ ਇਲਾਵਾ ਬੱਚੇ ਦੇ ਦੋਨੋਂ ਹੱਥ ਪਿੱਠ ਦੇ ਪਿੱਛੇ ਕਰਕੇ ਬੰਨੇ ਗਏ ਸੀ, ਟਾਈ ਕੀਤੇ ਹੋਏ ਸੀ। ਬੱਚੇ ਦਾ ਇੱਕ ਰੂਮਮੇਟ ਸੀ ਜੋ ਰੂਮ ਦੇ ਵਿੱਚ ਨਹੀਂ ਸੀ। ਉਹ ਮਤਲਬ ਮਾਪਿਆਂ ਦਾ ਨੌਜਵਾਨ ਬੱਚਾ ਨੀਟ ਦੀ ਪ੍ਰੀਖਿਆ ਦੇਣ ਜਿਹੜਾ ਗਿਆ ਹੋਇਆ, ਜਿਹੜਾ ਪੜ੍ਹਾਈ ਕਰ ਰਿਹਾ ਆ, ਉਸ ਦੀ ਇਸ ਤਰੀਕੇ ਨਾਲ ਸੰਦਿਗਧ ਗੁਰਸਿੱਖ ਬੱਚੇ ਦੀ ਮੌਤ ਹੋ ਜਾਂਦੀ ਹੈ ਤੇ ਉੱਥੇ ਦਾ ਪੁਲਿਸ ਪ੍ਰਸ਼ਾਸਨ ਸਿਰਫ ਹੱਥ ਤੇ ਹੱਥ ਧਰ ਕੇ ਬੈਠਿਆ ਰਹਿੰਦਾ ਹੈ। ਮਾਪੇ ਜਦੋਂ ਜਾ ਕੇ ਇਹ ਸਭ ਦੇਖਦੇ ਨੇ, ਉਸ ਤੋਂ ਬਾਅਦ ਪੜਤਾਲ ਕੀਤੀ ਜਾਂਦੀ ਹੈ, ਕੈਮਰੇ ਦੇਖੇ ਜਾਂਦੇ ਨੇ ਤਾਂ ਕੋਈ ਕੈਮਰਾ ਨਹੀਂ ਹੈਗਾ ਸਾਹਮਣੇ। ਪਿੱਛੇ ਬੱਚੇ ਦੇ ਕਮਰੇ ਦੀ ਖਿੜਕੀ ਜਿਹੜੀ ਹੈਗੀ ਹੈ ਉਹ ਵੀ ਟੁੱਟੀ ਹੋਈ ਹੈ। ਉਸ ਦੇ ਪਿਤਾ ਹਰਜੋਤ ਸਿੰਘ ਛਾਬੜਾ ਦੇ ਅਨੁਸਾਰ ਕਿ ਉੱਥੇ CCTV ਕੋਈ ਨਹੀਂ ਹੈ। ਹਰਜੋਤ ਛਾਬੜਾ ਨੇ ਸਾਫ਼ ਕਿਹਾ ਪਿੱਛੇ ਦੀ ਖਿੜਕੀ ਟੁੱਟੀ ਹੋਈ ਹੈ। ਉਸ ਤੋਂ ਬਾਅਦ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਵੀ ਜਿਹੜਾ ਰੂਮਮੇਟ ਹੈ ਉਸ ਬੱਚੇ ਦਾ, ਪੁਲਿਸ ਪ੍ਰਸ਼ਾਸਨ ਉਸ ਦੇ ਪਿਤਾ ਦੇ ਸਾਹਮਣੇ ਹੀ ਉਸ ਰੂਮਮੇਟ ਨੂੰ ਬਾਰ-ਬਾਰ ਕਹਿ ਰਿਹਾ ਕੋਈ ਗੱਲ ਨਹੀਂ ਪੁੱਤ, ਤੇਰਾ ਕੋਈ ਬਾਲ ਵੀ ਵਿੰਗਾ ਨਹੀਂ ਕਰ ਸਕਦਾ। ਕੋਝੀਆਂ ਚਾਲਾਂ, ਸੋਚੀ ਸਮਝੀ ਸਾਜ਼ਿਸ਼, ਕਿਸੇ ਹਥਿਆਰ ਨਾਲ ਕਤਲ ਨਹੀਂ ਕੀਤਾ ਗਿਆ, ਕੋਈ ਬੰਦੂਕ ਦੀ ਗੋਲੀ ਨਹੀਂ ਚੱਲੀ ਉੱਥੇ। ਸੋਚ ਸਮਝ ਕੇ ਬੱਚੇ ਨੂੰ ਮੌਤ ਦੇ ਘਾਟ ਉਤਾਰਿਆ ਗਿਆ। 18 ਸਾਲ 17 ਸਾਲ ਜਿਹੜੇ ਮਾਪਿਆਂ ਨੇ ਉਸ ਛੋਟੇ ਜਿਹੇ ਬੂਟੇ ਨੂੰ ਪਾਣੀ ਦੇ ਕੇ ਖੂਨ ਦਾ ਮਤਲਬ ਕਹਿ ਸਕਦੇ ਹਾਂ ਵੀ ਮਾਂ ਜਿਹੜੀ ਹੁੰਦੀ ਆ ਆਪ ਗਿੱਲੇ ਪੈ ਜਾਂਦੀ ਹੈ, ਪੁੱਤ ਸੁੱਕਾ ਪਾਉਂਦੀ ਹੈ। ਤੇ ਅਜਿਹਾ ਬੱਚਾ ਜਦੋਂ ਕਹਿੰਦੇ ਵੀ ਬੱਚੇ ਜਦੋਂ ਪੇੜ ਨੂੰ ਫਲ ਲੱਗਣ ਲੱਗਦਾ, ਕੋਈ ਜੜੋਂ ਪੱਟ ਕੇ ਉਹ ਪੇੜ ਸੁੱਟ ਦੇਦਾ, ਤੁਸੀਂ ਸੋਚ ਸਕਦੇ ਹੋ ਉਹਨਾਂ ਮਾਪਿਆਂ ਦੇ ਦਿਲ ਤੇ ਕੀ ਬੀਤੀ ਹੋਗੀ। ਤੇ ਖਾਸ ਕਰਕੇ ਇਹਨਾਂ ਮਾਪਿਆਂ ਦੇ ਦਿਲ ਤੇ ਕੀ ਬੀਤੀ ਹੋਏਗੀ ਜਿਨ੍ਹਾਂ ਨੇ ਆਪਣੇ ਬੱਚੇ ਨੂੰ ਮੰਜੇ ਦੇ ਉੱਤੇ ਮੂੰਹ ਮੂੰਹ ਪਏ ਹੋਏ ਦੇਖਿਆ ਤੇ ਹੱਥ ਪਿੱਛੇ ਬੰਨਿਆ ਤੇ ਮੂੰਹ ਦੇ ਉੱਤੇ ਲਿਫਾਫਾ ਬੰਨਿਆ ਹੈ। ਖੈਰ ਉਸ ਤੋਂ ਬਾਅਦ ਪੁਲਿਸ ਨੇ ਜੋ ਕੀਤਾ ਉਹ ਸਾਹਮਣੇ ਹੈ। ਅਜੇ ਤੱਕ ਕੇਸ ਕੋਈ ਵੀ ਰਜਿਸਟਰਡ ਨਹੀਂ ਉਸ ਤਰੀਕੇ ਨਾਲ ਹੋਇਆ। ਉੱਥੇ ਦਾ ਜਿਹੜਾ ਮੈਨੇਜਰ ਉਹ ਕਹਿੰਦਾ ਕਿ ਬੱਚੇ ਨੇ ਸੁਸਾਈਡ ਕੀਤੀ ਹੈ। ਤੁਸੀਂ ਇਹ ਸੋਚੋ, ਮੈਨੇਜਰ ਹੋਟਲ ਦਾ ਇਹ ਬਿਆਨ ਦੇ ਰਿਹਾ ਹੈ ਕਿ ਬੱਚੇ ਨੇ ਸੁਸਾਈਡ ਕੀਤੀ ਹੈ ਜੀ, ਇਹ ਆਤਮ ਹੱਤਿਆ ਦਾ ਮਾਮਲਾ ਹੈ। ਹੁਣ ਮੈਨੂੰ ਕੋਈ ਵੀ, ਮੈਂ ਕਹਿ ਰਿਹਾ ਕੋਈ ਬੱਚਾ ਮੈਨੂੰ ਇਹ ਚੀਜ਼ ਦੱਸ ਦੇਵੇ ਆਪਣੇ ਹੱਥ ਪਿੱਛੇ ਬੰਨ੍ਹ ਕੇ, ਮੂੰਹ ਦੇ ਉੱਤੇ ਲਿਫਾਫਾ ਬੰਨ੍ਹ ਕੇ ਕੌਣ ਸੁਸਾਈਡ ਕਰ ਸਕਦਾ ਹੈ? ਮਤਲਬ ਕੇਸ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਲ ਹੀ ਬੱਚੇ ਦੇ ਪਿਤਾ ਜਿਹੜੇ ਹਰਜੋਤ ਛਾਬੜਾ ਨੇ, ਉਹਨਾਂ ਦਾ ਇਹ ਵੀ ਕਹਿਣਾ ਵੀ ਉੱਥੇ ਰਾਜਸਥਾਨ ਦੇ ਵਿੱਚ ਮਾਨਵ ਤਸਕਰੀ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਧੰਦਾ ਚੱਲ ਰਿਹਾ। 6 ਮਹੀਨੇ ਪਹਿਲਾਂ ਵੀ ਇੱਕ ਬੱਚਾ ਐਵੇਂ ਸੰਦਿਗਧ ਹਾਲਤ ਦੇ ਵਿੱਚ ਮਾਰਿਆ ਗਿਆ ਸੀ, ਗੁੰਮ ਹੋ ਗਿਆ ਸੀ। ਵੀ ਉੱਥੇ ਬੱਚਿਆਂ ਨੂੰ ਮਾਰ ਕੇ ਆਰਗਨਸ ਉਹਨਾਂ ਦੇ ਕੱਢ ਕੇ ਵੇਚੇ ਜਾ ਰਹੇ ਨੇ। ਬਹੁਤ ਵੱਡੇ ਪੱਧਰ ਦੇ ਉੱਤੇ ਇਹ ਤਸਕਰੀ ਚੱਲ ਰਹੀ ਹੈ ਆਰਗਨਸ ਦੀ, ਹਿਊਮਨ ਆਰਗਨਸ ਦੀ। ਇਸ ਦੇ ਉੱਤੇ ਮੈਂ ਪੁਲਿਸ ਅਤੇ ਪ੍ਰਸ਼ਾਸਨ ਨੂੰ ਕਹਾਂਗਾ ਕਿ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਨਾਲ ਹੀ ਜਿਹੜੇ ਮਨਜੋਤ ਦੇ ਪਿਤਾ ਜੀ ਨੇ ਪਰਿਵਾਰ ਦੇ, ਉਹਨਾਂ ਦੇ ਨਾਲ ਅਸੀਂ ਹੈਗੇ ਹਾਂ ਹਰ ਤਰੀਕੇ ਨਾਲ, ਤਨ ਮਨ ਧਨ ਤੋਂ ਨਾਲ। ਜਿੱਥੇ ਵੀ ਸਾਡੀ ਲੋੜ ਪੈਂਦੀ ਹੈ ਅਸੀਂ ਇਹਨਾਂ ਦੇ ਨਾਲ ਖੜੇ ਹਾਂ। ਪਰ ਸੰਗਤ ਜੀ, ਰਾਜਸਥਾਨ ਦੀ ਜਿੰਨੀ ਸੰਗਤ ਹੈ ਤੁਹਾਨੂੰ ਪਤਾ ਹੈ ਵੀ ਹੁਣ ਪ੍ਰਸ਼ਾਸਨ ਉੱਥੇ ਦਾ ਗੋਂਗਲੂਆਂ ਤੋਂ ਮਿੱਟੀ ਝਾੜਨ ਲੱਗਿਆ ਹੈ। ਖੈਰ ਸਾਡੇ SGPC ਦੇ ਪ੍ਰਧਾਨਾਂ ਨੇ ਤਾਂ ਕੀ ਕਰਨਾ, ਜਥੇਦਾਰਾਂ ਨੇ ਤਾਂ ਕੀ ਕਰਨਾ, ਉਹਨਾਂ ਵਾਸਤੇ ਪੰਥ ਉਹਨਾਂ ਦਾ ਬਸ ਉੱਥੇ ਤੱਕ ਹੈ, SGPC ਦੇ ਮੈਂਬਰਾਂ ਤੱਕ ਜਾਂ ਅੱਗੇ ਕਾਮਿਆਂ ਤੱਕ। ਉਸ ਤੋਂ ਬਾਹਰ ਜੋ ਹੁੰਦਾ ਆ, ਕਿਸੇ ਇੱਕ ਦਾ ਬਿਆਨ ਨਿਊਜ਼ ਦੇ ਉੱਤੇ ਆਇਆ ਵੀ ਮਤਲਬ ਸਿੱਖ ਨੌਜਵਾਨ ਵਿਚਾਰਾ ਉੱਥੇ ਬੇਮੌਤ 18 ਸਾਲ ਦਾ ਮਾਰਿਆ ਗਿਆ, ਉਹਦੇ ਪਰਿਵਾਰ ਦੇ ਨਾਲ ਹੀ ਦੁੱਖ ਵਿਅਕਤ ਕਰ ਦਿੰਦੇ ਘੱਟੋ ਘੱਟ। ਮਤਲਬ ਇਹਨਾਂ ਨੂੰ ਕੋਈ ਮਤਲਬ ਨਹੀਂ ਹੈ ਕੋਈ ਕਿੱਥੇ ਮਰਦਾ ਆ, ਕੀ ਹੋ ਰਿਹਾ ਕੀ ਨਹੀਂ ਹੋਇਆ। ਸਿੰਘ ਸ਼ਹੀਦਾਂ ਵੀ ਜਿਹੜਾ ਨੌਜਵਾਨ ਮਰਿਆ ਆ ਉਹਦੇ ਪਰਿਵਾਰ ਦੇ ਨਾਲ ਵੀ ਕੀ ਕਰਨਗੇ ਉਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ। ਖੈਰ ਅੱਗੇ ਚੱਲਦੇ ਹਾਂ, ਸਿੰਘ ਸ਼ਹੀਦਾਂ ਦੀ ਗੱਲ ਕਰਦੇ ਹਾਂ। ਸਿੰਘ ਸ਼ਹੀਦਾਂ ਦੇ ਵਿੱਚ ਕੱਲ੍ਹ ਪਰਸੋਂ ਜਿਹੜੇ ਨੌਜਵਾਨ ਦੀ ਮੌਤ ਹੋਈ ਹੈ ਤੇ ਮੈਂ ਮਤਲਬ ਥੋੜ੍ਹੀ ਘੋਖ ਕੀਤੀ, ਪਤਾ ਕੀਤਾ ਵੀ ਆਖਿਰ ਉਸ ਦਾ
ਮੈਨੇਜਰ ਅਸਲ ਕੌਣ ਹੈ? ਤੇ ਮੈਨੇਜਰ ਦੇ ਬਾਰੇ ਜਦੋਂ ਮੈਨੂੰ ਪਤਾ ਲੱਗਿਆ ਤਾਂ ਮੈਂ ਵੈਸੇ ਹੀ ਲਿਆ ਜਿਹੜੀਆਂ ਗੱਲਾਂ ਮੈਂ ਪਹਿਲਾਂ ਕਹਿੰਦਾ ਹੀ ਆ ਰਿਹਾ ਹਾਂ ਵੀ ਐਸਜੀਪੀਸੀ ਦੇ ਧਾਮੀ ਸਾਹਿਬ ਜਿੱਦਾਂ 1925 ਐਕਟ ਚੀਕਦੇ ਆ ਵੀ ਬਲੱਡ ਰਿਲੇਸ਼ਨ ਦਾ ਇੱਕੋ ਹੀ ਬੰਦਾ ਹੋਣਾ ਚਾਹੀਦਾ, ਪਰ ਉਰੇ ਤਾਂ ਕੁਨਬੇ ਦੇ ਕੁਨਬੇ ਭਰੇ ਜਾਣੇ ਨੇ ਬਲੱਡ ਰਿਲੇਸ਼ਨ ਦੇ। ਉੱਦਾਂ ਹੀ ਜਿਹੜੇ ਉੱਥੇ ਮੈਨੇਜਰ ਲੱਗੇ ਹੋਏ ਨੇ ਜੀ, ਮੈਨੇਜਰ ਜਿਹੜੇ ਹੈਗੇ ਨੇ, ਮੈਨੇਜਰ ਦਾ ਨਾਮ ਹੈਗਾ ਨਰਿੰਦਰ ਸਿੰਘ ਮਥਰੇਵਾਲ, ਠੀਕ ਹੈ। ਇਹ ਬੰਦਾ ਭਰਾ ਆ ਜੀ ਸਰਦਾਰ ਗੁਰਿੰਦਰ ਸਿੰਘ ਮਥਰੇਵਾਲ ਦਾ ਸੈਕਸ਼ਨ 85 ਧਾਮੀ ਸਾਹਿਬ 77 ਨੇ ਸੈਕਸ਼ਨ 85 ਦੇ, ਠੀਕ ਹੈ। ਉਹਨਾਂ ਦਾ ਭਰਾ ਆ ਇਹ ਮੈਨੇਜਰ, ਤਾਂ ਹੀ ਬਚਾਉਣ ਲੱਗੇ ਹੋਏ ਆ ਇਹਨੂੰ। 77 ਸਾਹਿਬ ਦਾ ਭਰਾ। ਪਹਿਲਾਂ ਤਾਂ ਇਹ ਦੱਸੋ ਦੋਨੋਂ ਭਰਾ ਕਰ ਕੀ ਰਹੇ ਨੇ ਐਸਜੀਪੀਸੀ ਦੇ ਵਿੱਚ? ਉਹ ਚਲੋ ਸਾਡੀ ਆਪਣੀ ਜਗੀਰ, ਅਸੀਂ ਜਿਹਨੂੰ ਮਰਜ਼ੀ ਕਰੀਏ। 1925 ਐਕਟ ਤਾਂ ਸਿਰਫ ਦੋ ਲੋਕਾਂ ਨੂੰ ਦਿਖਾਉਣ ਵਾਸਤੇ ਆ, ਸਰਕਾਰ ਨੂੰ। ਇੰਟਰ ਨਹੀਂ ਕੋਈ ਕਰ ਸਕਦਾ ਅੰਦਰ, ਇੰਟਰ ਨਹੀਂ ਕੋਈ ਕਰ ਸਕਦਾ। 1925 ਐਕਟ ਦੀਆਂ ਇਹਨਾਂ ਨੇ ਤਾਂ ਜੀਆਂ ਉਡਾਤੀਆਂ। ਸੈਣੀ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਆਹਤ ਕਰਤੀਆਂ। ਚਲੋ ਜੀ ਪਰਚਾ ਕਰਾਓ 295 ਏ ਦਾ ਸੈਣੀ ਤੇ। ਆਪ ਤਾਂ ਤੁਹਾਨੂੰ ਮਤਲਬ ਕੋਈ ਮਤਲਬ ਹੀ ਨਹੀਂ ਹੈ। ਧੱਜੀਆਂ ਜਿਹੜੀਆਂ ਤੁਸੀਂ ਉਡਾ ਰਹੇ ਹੋ, ਮਾਨ ਮਰਿਆਦਾ ਕੋਈ ਤੁਸੀਂ ਰੱਖੀ ਹੈ ਕਿਸੇ ਪਾਸਿਓਂ? ਕਦੀ ਸੋਚਿਆ ਕੌਮ ਦਾ ਬੇੜਾ ਕਿਹੜੇ ਪਾਸਿਓਂ ਤਰਦਾ ਆ? ਪਿੱਟ ਲੈਂਦੇ ਹੋ, ਆ ਕੇ ਬਿਆਨ ਦੇ ਸਕਦੇ ਹੋ ਨਿਊਜ਼ਪੇਪਰਸ ਦੇ ਵਿੱਚ, ਆ ਕੇ ਤੁਹਾਡੀਆਂ ਮੀਟਿੰਗਸ ਹੋ ਜਾਂਦੀਆਂ ਨੇ ਵੀ ਉੱਥੇ ਇੰਨੇ ਦਾ ਘਾਟਾ ਪੈ ਗਿਆ, ਉੱਥੇ ਇੰਨੇ ਦਾ ਘਾਟਾ ਪੈ ਗਿਆ। ਪਤਾ ਨਹੀਂ ਤੁਹਾਡੇ ਢਿੱਡ ਕਿਉਂ ਨਹੀਂ ਭਰਦੇ। ਜਿਹੜੀਆਂ ਐਫਡੀਜ਼ ਕਰਵਾ ਕੇ ਰੱਖੀਆਂ ਹੋਈਆਂ 30 40 50 ਕਰੋੜ ਦੀਆਂ, ਉਹਦੇ ਵਿਆਜ ਤੁਸੀਂ ਤਾਂ ਉਹਦਾ ਵਿਆਜ ਤੱਕ ਨਹੀਂ ਛੱਡਦੇ। ਜੇ ਕੋਈ ਬੈਂਕ 7% ਦੇ ਰਿਹਾ, 7.5% ਦੇ ਰਿਹਾ, ਤੇ ਕਹਿ ਦਿੰਦੇ ਹੋ 50 ਪੈਸੇ ਘੱਟ ਕਰ ਲਓ ਜੀ। ਸਾਨੂੰ ਦੱਸੋ ਕਿੰਨਾ ਦੇ ਰਹੇ ਹੋ? ਦੱਸਦੇ ਆ ਸਾਰੇ ਘਪਲੇ। ਜੇ ਗਲਤ ਆ ਜੱਗ ਜ਼ਾਹਿਰ ਕਰੋ ਦਰਬਾਰ ਸਾਹਿਬ ਦੀਆਂ, ਠੀਕ ਹੈ। ਤੇ ਬਾਕੀ ਦੀਆਂ ਜਿੰਨੀਆਂ ਵੀ ਐਫਡੀਜ਼ ਕਰਵਾਈਆਂ ਨੇ ਉਹ ਸਾਰੀਆਂ ਐਫਡੀਜ਼ ਸ਼ੋ ਕਰੋ ਕਿਹੜੇ ਕਿਹੜੇ ਬੈਂਕ ਤੇ। ਉਦਾਂ ਹੀ ਨਿਕਲਣਗੇ, ਸੰਗਤ ਨੂੰ ਨਹੀਂ ਪਤਾ ਲੱਗ ਜੂਗਾ ਵੀ ਤੁਸੀਂ ਐਫਡੀਆਂ ਕਿੰਨੇ ਦੀਆਂ ਕਰਵਾਈਆਂ ਨੇ ਤੇ ਕਿੰਨਾ ਵਿਆਜ ਤੁਹਾਨੂੰ ਬੈਂਕ ਦੇ ਰਹੀ ਹੈ। ਸ਼ਰਮ ਹੀ ਨਹੀਂ ਆਉਂਦੀ ਹੈਗੀ ਤੁਹਾਨੂੰ। ਮਤਲਬ ਸਾਰੇ ਆਮ ਸੰਗਤ ਦੀਆਂ ਅੱਖਾਂ 'ਚ ਤੁਸੀਂ ਘੱਟਾ ਪਾਉਂਦੇ ਹੋ। ਗਰੀਬ ਜਿਹੜੇ ਕਾਮੇ ਨੇ, ਤੁਹਾਡੇ ਟੀਚਰਸ ਨੇ, ਠੀਕ ਹੈ, ਉਹਨਾਂ ਦੀਆਂ ਤਨਖਾਹਾਂ ਤੁਸੀਂ 9 ਮਹੀਨੇ ਤੋਂ ਰੋਕੀਆਂ ਹੋਈਆਂ ਨੇ, ਤੇ ਉੱਤੇ ਹਰਜੀਤ ਕੌਰ ਵਰਗੀਆਂ ਜਿਹੜੀਆਂ ਬੈਠੀਆਂ ਨੇ, ਜਿਹੜੀਆਂ ਲੱਖ ਦੇ ਉੱਤੇ ਤਨਖਾਹਾਂ ਨੇ, ਉਹਨਾਂ ਦੇ ਘਰ ਭਰੀ ਜਾਂਦੇ ਹੋ ਜਿਹਨਾਂ ਨੂੰ ਲੋੜ ਨਹੀਂ ਹੈ। ਹਾਂ, ਫਿਰ ਵੱਡੇ ਲਿੰਕ ਨੇ ਉਹਦੇ, ਦਲਜੀਤ ਜਿਵੇਂ ਵਰਗੇ ਦੇ ਨਾਲ। ਹੁਣ ਉਹਨੂੰ ਕਿਹੜਾ ਹਿਲਾ ਦੂ? ਨਾਲੇ ਪਤਾ ਨਹੀਂ ਫੀਮ ਕਿਹਨੂੰ ਪਹੁੰਚਾਉਂਦੀ ਹੋਊਗੀ, ਕਿੱਥੋਂ ਲੈ ਕਿੱਥੇ ਤੱਕ, ਜਿਹੜੀ ਫੜੀ ਗਈ ਸੀ ਕਿਲੋ ਦੇ ਨਾਲ। ਉਹ ਖਬਰ ਹੈ ਅਕਾਲੀ ਦਲ ਦੇ ਲੀਡਰਾਂ ਨੂੰ ਵੀ ਵੰਡਣੀ ਹੋਵੇ, ਰੱਬ ਜਾਣੇ ਹੁਣ, ਠੀਕ ਹੈ ਜੀ। ਉਸ ਤੋਂ ਇਲਾਵਾ ਅੱਗੇ ਆ ਜਾਂਦੇ ਹਾਂ ਜੀ। ਗੁਰੂ ਅਰਜਨ ਦੇਵ ਨਿਵਾਸ ਵਿੱਚ ਇੱਕ ਦੁਕਾਨ ਹੈ। ਧਾਮੀ ਸਾਹਿਬ ਧਿਆਨ ਦੇ ਨਾਲ ਪਿੱਟ ਦਿਓ ਨਾ, ਸਰਾਹਾਂ ਦੇ ਉੱਤੇ ਤਾਂ ਸਭ ਤੋਂ ਅਖੀਰ ਤੇ ਆਊਂਗਾ। ਪਿੱਟ ਦਿਓ ਨਾ ਕਿ ਬਹੁਤ ਹੱਥ ਤੰਗ ਆ ਜੀ, ਤਨਖਾਹਾਂ ਨਹੀਂ ਦੇ ਹੋ ਰਹੀਆਂ ਸਕੂਲਾਂ ਨੂੰ, ਕਾਲਜਾਂ ਨੂੰ, ਟੀਚਰਾਂ ਨੂੰ। ਪੀਐਫ ਜਿਹੜਾ ਤੁਸੀਂ ਖਾ ਰਹੇ ਹੋ ਉਹ ਤਾਂ ਲਹਿਦੀ ਗੱਲ ਆ, ਉਹਦੇ ਵੀ ਚਿੱਠੇ 'ਚ ਫੋਲਾਂਗਾ ਸਾਰੇ, ਫਿਕਰ ਨਾ ਕਰੋ। ਪਰ ਸੰਗਤ ਜੀ, ਗੁਰੂ ਅਰਜਨ ਦੇਵ ਨਿਵਾਸ ਦੇ ਵਿੱਚ ਇੱਕ ਦੁਕਾਨ ਹੈ। ਇਹ ਦੁਕਾਨ ਹੈਗੀ ਹੈ ਇਕਬਾਲ ਸੰਧੂ ਦੇ ਕੋਲ, ਹਲਕਾ ਖੰਡੂਰ ਸਾਹਿਬ ਤੋਂ। ਇਹ ਇੰਚਾਰਜ ਹੈ ਜੀ ਅਕਾਲੀ ਦਲ ਦਾ। ਇਸ ਦੁਕਾਨ ਵਾਸਤੇ ਇਹ ਬਰਗਰ ਵੇਚਦੇ ਨੇ ਉਸ ਦੁਕਾਨ ਦੇ ਵਿੱਚ। ਇਸ ਦੁਕਾਨ ਵਾਸਤੇ ਸੰਗਤ ਉੱਥੇ ਦੀ 1 ਲੱਖ ਰੁਪਈਆ ਤੱਕ ਦੇਣ ਨੂੰ ਕਿਰਾਇਆ ਤਿਆਰ ਹੈ। ਪਰ ਨਾ ਜੀ, ਇਕਬਾਲ ਸਿੰਘ ਅਕਾਲੀ ਦਲ ਦੇ 4000 ਰੁਪਏ ਕਿਰਾਏ ਤੇ ਦਿੱਤੀ ਹੋਈ ਹੈ। ਧਾਮੀ ਸਾਹਿਬ ਮੈਂ 8 ਦੇ ਦਿੰਦਾ, 10 ਦੇ ਦਿੰਦਾ, ਮੰਨ ਜੋ ਵੀਡੀਓ ਬਣਾਉਣੀਆਂ ਬੰਦ ਕਰ ਦੂੰ, ਠੀਕ ਹੈ। ਹੁਣ ਤਾਂ ਮੰਨ ਜੋ ਰਿਸ਼ਵਤ ਦੇ ਰਿਹਾ ਮੈਂ ਸਾਹਮਣੇ, 10 ਕੀ ਲੈ ਲਿਓ ਮੇਰੇ ਤੋਂ। ਆਹ ਹਾਲ ਹੈ ਸੰਗਤ ਜੀ ਇਹਨਾਂ ਦਾ। 1 ਲੱਖ ਰੁਪਈਆ ਮਤਲਬ ਉਹ ਬੰਦਾ 96,000 ਰੁਪਈਆ ਵੱਧ ਮਤਲਬ ਇਹਨਾਂ ਨੂੰ ਕਿਰਾਇਆ ਦੇਣ ਨੂੰ ਤਿਆਰ ਨੇ ਉਸ ਦੁਕਾਨ ਦਾ। ਪਰ ਨਾ ਜੀ, ਇਕਬਾਲ ਸਿੰਘ ਤੋਂ ਅਸੀਂ ਹਟਾਣੀ ਨਹੀਂ। ਜਿੱਦਣ ਦੁਕਾਨ ਕਿਰਾਏ ਤੇ ਚੜਾਣੀ ਹੋਵੇ ਨਾ ਧਾਮੀ ਸਾਹਿਬ, ਜੇ ਕੋਈ ਸ਼ੱਕ ਆ ਤਾਂ ਦੱਸ ਦਿਓ, ਠੀਕ ਹੈ ਜੀ। ਮੇਰੇ ਕਰਕੇ ਥੋੜੀ ਜਿਹੀ ਰਿਆਇਤ ਦੇ ਦਿਓ। ਇਹਨੂੰ 4 'ਚ ਦਿੱਤੀ ਹੈ, ਚਲੋ 20 'ਚ ਦੇ ਦਿਓ, ਚਲੋ 30 ਲੈ ਲਿਓ ਯਾਰ ਵੱਧ ਤੋਂ ਵੱਧ। ਹੁਣ ਤਾਂ ਠੀਕ ਹੈ, 10 ਗੁਣਾ ਵੱਧ ਕਰਤਾ। ਜਵਾਬ ਚਾਹੀਦਾ ਮੈਨੂੰ ਇਸ ਚੀਜ਼ ਦਾ, ਹਾਂ ਜਾਂ ਨਾ, ਠੀਕ ਹੈ। ਤੇ ਇਹ ਕਿਸੇ ਦੀ ਜੱਦੀ ਜ਼ਮੀਨ ਜਾਂ ਜੱਦੀ ਜਾਇਦਾਦ ਨਹੀਂ ਹੈਗੀ ਵੀ ਤੁਸੀਂ ਬੈਠੇ ਹੋ ਜਿੱਦਾਂ ਮਰਜ਼ੀ ਇਹਨੂੰ ਖਪਾਓ, ਜਿੱਦਾਂ ਮਰਜ਼ੀ ਵੇਚੋ, ਜਿਹਨੂੰ ਮਰਜ਼ੀ ਪੱਟੇ ਤੇ ਚੜਾਓ, ਜਿਹੜੇ ਮਰਜ਼ੀ ਨੂੰ ਤੂੜੀ ਚਕਾਓ, ਜਿਹੜੇ ਮਰਜ਼ੀ ਨੂੰ ਝੋਨਾ ਚਕਾਓ, ਜਿਹੜੇ ਮਰਜ਼ੀ ਨੂੰ ਕਣਕ ਚਕਾਓ, ਆਪਣੇ ਕੰਡੇ ਲਾਓ, ਠੀਕ ਹੈ। ਤੇ ਆਪਣੇ ਕੰਡਿਆਂ ਉੱਤੇ ਕੰਡਾ ਜਿੰਨਾ ਮਰਜ਼ੀ ਹੋਵੇ ਆਪਣੇ ਹਿਸਾਬ ਨਾਲ ਚਾੜੀ ਜੋ, ਕਾਪੀਆਂ ਤੇ ਕਾਲੀਆਂ ਕਰੀ ਜੋ। ਜੇ ਟਰੱਕ 50 ਕੁਇੰਟਲ ਦਾ ਵੀ ਹੈਗਾ ਤਾਂ ਚਲੋ ਜੀ 40 ਲਿਖ ਦਿਓ। ਇਹ ਕਰਤੂਤਾਂ ਵੀ ਹੁੰਦੀਆਂ, ਬਹੁਤ ਛੇਤੀ ਵੀ ਆਊਗਾ ਸਾਹਮਣੇ। ਕਿਹੜਾ ਪ੍ਰਾਈਵੇਟ ਕੰਡਾ ਆ, ਚਲੋ ਹਿੰਟ ਦੇ ਦੇਣਾ, ਮੱਲੇ ਵਾਲਿਆ ਬਚ ਕੇ ਰਹੀ। ਕਿਹੜੇ ਪ੍ਰਾਈਵੇਟ ਕੰਡੇ ਦੇ ਝੋਨਾ ਤੇਰੇ ਇੱਥੋਂ ਜਾਂਦਾ ਹੈ ਤੇ ਕਣਕ ਇੱਥੋਂ ਜਾਂਦੀ ਹੈ, ਧਿਆਨ ਰੱਖੀ, ਆਊਂਗਾ ਤੇਰੇ ਤੇ ਵੀ। ਖੈਰ, ਇਹ ਜਿਹੜੀਆਂ ਸੰਗਤ ਦੀ ਚੀਜ਼ਾਂ ਹੈਗੀਆਂ ਨੇ, ਇਹ ਮਤਲਬ ਰੋਂਦੇ ਪਿੱਟਦੇ ਰਹਿੰਦੇ ਨੇ ਵੀ ਸਾਡੇ ਕੋਲ ਘਾਟਾ ਆ ਜੀ, ਘਾਟਾ ਪੈ ਗਿਆ, ਐਸਜੀਪੀਸੀ ਨੂੰ ਘਾਟਾ ਪੈ ਗਿਆ। ਐਸਜੀਪੀਸੀ ਨੂੰ ਘਾਟਾ ਪੈ ਹੀ ਨਹੀਂ ਸਕਦਾ ਕਿਸੇ ਪਾਸਿਓਂ। ਸਰਾਹਾਂ ਦੀ ਇਹਨਾਂ ਨੇ ਡਿਟੇਲ ਕੱਢੀ ਆ, ਸਰਾਹਾਂ ਮਤਲਬ ਅਖਬਾਰ ਦੀਆਂ ਕਟਿੰਗ ਨੇ ਐਂਡ ਦੇ ਵਿੱਚ ਆਉਣ ਵਾਲੀਆਂ। ਸਰਾਹਾਂ ਘਾਟੇ 'ਚ ਕਿੱਦਾਂ ਚਲੇਗੀਆਂ?
ਉੱਥੇ ਸੰਗਤ ਜਾਵੇ ਕਮਰਾ ਲੈਣ ਵਾਸਤੇ ਤਾਂ ਤੁਹਾਡੇ ਕੋਲ ਕਮਰਾ ਖਾਲੀ ਨਹੀਂ ਹੁੰਦਾ ਕੋਈ 24/7 ਅਗਰ ਕੋਈ ਵੀ ਤੁਹਾਡੇ ਕੋਲ ਚੱਲ ਜਾਵੇ ਕਮਰਾ ਲੈਣ ਵਾਸਤੇ, ਠੀਕ ਹੈ, 12 ਮਹੀਨੇ 30 ਦਿਨ ਤੁਹਾਡੀਆਂ ਸਰਾਹਾਂ ਬੁੱਕ ਹੁੰਦੀਆਂ ਨੇ, ਫੁੱਲ ਹੁੰਦੀਆਂ ਨੇ, ਕਿਉਂਕਿ ਉੱਥੇ ਕਰਤੂਤਾਂ ਕੁੱਤੀਆਂ ਕਰਨੀਆਂ ਹੁੰਦੀਆਂ ਨੇ। ਅੱਧੀਆਂ 1-2 ਸਰਾਹਾਂ ਤਾਂ ਰੱਖੀਆਂ ਹੀ ਸਿਰਫ ਉਹਨਾਂ ਵਾਸਤੇ ਆ ਤੁਸੀਂ। ਫਿਰ ਘਾਟੇ ਉਹਨਾਂ ਤੋਂ ਪੂਰੇ ਕਰਵਾਇਆ ਕਰੋ ਨਾ, ਘਾਟਾ ਸੰਗਤ ਦੇ ਸਿਰ ਕਿਉਂ ਪਾਉਂਦੇ ਹੋ? ਗਰੀਬ ਕਾਮਿਆਂ ਦੀ ਤਨਖਾਹਾਂ ਕਿਉਂ ਕੱਟਦੇ ਹੋ? ਕੰਮ 30 ਦਿਨ ਕਰਵਾਉਣਾ ਹੈ ਕਾਮਿਆਂ ਤੋਂ, ਤਨਖਾਹਾਂ 6 ਦਿਨ ਦੀਆਂ ਕੱਟਣੀਆਂ ਨੇ। ਤਨਖਾਹ ਪਾਣੀ ਸਿਰਫ 26 ਦਿਨ ਦੀ ਹੈ, 24 ਦਿਨ ਦੀ ਹੈ। ਟੀਚਰਾਂ ਨੂੰ ਵਿਚਾਰਿਆਂ ਨੂੰ, ਉਹਨਾਂ ਨੂੰ 9-9 ਮਹੀਨੇ ਤੋਂ 10-10 ਮਹੀਨੇ ਸੜਕਾਂ ਦੇ ਧੱਕੇ ਖਾ ਰਹੀਆਂ ਨੇ, ਤਨਖਾਹਾਂ ਨਹੀਂ ਦਿੱਤੀਆਂ ਤੁਸੀਂ। ਉਸ ਤੋਂ ਬਾਅਦ ਜਿਹੜੀ ਜਾਗਦੀ ਜ਼ਮੀਰ ਵਾਲੀ ਅਧਿਆਪਕਾ ਹੋਵੇ, ਉਹਨਾਂ ਦਾ ਜੀਣਾ ਹਰਾਮ ਕਰ ਦਿੰਦੇ ਨੇ ਤੁਹਾਡੇ ਗੁੰਡੇ ਜਿਹੜੇ ਟੀਚਰ ਰੱਖੇ ਹੋਏ ਨੇ, ਜਾਂ ਕਹਿ ਸਕਦੇ ਗੁੰਡੀਆਂ ਜਿਹੜੀਆਂ ਰੱਖੀਆਂ ਹੈ, ਠੀਕ ਹੈ। ਅੱਜ ਜੀ ਅੰਮ੍ਰਿਤਸਰ ਤੋਂ ਮੇਰੇ ਕੋਲ ਪਹੁੰਚੇ ਨੇ ਸਰਦਾਰ ਗੁਰਬਖਸ਼ ਸਿੰਘ ਬੇਦੀ, ਤੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ। ਇੱਕ ਐਗਜ਼ਾਮਪਲ ਇਹ ਆਪਣੀ ਧਰਮ ਪਤਨੀ ਦੀ ਦੱਸਣਗੇ, ਜੋ ਇਹਨਾਂ ਦੇ ਸਕੂਲ ਦੇ ਵਿੱਚ ਟੀਚਰ ਰਹੀ, ਜਾਗਦੀ ਜ਼ਮੀਰ ਵਾਲੀ, ਜਿਹਨੇ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਵਿਰੋਧ ਵੀ ਕੀਤਾ, ਸਹੀ ਤਰੀਕੇ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਸੀ, ਪਰ ਟੀਚਰ ਇਹਨਾਂ ਨੇ ਸਸਪੈਂਡ ਕੀਤੀ ਸੀ ਕਿਸੇ ਕਾਂਡ ਵਿੱਚ। ਉਹਨੇ ਕਿਸੇ ਮਤਲਬ SGPC ਮੈਂਬਰ ਦੇ ਮੂੰਹ ਦੇ ਉੱਤੇ ਚੱਕ ਕੇ ਫਾਈਲਾਂ ਮਾਰੀਆਂ ਸੀ, ਸਾਰੇ ਉਹਦੇ ਪ੍ਰੂਫ ਹੈਗੇ ਨੇ। ਪਰ ਉਸ ਤੋਂ ਬਾਅਦ ਬੀਬੀ ਕਿਰਨਜੋਤ ਕੌਰ ਵਰਗਿਆਂ ਦੇ ਨਾਲ ਜਦੋਂ ਕਮੇਟੀ ਬਣਦੀ ਹੈ ਤੇ ਉਹ ਗੋਂਗਲਾਂ ਤੋਂ ਮਿੱਟੀ ਝਾੜਦੇ ਨੇ ਵੀ ਚਲੋ ਜੀ ਇਹਨੂੰ ਹੁਣ ਬਹਾਲ ਕੀਤਾ ਜਾਵੇ, ਬਹੁਤ ਲੰਬਾ ਸਮਾਂ ਇਹ ਸਸਪੈਂਡ ਰਹਿ ਗਈ ਆ, ਤੇ ਹੁਣ ਕੋਈ ਗੱਲ ਨਹੀਂ, ਇਹਦਾ ਇਨਕਰੀਮੈਂਟ ਵੀ ਲਾ ਦਿੰਦੇ ਆ, ਗਲਤੀਆਂ ਇਹਦੀਆਂ ਮਾਫ ਕਰ ਦਿੰਦੇ ਆ, ਅੱਗੇ ਤੋਂ ਮੈਂਬਰਾਂ ਦੀ ਇੱਜ਼ਤ ਕਰੂਗੀ। ਪਰ ਉਹਦੇ ਵਿੱਚ ਇਹ ਨਹੀਂ ਲਿਖਿਆ ਕਿ ਇਹਨੇ ਮੈਂਬਰ ਕਿਹੜੇ ਦੀ ਕਦੋਂ ਕੀ ਬੇਇੱਜ਼ਤੀ ਕੀਤੀ ਸੀ। ਉਹ ਵੀ ਤੁਹਾਨੂੰ ਦੱਸਦੇ ਆ ਕਿਹੜੇ ਮੈਂਬਰ ਦੀ ਬੇਇੱਜ਼ਤੀ ਕੀਤੀ ਸੀ। ਉਹ ਖੈਰ ਇਸ ਦੁਨੀਆ 'ਚ ਮੇਰੇ ਖਿਆਲ ਨਾਲ ਮੈਂਬਰ ਹੁਣ ਹੈ ਨਹੀਂਗਾ, ਪਰ ਇਹਨਾਂ ਦਾ ਜਿਹੜਾ ਗੁੰਡਿਆਂ ਦਾ ਕੁਨਵਾ ਹੈਗਾ ਨਾ, ਇਹ ਚੰਗਿਆਂ ਨੂੰ ਕੰਮ ਕਰਨ ਨਹੀਂ ਦਿੰਦੇ। ਅੱਜ ਤੁਹਾਨੂੰ ਦੱਸਦੇ ਆ ਵੀ ਇਹ ਸਕੂਲ ਦੀਆਂ ਤਨਖਾਹਾਂ ਤੋਂ ਲੈ ਕੇ EPF ਤੱਕ ਦੇ ਜਿਹੜੇ ਘੁਟਾਲੇ ਹੈਗੇ ਨੇ, ਜਿਹਨੂੰ ਤੁਸੀਂ PF ਪ੍ਰੋਵੀਡੈਂਟ ਫੰਡ ਕਹਿ ਲੈਂਦੇ ਹੋ, ਉਹਦੇ ਘੁਟਾਲੇ ਹੈਗੇ ਨੇ, ਕਿੱਦਾਂ ਕਰਦੇ ਨੇ, ਕਿੱਦਾਂ ਇਹ ਗਰੀਬਾਂ ਦੀਆਂ ਤਨਖਾਹਾਂ ਮਾਰਦੇ ਨੇ, ਤੇ ਕਿੱਦਾਂ ਹੱਕ ਮਾਰਦੇ ਨੇ, ਕਿੱਦਾਂ ਤੁਹਾਡੀਆਂ ਅੱਡੀਆਂ ਘਸਾਉਂਦੇ ਨੇ, ਘਸਵਾਉਂਦੇ ਨੇ ਇਹ, ਵੀ ਤੁਸੀਂ ਮਜਬੂਰ ਹੋ ਜਾਓ ਇਹ ਸੋਚਣ ਤੇ ਵੀ ਅੱਗ ਲੱਗੇ ਜਲ ਕੇ ਬੁਝੇ, ਮੈਨੂੰ ਮੇਰਾ ਪੈਸਾ ਹੀ ਨਹੀਂ ਚਾਹੀਦਾ। ਖੈਰ ਫਤਿਹ ਦੀ ਸਾਂਝ ਪਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੇਦੀ ਸਾਹਿਬ ਕੀ ਹਾਲ ਚਾਲ? ਬਸ ਠੀਕ ਠਾਕ ਜੀ। ਮੈਂ ਪਹਿਲਾਂ ਤੇ ਤੁਹਾਡਾ ਧੰਨਵਾਦ ਕਰਾਂ ਕਿ ਮੈਨੂੰ ਤੁਸੀਂ ਕੁਝ ਗੱਲਾਂ ਉਜਾਗਰ ਕਰਨ 'ਚ ਹੈਲਪ ਕੀਤੀ ਆ ਜੀ, ਔਰ ਉਹਦਾ ਫਾਇਦਾ ਜਿਹੜਾ ਉਹ ਸਾਰੀ ਸੰਗਤ ਨੂੰ ਹੋਏਗਾ, ਸੰਗਤ ਨੂੰ ਪਤਾ ਵੀ ਲੱਗੇਗਾ ਜੀ ਕਿ ਇੱਥੇ ਐਜੂਕੇਸ਼ਨ ਡਿਪਾਰਟਮੈਂਟ ਦੀ ਮੈਂ ਜ਼ਿਆਦਾ ਗੱਲ ਕਰਾਂਗਾ ਜੀ, ਕਿ ਉੱਥੇ ਕੀ ਇਹ ਗਲਤੀਆਂ ਕਰਦੇ ਪਏ ਨੇ, ਗਲਤੀਆਂ ਕੀ ਬਲਕਿ ਘੁਟਾਲੇ ਹੀ ਕਹਿ ਲਓ ਜੀ, ਕਿਉਂਕਿ ਮੇਰੀ ਮਿਸਿਸ ਇਸ ਕੇਸ 'ਚ ਇੱਕ ਆਪਣਾ ਐਜੂਕੇਸ਼ਨ ਡਿਪਾਰਟਮੈਂਟ 'ਚ ਇਨਵੋਲਵਡ ਸੀ। ਜੋ ਉਹਦੇ ਨਾਲ ਵਾਪਰਿਆ, ਮੇਰੀ ਕੋਸ਼ਿਸ਼ ਅੱਜ ਤੁਹਾਡੇ ਕੋਲ ਆਉਣ ਦੀ ਇਹ ਆ ਕਿ ਉਹੋ ਜਿਹਾ ਇਨਸੀਡੈਂਟ ਜਿਹੜਾ, ਉਹੋ ਜਿਹਾ ਪੱਖਪਾਤ ਜਿਹੜਾ, ਉਹ ਕਿਸੇ ਹੋਰ ਨਾਲ ਨਾ ਹੋਵੇ। ਬੜਿਆਂ ਨਾਲ ਹੋਇਆ ਵੀ ਹੋਏਗਾ ਜੀ, ਬਹੁਤ ਸਾਰੇ ਮੈਨੂੰ ਟੀਚਰਸ ਦੇ ਬੜੀਆਂ ਦੇ ਕਾਲਸ ਆਏ ਨੇ। ਜ਼ਰੂਰ ਹੋਇਆ ਹੋਏਗਾ, ਤੇ ਮੇਰਾ ਇੱਕ ਮੈਂ ਸੇਵਾ ਦੇ ਤੌਰ ਤੇ, ਫਰਜ਼ ਦੇ ਤੌਰ ਤੇ ਅੱਜ ਮੈਂ ਤੁਹਾਡੇ ਕੋਲ ਹਾਜ਼ਰ ਹੋਇਆ, ਤੁਸੀਂ ਮੈਨੂੰ ਮੌਕਾ ਦਿੱਤਾ। ਦੱਸੋ ਜੀ। ਮੇਰੀ ਮਿਸਿਸ ਜੁਆਇਨ ਕੀਤੀ ਸੀ 1986 ਚ ਜੀ, ਸ਼੍ਰੋਮਣੀ ਕਮੇਟੀ ਦੀ ਗੁਰੂ ਨਾਨਕ ਪਬਲਿਕ ਸਕੂਲ ਚ ਜੀ। 2006 ਤੱਕ ਤੇ ਉਹ ਉਹਨਾਂ ਦਾ ਠੀਕ ਚੱਲਦਾ ਰਿਹਾ ਸਕੂਲ, ਲੇਕਿਨ ਇਹਨਾਂ ਨੇ 2006 ਦੇ ਵਿੱਚ ਇੱਕ ਬੀਬੀ ਚਰਨਜੀਤ ਕੌਰ ਬਾਠ ਸਾਹਿਬ ਸਕੂਲ ਹੈਗਾ ਗੁਰੂ ਅਰਜਨ ਦੇਵ ਪਬਲਿਕ ਸਕੂਲ, ਉੱਥੋਂ ਟਰਾਂਸਫਰ ਕਰ ਦਿੱਤੀ ਇੱਥੇ ਐਜ਼ ਸੁਪਰਵਾਈਜ਼ਰ ਜੀ। ਇੱਥੋਂ ਦੀ ਸੁਪਰਵਾਈਜ਼ਰ ਨੂੰ ਬਾਠ ਸਾਹਿਬ ਸਕੂਲ ਭੇਜ ਦਿੱਤਾ। ਅੱਛਾ, ਉਹ ਮੈਡਮ ਜਿਹੜੇ ਸੀ ਥੋੜਾ ਹੌਟ ਹੈਡਡ ਸੀ, ਆ ਕੇ ਉਹਨਾਂ ਨੇ ਰੋਬ ਪਾਣਾ ਸ਼ੁਰੂ ਕੀਤਾ ਤੇ ਟੀਚਰਾਂ ਨੂੰ ਥੋੜਾ ਮਹਿਸੂਸ ਹੋਇਆ। ਟੀਚਰਾਂ ਨੇ ਆਪਸ 'ਚ ਗੱਲ ਕੀਤੀ ਕਿ ਦੇਖੋ ਇਹ ਮੈਡਮ ਜਿਹੜੀ ਆ ਬਾਠ ਸਾਹਿਬ ਸਕੂਲ 'ਚ ਸਸਪੈਂਡ ਰਹੀ ਆ, ਤੇ ਉੱਥੇ ਵੀ ਇਹ ਗਲਤੀਆਂ ਕਰਦੀ ਰਹੀ ਹੈ, ਤੇ ਹੁਣ ਇਹ ਸਾਡੀ ਆ ਕੇ ਖਿਚਾਈ ਕਰਦੀ ਪਈ ਆ। ਉਹਦੇ ਲਿੰਕ ਚੰਗੇ ਉੱਚੇ ਹੋਣਗੇ, ਉਹੀ ਵੀ ਆ ਕੇ ਰੋਬ ਮਾਰਨਾ ਬਿਨਾ ਮਤਲਬ ਤੋਂ, ਹਾਂ, ਮੂੰਹ ਫਟ ਕਹਿ ਸਕਦੇ ਹੋ। ਸੋ ਉਹ ਲਿੰਕ ਦਾ ਵੀ ਮੈਂ ਤੁਹਾਨੂੰ ਥੋੜਾ ਖੁਲਾਸਾ ਕਰ ਦਿਆਂਗਾ। ਸੋ ਉਹ ਮੈਂ ਮਜਬੂਰ ਹੋ ਕੇ ਹੁਣ ਉਹ ਗੱਲ ਬਾਹਰ ਕੱਢ ਰਿਹਾ ਕਿ 2018 ਤੋਂ ਲੈ ਕੇ ਤੇ 2023 ਆ ਗਿਆ, 5 ਸਾਲ ਮੈਂ ਬਹੁਤ ਯਬਕ ਲਿਆ ਸ਼੍ਰੋਮਣੀ ਕਮੇਟੀ ਨਾਲ, ਪਰ ਮੇਰੀ ਕਿਤੇ ਸੁਣਾਈ ਨਹੀਂ ਹੋਈ ਜੀ। ਅੱਛਾ, ਉਹ ਕਿਸੇ ਨੇ ਉਸ ਟੀਚਰ ਉੱਥੋਂ ਗਰੁੱਪ ਦੇ ਵਿੱਚੋਂ ਪ੍ਰਿੰਸੀਪਲ ਨੂੰ ਕਹਿ ਦਿੱਤਾ ਕਿ ਇਹ ਗੁਰਵਿੰਦਰਜੀਤ ਕੌਰ ਮੈਡਮ ਜਿਹੜੀ ਆ ਉਹ ਤੁਹਾਡੇ ਅਗੇਂਸਟ ਬੋਲ ਰਹੀ ਸੀ। 2018 ਤੱਕ 22 ਸਾਲ ਉਸ ਬੀਬੀ ਨੇ ਉਹਦਾ ਜਿਉਣਾ ਹਰਾਮ ਕਰੀ ਰੱਖਿਆ, ਪਰ ਚਲੋ
ਮੈਂ ਆਪਣੀ ਸ਼ਾਇਦ ਵਾਈਫ ਦੀ ਵੀ ਹਿੰਮਤ ਦਿਆਂਗਾ ਕਿ ਉਹਨੇ 12 ਸਾਲ ਕੱਟੇ। ਫਿਰ ਮੈਂ ਜ਼ੋਰ ਲਾ ਕੇ ਰਿਕੁਐਸਟਾਂ ਕਰਕੇ ਕਿ 12 ਸਾਲ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਹੈ ਤੇ ਇਹਦੀ ਟਰਾਂਸਫਰ ਕਿਸੇ ਦੂਜੇ ਸਕੂਲ 'ਚ ਕਰ ਦਿਓ ਜੀ। ਉਹ ਵੀ ਕਰਨ ਦਾ ਕਾਰਨ ਸੀ ਕਿ 2018 'ਚ ਇਹਨਾਂ ਨੇ ਪਹਿਲੀ ਵਾਰੀ ਇਹਨਾਂ ਨੂੰ ਸ਼ਾਇਦ ਡਿਪਟੀ ਡਾਇਰੈਕਟਰ ਨੇ ਤਾਕਤ ਦਿੱਤੀ ਕਿ ਤੁਸੀਂ ਰਿਕਮੈਂਡ ਕਰਕੇ ਭੇਜੋ। 23 ਆ ਗਿਆ, ਮੈਂ 6 ਲੈਟਰਾਂ ਲਿਖਦਾ ਰਿਹਾ। ਪਹਿਲੀ ਲੈਟਰ ਮੈਂ ਪ੍ਰਿੰਸੀਪਲ ਜਿੱਥੇ ਟਰਾਂਸਫਰ ਹੋਈ ਉਹਦੇ ਥਰੂ ਭੇਜੀ ਤਰੱਕੀ ਵਾਸਤੇ ਜੀ। ਉਹ ਮੈਂ ਭੇਜੀ ਜਾ ਕੇ 2/7/2019 ਨੂੰ ਜੀ। ਉਸ ਤੋਂ ਬਾਅਦ ਮੈਂ ਆਖਰੀ ਲੈਟਰ ਇਹਨਾਂ ਨੂੰ ਪਾਈ 2/3/2022 ਨੂੰ ਜੀ। ਅੱਛਾ, 6 ਲੈਟਰਾਂ ਲਿਖਣ ਤੋਂ ਬਾਅਦ ਇਹਨਾਂ ਦਾ ਕਿਸੇ ਦਾ ਕੋਈ ਜਵਾਬ ਨਹੀਂ ਆਇਆ ਔਰ ਮੈਂ ਉਹਨਾਂ ਲੈਟਰਾਂ 'ਚ ਦੱਸਦਾ ਪੁੱਛਦਾ ਰਿਹਾ, ਮਤਲਬ ਮਿਸਿਸ ਪੁੱਛਦੀ ਰਹੀ ਕਿਉਂਕਿ ਕਰਦਾ ਮੈਂ ਹੀ ਸੀ, ਇਸ ਕਰਕੇ ਕਿ ਕਸੂਰ ਤੇ ਦੱਸ ਦਿਓ ਉਹਦਾ ਕਿ ਕਸੂਰ ਕੀ ਆ। ਤੁਸੀਂ ਯਕਦਮ ਸਜ਼ਾ ਦੇ ਦਿੱਤੀ, ਫਿਰ ਇਨਫੋਰਮ ਨਹੀਂ ਕੀਤਾ, ਕੋਈ ਲੈਟਰ ਨਹੀਂ ਲਿਖੀ, ਕੋਈ ਜਵਾਬ ਤਲਬੀ ਨਹੀਂ ਕੀਤੀ। ਕਸੂਰ ਦੱਸ ਦਿਓ, ਜਿਹੜੇ ਉਹਦੇ 2.5-3 ਸਾਲ ਰਹਿੰਦੇ ਨੇ ਉਹ ਦੁਬਾਰਾ ਇਹੋ ਜਿਹੀ ਗਲਤੀ ਨਾ ਕਰੇ। ਅਲਟੀਮੇਟਲੀ 5 ਫਰਵਰੀ 2022 ਨੂੰ, ਇਹ ਮੈਂ ਕਾਗਜ਼ ਤੁਹਾਨੂੰ ਦੇ ਦੇਣਾ, ਇਹ ਤੁਹਾਡੇ ਕੋਲ ਪਏ ਨੇ। 5 ਫਰਵਰੀ 2022 ਨੂੰ ਮੈਂ ਧਾਮੀ ਸਾਹਿਬ ਨੂੰ ਜਾ ਕੇ ਬੇਨਤੀ ਕੀਤੀ ਇਹਨਾਂ ਦੇ ਮੈਂ ਮੀਟਿੰਗ ਹਾਲ 'ਚ ਕਿ ਜੀ ਉਹ ਤਰੱਕੀ ਬੰਦ ਕੀਤੀ ਆ, ਉਹ ਗਲਤ ਕੀਤੀ ਆ, ਉਹਦਾ ਸਾਨੂੰ ਕਸੂਰ ਦੱਸ ਦਿਓ। ਤੇ ਗ੍ਰੈਚੁਟੀ ਦਾ ਵੀ ਮੇਰਾ ਪੈਸੇ ਰੁਕੇ ਪਏ ਨੇ, ਸਿਕਿਉਰਿਟੀ ਵੀ ਦੇ ਪੈਸੇ ਰੁਕੇ ਪਏ ਨੇ। ਮੈਂ ਸਾਰੇ ਫੰਡ ਰੋਕਤੇ ਸੀ, ਸਾਰੇ ਫੰਡ ਰੋਕੇ ਹੋਏ। ਓਕੇ। ਅਲਟੀਮੇਟ ਉਹ ਕਹਿੰਦੇ ਜੀ ਦੇਖੋ ਗੱਲ ਇਹ ਆ ਬੇਦੀ ਸਾਹਿਬ ਕਿ ਤੁਹਾਡੇ ਜਿਹੜੇ ਨੇ ਨਾ ਉਹ ਹੁਣ ਤਰੱਕੀ ਨਹੀਂ ਲੱਗ ਸਕਦੀ ਕਿਉਂਕਿ ਬਕਾਇਆ ਬੜਾ ਬਣ ਗਿਆ ਤੇ ਸਾਡੀ ਆਰਥਿਕ ਹਾਲਤ ਕਮਜ਼ੋਰ ਹੈ। ਆਰਥਿਕ ਹਾਲਤ ਤਾਂ ਮੈਂ ਦੱਸ ਦਿਆਂ, ਅੱਗੇ ਦੱਸਦਾ ਧਾਮੀ ਨੂੰ ਕਿੰਨੀ ਕਮਜ਼ੋਰ ਹੈ ਇਹਨਾਂ ਦੀ। ਪਰ ਚਲੋ ਅਸੀਂ ਤੁਹਾਡੀ ਗ੍ਰੈਚੁਟੀ ਰਿਲੀਜ਼ ਕਰਾ ਦਿੰਦੇ ਆ। ਫਿਰ ਵੀ ਗ੍ਰੈਚੁਟੀ ਵੀ ਜਿਹੜੀ ਰਿਲੀਜ਼ ਜਾ ਕੇ ਹੋਈ ਉਹ 208 ਦਿਨ ਬਾਅਦ ਰਿਲੀਜ਼ ਹੋਈ ਰਿਟਾਇਰਮੈਂਟ ਤੋਂ, ਤਕਰੀਬਨ ਪੌਣੇ ਸਾਲ ਬਾਅਦ। ਅੱਛਾ, ਉਹਦਾ ਵੀ ਮੈਂ ਤੁਹਾਨੂੰ ਦੱਸ ਦਿਆਂ, ਸਿਕਿਉਰਿਟੀ 116 ਦਿਨ ਬਾਅਦ ਮਿਲੀ ਜਿਹੜੀ 19,000 ਦੇ ਕਰੀਬ ਸੀ। ਪ੍ਰੋਵੀਡੈਂਟ ਫੰਡ ਜਿਹੜਾ ਉਹ 126 ਦਿਨ ਬਾਅਦ ਮਿਲਿਆ। ਉਹ ਵੀ ਮਹਿਕਮੇ ਨੂੰ ਲੈਟਰ ਲਿਖਣ ਤੋਂ ਬਾਅਦ, EPFO ਡਿਪਾਰਟਮੈਂਟ ਨੂੰ ਲੈਟਰ ਲਿਖਣ ਤੋਂ ਬਾਅਦ, ਉਹਨਾਂ ਦੀ ਲੈਟਰ ਆਉਣ ਤੋਂ ਬਾਅਦ ਉਹ ਮੈਂ ਉਸ ਪਾਸੇ ਵੀ ਆਵਾਂਗਾ। ਚਲੋ ਉਹ ਮੈਂ ਛੱਡ ਦਿੱਤਾ ਕਿ ਇਹਨਾਂ ਨੇ ਹੁਣ ਤਰੱਕੀ ਨਹੀਂ ਲਾਉਣੀ। ਮੈਂ ਫਿਰ ਥੋੜ੍ਹਾ ਜਿਹਾ ਓਫੈਂਸਿਵ ਹੋ ਗਿਆ, ਮੈਂ ਬੀਬੀ ਚਰਨਜੀਤ ਕੌਰ ਦਾ ਪਿਛੋਕੜ ਕੱਢਣਾ ਸ਼ੁਰੂ ਕੀਤਾ ਜੀ। ਧਿਆਨ ਨਾਲ ਸੁਣਿਓ ਸੰਗਤ ਜੀ, ਹੁਣ ਕਿ ਹਾਂਜੀ ਕੁਛ ਨਹੀਂ, ਸੰਗਤ ਜੀ ਨੂੰ ਕਹਿ ਰਿਹਾ ਮੈਂ ਕਿ ਸੰਗਤ ਜੀ ਹੁਣ ਥੋੜਾ ਪਿਛੋਕੜ ਸ਼ੁਰੂ ਹੋ ਗਿਆ ਨਾ। ਨਹੀਂ, ਮੈਂ ਇਹਦਾ ਇਹੋ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਮੈਂ ਪਿਛੋਕੜ ਇਸ ਕਰਕੇ ਵੀ ਦੱਸ ਰਿਹਾ ਕਿ ਇਹ ਧੱਕਾ, ਇਹ ਪੱਖਪਾਤ ਜਿਹੜਾ ਉਹ ਬਾਕੀ EMPLOYEES ਨਾਲ ਨਾ ਹੋਵੇ। ਨਹੀਂ ਹੋ ਰਿਹਾ ਜੀ। ਉਹ ਬੀਬੀ ਹਰਜੀਤ ਕੌਰ 1 ਕਿਲੋ ਅਫੀਮ ਵਾਲੀ, ਉਹਦੇ ਸਕੂਲ ਦਾ ਇਹੀ ਮਾੜਾ ਹਾਲ ਹੈ, ਮੈਂ ਪਤਾ ਕੀਤਾ ਹੋਇਆ। 90-100 ਬੱਚੇ ਸੀ, ਅੱਜ 30 ਬੱਚੇ ਗਏ, 40 ਬੱਚੇ ਰਹਿ ਗਏ ਆ। ਪਰ ਉਹ ਬੀਬੀ ਖੁਸ਼ ਆ, ਸਟਾਫ ਸਾਰਾ ਮਰਨ ਕਿਨਾਰੇ ਆ। 9 ਮਹੀਨੇ ਹੋ ਗਏ, ਉਹਨਾਂ ਦੀ ਤਨਖਾਹ ਨਹੀਂ ਸਟਾਫ ਦੀ ਦਿੱਤੀ। ਖੈਰ ਉਸ ਕੇਸ ਨੂੰ ਤੁਸੀਂ ਅਗਰ ਸਟੱਡੀ ਕਰੋਗੇ ਤੇ ਇਹਨਾਂ ਨੇ ਉਹਦੀ ਮੁਅੱਤਲੀ ਤੋਂ ਬਾਅਦ ਉਹਨੂੰ ਡਿਪਟੀ ਡਾਇਰੈਕਟਰ ਐਜੂਕੇਸ਼ਨ ਬਣਾ ਦਿੱਤਾ ਸੀ। ਚਲੋ ਅੱਛਾ ਜੀ, ਚਲੋ ਉੱਥੇ ਆਵਾਂਗੇ, ਬਾਅਦ ਚ ਆਨੇ, ਪਹਿਲਾਂ ਇਹ ਕੰਪਲੀਟ ਕਰ ਲਈਏ। ਅੱਛਾ, ਇਹ ਮੈਂ ਅਖੀਰ ਹਾਰ ਕੇ ਕੰਪਲੇਂਟ ਪਾਣੀ ਸ਼ੁਰੂ ਕੀਤੀ ਧਾਮੀ ਸਾਹਿਬ ਨੂੰ 25/5/2022 ਨੂੰ। ਇਹਦਾ ਮੈਂ ਲਿਖਣਾ ਸ਼ੁਰੂ ਕੀਤਾ ਜੀ ਕਿ ਮੈਨੂੰ ਇਹਨਾਂ ਨੇ ਮੇਰੇ ਨਾਲ ਕੀਤਾ ਤੇ ਤੁਸੀਂ ਕਮ ਸੇ ਕਮ ਇਹਦੇ ਉੱਤੇ ਵੀ ਕੋਈ ਜਵਾਬ ਤਲਬੀ ਕਰੋ। ਲੇਕਿਨ ਕੋਈ ਅਸਰ ਨਹੀਂ ਹੋਇਆ। ਮੈਂ ਸ਼ਾਰਟ 'ਚ ਤੁਹਾਨੂੰ ਦੱਸ ਦੇਣਾ ਕਿ ਉਸ ਸਿਰਫ ਲੈਟਰ ਦਾ ਮੈਨੂੰ ਛੋਟਾ ਜਿਹਾ ਜਵਾਬ ਆਇਆ ਕਿ ਤੁਹਾਡੀ ਲੈਟਰ ਜਿਹੜੀ ਆ ਉਹ ਡਿਪਾਰਟਮੈਂਟ ਨੂੰ, ਕੰਸਰਨ ਡਿਪਾਰਟਮੈਂਟ ਨੂੰ ਭੇਜ ਦਿੱਤੀ ਗਈ। 25/5 ਤੋਂ ਬਾਅਦ ਲੈ ਕੇ ਤੇ ਕੋਈ ਮੈਂ ਲਾਸਟ ਲੈਟਰ ਧਾਮੀ ਸਾਹਿਬ ਦੇ ਘਰ ਭੇਜੀ ਕਿਉਂਕਿ ਮੈਨੂੰ ਇੱਕ ਇਹ ਸ਼ਾਇਦ ਮੁਗਾਲਤਾ ਲੱਗਾ ਜਾਂ ਸੱਚਾਈ ਲੱਗੀ ਕਿ ਮੇਰੀਆਂ ਲੈਟਰਾਂ ਧਾਮੀ ਸਾਹਿਬ ਤੱਕ ਪਹੁੰਚਦੀਆਂ ਹੀ ਨਹੀਂ। ਮੈਂ ਉਹ ਬਕਾਇਦਾ ਰਜਿਸਟਰੀ ਕਰਵਾ ਕੇ ਧਾਮੀ ਸਾਹਿਬ ਨੂੰ 7ਵੀਂ ਲੈਟਰ ਮਈ 10, 2023 ਨੂੰ ਪਾਈ, ਜਿਹੜੀ ਉਹਨਾਂ ਨੂੰ ਪਹੁੰਚੀ ਕਿਉਂਕਿ ਮੈਨੂੰ ਵਾਪਸ ਕੋਰੀਅਰ ਦੀ ਸਲਿੱਪ ਵੀ ਨਾਲ ਲਾਈ ਹੋਈ ਹੈ ਤੁਸੀਂ ਕਹਿੰਦੇ। ਮੈਂ ਕਿਹਾ ਕੋਰੀਅਰ ਦੀ ਸਲਿੱਪ ਵੀ ਨਾਲ ਲਾਈ ਹੋਈ ਹੈ ਵੀ ਕਿਹਦੇ। ਹਾਂ, ਰਜਿਸਟਰੀ ਬਕਾਇਦਾ ਪੋਸਟ ਆਫਿਸ ਦੇ ਥਰੂ ਗਈ, ਲੇਕਿਨ ਕੋਈ ਅਸਰ ਨਹੀਂ ਹੋਇਆ। ਅੱਛਾ, ਲੇਕਿਨ ਇਨ ਦਾ ਮੀਨ ਟਾਈਮ ਮੈਂ ਇੱਕ ਗੱਲ ਤੋਂ ਹੈਰਾਨ ਹੋ ਗਿਆ, ਵਿੱਚ ਇਹਨਾਂ ਨੇ ਕੋਈ ਸਬ ਕਮੇਟੀ ਬਣਾ ਦਿੱਤੀ ਜਿਹੜੀ ਮੈਨੂੰ ਐਜ਼ ਕੰਪਲੇਨੈਂਟ, ਕਿਉਂਕਿ ਮੈਂ ਇਹ ਵਰਡ ਕਿਉਂ ਵਰਤਿਆ ਕਿ ਧਾਮੀ ਸਾਹਿਬ ਕਾਨੂੰਨਦਾਨ ਨੇ। ਕੰਪਲੇਨੈਂਟ ਤੇ ਰਿਸਪੋਂਡੈਂਟ ਦੋ ਹੁੰਦੇ ਨੇ। ਕੰਪਲੇਨੈਂਟ ਨੂੰ ਦੱਸਿਆ ਹੀ ਨਹੀਂ ਕਿ ਅਸੀਂ ਤੇਰੀ ਸ਼ਿਕਾਇਤ ਤੇ ਸਬ ਕਮੇਟੀ ਬਣਾਤੀ ਆ। ਉਹ ਸਬ ਕਮੇਟੀ 'ਚ ਸਰਦਾਰ ਹਰਜਾਪ ਸਿੰਘ, ਰਜਿੰਦਰ ਸਿੰਘ ਜੀ ਮਹਿਤਾ ਤੇ ਆਪਣਾ ਸੁਖਵਿੰਦਰ ਸਿੰਘ ਜੀ ਸਕੱਤਰ ਨੂੰ 3 ਮੈਂਬਰੀ ਕਮੇਟੀ ਬਣਾਤੀ ਉਸ ਸ਼ਿਕਾਇਤ ਤੇ ਕਿ ਇਹ ਸ਼ਿਕਾਇਤ ਦੀ ਪੜਚੋਲ ਕਰੋ।
ਅੱਛਾ, ਹਰਜਾਬ ਸਿੰਘ ਉਹੀ ਜਿਹਨੇ ਅਟਾਰੀ ਵਾਲੀ ਜ਼ਮੀਨ ਦੱਬੀ ਹੋਈ ਜਿਹੜੇ ਮੈਂ ਗੱਲ ਕੀਤੀ ਸੀ ਉਹੀ? ਹਾਂਜੀ ਓਕੇ ਜੀ। ਠੀਕ ਹੈ। ਦੇਖੋ ਉਹਦੇ 'ਚ ਇਸ ਤਰ੍ਹਾਂ ਹੈਗਾ ਕਿ ਮੈਨੂੰ, ਕਿਉਂਕਿ ਮੈਂ ਕੁਝ ਧਾਰਮਿਕ ਕਮੇਟੀਆਂ 'ਚ ਮੈਂਬਰ ਵੀ ਹੈਗਾ, ਤੇ ਮੈਨੂੰ ਇੱਕ ਸੱਦਾ ਆਇਆ 3/10/2022 ਨੂੰ ਗੁਰੂ ਰਾਮਦਾਸ ਗੁਰਪੁਰਬ ਤੇ ਵਾਸਤੇ ਮੀਟਿੰਗ ਵਾਸਤੇ ਜੀ। ਮੈਨੂੰ ਉੱਥੇ ਜਾ ਕੇ ਕਿਸੇ ਨੇ ਮੈਨੂੰ ਇਨਫੋਰਮ ਕੀਤਾ ਜੀ ਬੇਦੀ ਸਾਹਿਬ ਤੁਹਾਡੀ ਕੰਪਲੇਂਟ ਦੇ ਉੱਤੇ ਸਬ ਕਮੇਟੀ ਬਣ ਗਈ ਤੇ ਅੱਜ ਉਹਨਾਂ ਦੀ 4 ਵਜੇ ਮੀਟਿੰਗ ਹੈ। ਚਲੋ ਮੈਂ ਗੁਰੂ ਰਾਮਦਾਸ ਗੁਰਪੁਰਬ ਦੀ ਮੀਟਿੰਗ ਅਟੈਂਡ ਕੀਤੀ। ਹਰਜਾਪ ਸਿੰਘ ਜੀ ਤੇ ਮਹਿਤਾ ਸਾਹਿਬ ਉਸ ਵੇਲੇ ਉਸ ਮੀਟਿੰਗ 'ਚ ਗੁਰਪੁਰਬ ਦੀ ਮੀਟਿੰਗ 'ਚ ਸ਼ਾਮਲ ਸੀ। ਮੈਂ ਥੋੜੀ ਮੇਰੀ ਉਤਸੁਕਤਾ ਵੱਧ ਗਈ, ਮੈਂ ਉਹਨਾਂ ਨੂੰ ਵਾਚ ਕਰਦਾ ਰਿਹਾ। ਉਹ 4 ਵਜੇ ਦੀ ਬਜਾਏ 5:30 ਵਜੇ ਮੀਟਿੰਗ 'ਚੋਂ ਨਿਕਲੇ ਤੇ ਮੈਂ ਉਹਨਾਂ ਦੇ ਮਗਰ ਸੀ। ਉਹ ਆਪਣੇ ਸਿੱਖਿਆ ਸਕੱਤਰ ਜਿਹੜੇ ਸੁਖਮਿੰਦਰ ਸਿੰਘ ਜੀ ਨੇ ਉਹਨਾਂ ਦੇ ਕਮਰੇ 'ਚ ਐਂਟਰ ਕਰ ਗਏ, ਨਾਲ ਉਹਨਾਂ ਦੇ ਡਿਪਟੀ ਡਾਇਰੈਕਟਰ ਚਲੇ ਗਈ, ਨਾਲ ਬੀਬੀ ਚਰਨਜੀਤ ਕੌਰ ਉੱਥੇ ਮੌਜੂਦ ਸੀ, ਉਹ ਵੀ ਚਲੇ ਗਈ। ਲੇਕਿਨ ਉਸ ਸਬ ਕਮੇਟੀ ਨੇ ਕੀ ਕੀਤਾ ਕੀ ਨਹੀਂ ਕੀਤਾ ਉਹ ਵੀ ਮੈਨੂੰ ਹੁਣ ਤੱਕ ਨਹੀਂ ਪਤਾ ਲੱਗਾ। ਓਕੇ, ਮਤਲਬ ਕੋਈ ਕੀ ਡਿਸੀਜਨ ਲਿੱਤਾ, ਕੀ ਅੰਦਰ ਗੱਲਬਾਤ ਹੋਈ? ਬਿਕੋਜ਼ ਤੁਹਾਨੂੰ ਬੁਲਾਇਆ ਨਹੀਂ, ਕੰਪਲੇਨੈਂਟ ਤਾਂ ਉੱਥੇ ਹੈ ਹੀ ਨਹੀਂ, ਕੰਪਲੇਨੈਂਟ ਹੈ ਹੀ ਨਹੀਂ, ਤੇ ਉਹਨੂੰ ਪਤਾ ਉਹ ਜਿਹੀ ਸਬ ਕਮੇਟੀ ਦਾ ਵੀ ਕੋਈ ਫਾਇਦਾ ਨਹੀਂ ਹੈ। ਮਤਲਬ ਸੰਗਤ ਜੀ, ਅਗਰ ਇਹ ਮੈਂ ਤੁਹਾਨੂੰ ਦੱਸ ਦੇਣਾ ਕਿਉਂ ਇਹ ਕਮੇਟੀ ਬਣਾਈ ਗਈ ਹੋਏਗੀ ਕਿ ਬਾਅਦ ਦੇ ਵਿੱਚ ਅਗਰ ਇਹ ਕੋਈ ਆਬਜੈਕਸ਼ਨ ਕਰਦੇ ਨੇ ਜਾਂ ਫਿਰ ਤੋਂ ਕੇਸ ਕਰਦੇ ਨੇ ਤਾਂ ਐਸਜੀਪੀਸੀ ਕੋਲ ਇੱਕ ਦਸਤਾਵੇਜ਼ ਹੋਗਾ ਜਿਸ ਦੇ ਵਿੱਚ ਓਬਵੀਅਸਲੀ ਇਹਨਾਂ ਕੋਲ ਦਸਤਾਵੇਜ਼ ਉਹ ਨਹੀਂ ਹੋਣਾ, ਪਰ ਉਹਨਾਂ ਕੋਲ ਹੋਣਾ ਆ ਵੀ ਆਹ ਦੇਖੋ ਜੀ ਅਸੀਂ ਸਬ ਕਮੇਟੀ ਬਣਾਈ ਸੀ, ਆਹ ਦੇਖੋ ਜੀ ਆਹ ਮੈਂਬਰ ਸੀਗੇ, ਆਹ ਦੇਖੋ ਜੀ ਆਹ ਕੰਪਲੇਨੈਂਟ ਸੀਗਾ ਤੇ ਆਹ ਵਿਕਟਮ ਸੀਗਾ, ਵਟ ਐਵਰ। ਠੀਕ ਹੈ, ਉਹ ਇਹ ਖੇਡਾਂ ਖੇਡਦੇ ਨੇ ਹੁਣ ਅੰਦਰ ਆਪਣੇ ਆਪ ਹੀ ਕਰਕੇ, ਠੀਕ ਹੈ ਨਾ, ਤੇ ਆਪ ਹੀ ਉਸ ਚੀਜ਼ ਨੂੰ ਤੋੜਤਾ। ਮੈਂ ਜਿਹੜੀ ਕੰਪਲੇਂਟ ਦਿੱਤੀ ਸੀ ਉਹਦੇ ਵਿੱਚ ਮੈਂ ਆਰਟੀਆਈ ਦੇ ਥਰੂ ਸਬੂਤ ਲਏ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ। ਕੁਝ ਸਬੂਤ ਉਹਦੇ ਕੋਲੋਂ ਲਏ, ਕੁਝ ਵਿਜੀਲੈਂਸ ਡਿਪਾਰਟਮੈਂਟ ਕੋਲੋਂ ਲਏ, ਕੁਝ ਜੇਲ੍ਹ ਡਿਪਾਰਟਮੈਂਟ ਕੋਲੋਂ ਲਏ ਜੀ। ਉਹਨਾਂ ਨੇ, ਕਿਉਂਕਿ ਮੈਨੂੰ ਆਲਰੇਡੀ ਜ਼ੁਬਾਨੀ ਕਲਾਮੀ ਪਤਾ ਸੀ, ਜਿਸ ਕਰਕੇ ਮੈਂ ਉਹ ਆਰਟੀਆਈਆਂ ਪਾਈਆਂ। ਇਹਨਾਂ ਬੀਬੀ ਚਰਨਜੀਤ ਕੌਰ ਨੂੰ 83 ਨੰਬਰ ਆਰਡਰ ਦੇ ਥਰੂ 8/4/2005 ਮੇਰੇ ਕੋਲ ਇਹ ਲੈਟਰ ਦੀ ਕਾਪੀ ਆ ਜੀ, ਇਹਦੇ ਥਰੂ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੇ ਸਸਪੈਂਡ ਕੀਤਾ ਉਹਨਾਂ ਨੂੰ। ਠੀਕ ਹੈ ਜੀ, ਕਿਉਂਕਿ ਉਹਨਾਂ ਦਾ ਵਿਹਾਰ ਬਹੁਤ ਮਾੜਾ ਸੀ, ਸਕੂਲ 'ਚੋਂ ਗੈਰ ਹਾਜ਼ਰ ਵੀ ਰਹਿੰਦੇ ਸੀ, ਮੈਂ ਸ਼ਾਰਟ 'ਚ ਦੱਸ ਰਿਹਾ। ਉਸ ਤੋਂ ਬਾਅਦ ਇਹਨਾਂ ਨੂੰ ਇੱਕ ਆਲਮੋਸਟ ਸਾਲ ਬਾਅਦ ਬੀਬੀ ਕਿਰਨਜੋਤ ਕੌਰ ਤੇ ਖੁਸ਼ਵਿੰਦਰ ਸਿੰਘ ਭਾਟੀਆ ਦੀ ਸਬ ਕਮੇਟੀ ਨੇ ਜੀ ਇਹਨਾਂ ਨੂੰ ਬਹਾਲ ਕਰ ਦਿੱਤਾ ਤੇ ਇਹਨਾਂ ਦੀ ਜਿਹੜੀ ਉਸ ਪੀਰੀਅਡ ਨੂੰ ਬਿਨਾਂ ਤਨਖਾਹ ਛੁੱਟੀ ਮੰਨ ਕੇ ਇਹਨਾਂ ਨੂੰ ਬਹਾਲ ਕਰਤਾ। ਠੀਕ ਹੈ ਜੀ। ਇਸ ਤੋਂ ਬਾਅਦ ਇਹਨਾਂ ਨੇ, ਮਤਲਬ ਇਹ ਵੀ 2 ਮਹੀਨੇ ਦਾ ਡਿਸਟੈਂਸ ਜੀ, ਮੁਅੱਤਲੀ ਤੋਂ ਬਹਾਲੀ ਤੋਂ 2 ਮਹੀਨੇ ਦੇ ਵਿੱਚ ਇਹਨਾਂ ਨੂੰ ਉਹਨਾਂ ਨੇ ਗ੍ਰੇਡ ਲਾਤਾ, ਇਨਕਰੀਮੈਂਟ ਵੀ ਲਾਤਾ ਸੰਗਤ ਜੀ। ਅੱਛਾ, ਉਸ ਜਿਹੜੀ ਚਿੱਠੀ ਮੇਰੇ ਕੋਲ ਬਕਾਇਦਾ ਆਰਟੀਆਈ ਨਾਲ ਆਈ, ਉਹਦੇ ਵਿੱਚ ਲਿਖਿਆ ਕਿ ਬੀਬੀ ਚਰਨਜੀਤ ਕੌਰ ਗੁਰੂ ਨਾਨਕ ਪਬਲਿਕ ਸਕੂਲ ਟਾਊਨ ਹਾਲ, ਕਿਉਂਕਿ ਇਹਨਾਂ ਦੀ ਟਰਾਂਸਫਰ ਟਾਊਨ ਹਾਲ ਹੋ ਗਈ ਸੀ, ਤੇ ਆਪਣੀ ਦਰਖਾਸਤ ਰਾਹੀਂ ਬਿੱਲ ਮੁਕਤਾ ਤਨਖਾਹ ਵਿੱਚ ਵਾਧਾ ਕਰਨ ਦੀ ਮੰਗ ਤੇ ਆਧਾਰਪੁਰ ਮੰਗ ਬਿੱਲ ਮੁਕਤਾ ਦੀ ਕਰ ਰਹੀ, ਲੰਪਸਮ ਅਮਾਉਂਟ ਦੇ ਵਾਧਾ ਕਰਨ ਦੀ ਕਰ ਰਹੀ ਹੈ। ਲੇਕਿਨ ਇਹਨਾਂ ਨੇ ਕੀ ਕੀਤਾ, 4250 10,100 ਦਾ ਗ੍ਰੇਡ ਹੀ ਲਾਤਾ। ਮਤਲਬ 4200 ਰੁਪਏ ਤਨਖਾਹ ਸੀਗੀ ਤੇ ਉਹ ਸਿੱਧੀ 10,000 ਕਰਤੀ। ਮਤਲਬ ਜਿਹੜੀਆਂ ਪਿੱਛੇ ਤਨਖਾਹਾਂ ਨਹੀਂ ਮਿਲੀਆਂ, ਮਤਲਬ ਬਿੱਲ ਹੀ ਬੈਠੀ ਰਹੀ ਹੈ, ਸਸਪੈਂਡ ਹੋਈ ਹੈ, ਉਹ ਵੀ ਵਿਆਜ ਦੇ ਨਾਲ ਇਕੱਠੀ ਵਾਪਸ ਕਰਤੀ। ਖੈਰ, ਜਿੰਨਾ ਮਤਲਬ ਨੁਕਸਾਨ ਉਹ ਬਿਨਾਂ ਛੁੱਟੀ ਵਾਲੇ ਸਾਲ 'ਚ ਹੋਇਆ, ਉਹ ਇਹਨਾਂ ਨੇ, ਕਿਉਂਕਿ ਇਹਨਾਂ ਦੀ ਤਨਖਾਹ ਜਦੋਂ ਸਸਪੈਂਡ ਹੋਏ 4000 ਸੀ, ਇਹਨਾਂ ਨੇ ਉਹ ਗ੍ਰੇਡ ਲਾ ਕੇ ਉਹਨਾਂ ਦੀ ਤਨਖਾਹ 10,000 ਤੋਂ ਪਲੱਸ ਹੋ ਗਈ। ਇਸ ਤੋਂ ਇਲਾਵਾ ਇੱਕ ਕੇਸ ਮੈਂ ਹੋਰ ਵੀ ਲਾਇਆ ਸੀ, ਜਦੋਂ ਇਹਨਾਂ ਦੀ ਐਮਬੈਜ਼ਲਮੈਂਟ ਦਾ ਕੇਸ ਸੀ, ਇੱਕ ਅਖਬਾਰ 'ਚ ਆਇਆ ਟ੍ਰਿਬਿਊਨ 'ਚ, ਉਹ ਵੀ ਨਾਲ ਲਾਇਆ, ਲੇਕਿਨ ਕੋਈ ਅਸਰ ਨਹੀਂ ਜੀ। ਫਿਰ ਮੈਂ ਇਹ ਪਤਾ ਕੀਤਾ ਕਿ ਇਹਨਾਂ ਨੂੰ ਇੰਨੇ ਬੈਨੀਫਿਟ, ਮਤਲਬ ਮੈਂ ਕੁਝ ਬੈਨੀਫਿਟ ਨਹੀਂ ਬੋਲਦਾ ਪਿਆ, ਮੈਂ ਲੈਟਰ 'ਚ ਲਿਖੇ ਹੋਏ ਨੇ, ਸੈਣੀ ਸਾਹਿਬ ਵੀ ਪੜ੍ਹ ਲੈਣਗੇ, ਬੇਇੰਤਹਾ ਛੁੱਟੀਆਂ ਟਰਾਂਸਫਰਾਂ 3 ਕੀਤੀਆਂ 5 ਦਿਨਾਂ ਦੇ ਵਿੱਚ। ਇੱਕ ਟਰਾਂਸਫਰ ਕਰਵਾਉਣੀ ਸ਼੍ਰੋਮਣੀ ਕਮੇਟੀ 'ਚੋਂ ਔਖੀ ਹੋ ਜਾਂਦੀ ਹੈ। 3 ਟਰਾਂਸਫਰਾਂ 5 ਦਿਨਾਂ 'ਚ ਕੀਤੀਆਂ। ਓਕੇ, ਉਹ ਟਰਾਂਸਫਰਾਂ ਦਾ ਵੀ ਮੇਰੇ ਕੋਲ ਡਿਟੇਲ ਆ ਗਈ, ਜ਼ੁਬਾਨੀ ਕਲਾਮੀ, ਮੈਨੂੰ ਰੈਫਰੈਂਸ ਹੈਗੀ ਆ। ਜਿਸ ਬੰਦੇ ਨੇ ਮੈਨੂੰ ਦਿੱਤਾ ਉਹ ਕਹਿੰਦਾ ਜੀ ਤੁਹਾਨੂੰ ਜਦੋਂ ਜੇ ਮੰਗਣਗੇ ਤਾਂ ਤੁਹਾਨੂੰ ਮੈਂ ਦੇ ਦਿਆਂਗਾ ਕਾਗਜ਼ ਜੀ। ਫਿਰ ਮੈਂ ਉਸ ਤੋਂ ਇਲਾਵਾ ਮੇਰੇ ਮਨ 'ਚ ਇਹ ਰਿਹਾ ਕਿ ਇਹਨਾਂ ਨੂੰ ਕੌਣ ਸਪੋਰਟ ਕਰਦਾ ਹੈ। ਜ਼ਰੂਰ ਇੰਨੀ ਸਪੋਰਟ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੋਂ ਬਿਨਾਂ ਮਿਲ ਨਹੀਂ ਸਕਦੀ। ਬਿਲਕੁਲ, ਨਾਰਮਲ EMPLOYE ਨੂੰ ਇੰਨਾ ਕੁਝ ਨਹੀਂ ਮਿਲ ਸਕਦਾ। ਫਿਰ ਮੈਂ ਵਿਜੀਲੈਂਸ ਨੂੰ ਲੈਟਰ ਲਿਖੀ,
ਵਿਜੀਲੈਂਸ ਤੋਂ ਆਰਟੀਆਈ 'ਚ ਸਬੂਤ ਮੰਗਵਾਇਆ। ਗੁਸਤਾਖੀ ਮਾਫ, ਮੈਂ ਉਹਨਾਂ ਬਜ਼ੁਰਗਾਂ ਦਾ ਨਾਂ ਲੈ ਰਿਹਾ ਕਿਉਂਕਿ ਮੈਂ ਮਜਬੂਰ ਹੋ ਗਿਆ 2018 ਤੋਂ 2023 ਤੱਕ। ਇਹ ਇੱਕ ਵਿਜੀਲੈਂਸ ਡਿਪਾਰਟਮੈਂਟ ਨੇ 420, 467, 468, 471 ਦੇ ਅੰਡਰ ਇੱਕ ਕੇਸ ਕੀਤਾ ਸਰਦਾਰ ਆਪਣਾ ਕੇਸ ਸ਼ੇਖਵਾਂ ਸਾਹਿਬ ਤੇ, ਸੇਵਾ ਸਿੰਘ ਸ਼ੇਖਵਾਂ। ਓਕੇ। ਉਸ ਕੇਸ ਦੇ ਵਿੱਚ ਇਹਨਾਂ ਦਾ ਹਸਬੈਂਡ ਵੀ ਇਨਵੋਲਵ ਸੀ, ਬੀਬੀ ਚਰਨਜੀਤ ਕੌਰ ਦਾ। ਮੈਂ ਕਲੀਅਰ ਕਰ ਦਿਆਂ ਜੀ, ਬੀਬੀ ਚਰਨਜੀਤ ਕੌਰ ਦਾ ਹਸਬੈਂਡ ਸਰਦਾਰ ਹਰਜਿੰਦਰ ਸਿੰਘ ਉਸ ਕੇਸ 'ਚ ਉਹਨਾਂ ਦਾ ਸ਼ੇਖਵਾਂ ਸਾਹਿਬ ਦਾ ਪੀਏ ਸੀ ਜਾਂ ਸਾਥੀ ਸੀ ਜਾਂ ਵਟਸੋਐਵਰ। ਮੇਰੇ ਕੋਲ ਬਕਾਇਦਾ ਫਿਰ ਮੈਂ ਕੋਰਟ ਕੇਸ, ਕਿਉਂਕਿ ਇਹ 2002 'ਚ ਫਾਈਲ ਹੋਇਆ, ਮੈਂ ਕੋਰਟ ਚੋਂ ਕੇਸ ਦੀ ਕਾਪੀ ਮੰਗਵਾਈ ਜੀ। ਉਹਦੇ ਵਿੱਚ ਵੀ ਬਕਾਇਦਾ ਸੇਵਾ ਸਿੰਘ ਸ਼ੇਖਵਾਂ ਜੀ ਤੇ ਹਰਜਿੰਦਰ ਸਿੰਘ ਜੀ, ਇਹਨਾਂ ਦੋਨਾਂ ਦਾ ਨਾਂ ਆਇਆ। ਮੇਰੇ ਕੋਲ ਫਸਟ ਪੇਜ ਦੀ ਕਾਪੀ ਆ, ਪੂਰੀ ਰਿਪੋਰਟ ਵੀ ਮੇਰੇ ਕੋਲ ਪਈ ਆ ਜੀ। ਫਿਰ ਮੈਂ ਇਹ ਪਤਾ ਕੀਤਾ ਕਿ ਇਹਨਾਂ ਨੂੰ, ਕਿਉਂਕਿ ਜਿੰਨੇ ਬੈਨੀਫਿਟ ਦਿੱਤੇ ਗਏ ਜਿਸ ਦੌਰਾਨ ਦਿੱਤੇ ਗਏ, ਉਸ ਦੌਰਾਨ ਦਿੱਤੇ ਗਏ ਜਦੋਂ ਉਸ ਕੇਸ ਦੇ ਅੰਡਰ ਸਰਦਾਰ ਹਰਜਿੰਦਰ ਸਿੰਘ ਹੋਣਾ ਨੂੰ ਜੇਲ੍ਹ ਜਾਣਾ ਪੈ ਗਿਆ ਗੁਰਦਾਸਪੁਰ ਦੇ ਵਿੱਚ, ਗੁਰਦਾਸਪੁਰ ਜੇਲ੍ਹ 'ਚ ਜੀ। ਉਹ ਜਿਹੜੇ 4 ਮਹੀਨੇ ਉਹ ਰਹੇ, ਉਹ 4 ਮਹੀਨਿਆਂ 'ਚ ਇਹਨਾਂ ਨੂੰ ਬੇਇੰਤਹਾ ਬੈਨੀਫਿਟ ਦਿੱਤੇ। ਤਨਖਾਹ ਦਾ ਮੈਂ ਤੁਹਾਨੂੰ ਦੱਸਤਾ ਕਿ ਵਾਅਦਾ ਕਰਤਾ, ਨਵਾਂ ਸਕੂਲ ਬਣਾ ਕੇ 1 ਕਰੋੜ ਨਾਲ, ਅਰਾਊਂਡ ਅਬਾਊਟ 1 ਕਰੋੜ, ਕਿਉਂਕਿ 25-30 ਕਮਰੇ ਨੇ, ਬਹੁਤ ਵਧੀਆ ਸਕੂਲ ਹੈ। 1 ਕਰੋੜ ਬਣਾ ਕੇ ਇਹਨਾਂ ਨੂੰ ਇੰਡੀਪੈਂਡੈਂਟ ਪ੍ਰਿੰਸੀਪਲ ਬਣਾ ਦਿੱਤਾ। ਵਾਹ। ਕਿੱਥੇ ਉਹ ਸੁਪਰਵਾਈਜ਼ਰ ਸਸਪੈਂਡਡ ਤੇ ਕਿੱਥੇ ਉਹਨਾਂ ਨੂੰ ਮਤਲਬ ਫਟਾਫਟ ਉਹਨਾਂ 5-4 ਮਹੀਨਿਆਂ 'ਚ ਬੈਨੀਫਿਟ ਦੇ ਦਿੱਤਾ। ਮੈਂ ਇੱਕ ਮਿੰਟ ਸੰਗਤ ਜੀ, ਮੈਂ ਤੁਹਾਨੂੰ ਕਹਿਣਾ ਚਾਹਾਂਗਾ ਵੀ ਇਹ ਚੀਜ਼ਾਂ ਸੁਣ ਕੇ ਤੁਹਾਨੂੰ ਵੀ ਹੈਰਾਨੀ ਹੋਏਗੀ, ਇਹ ਇੱਕ ਕੇਸ ਦੀ ਗੱਲ ਨਹੀਂ ਹੈਗੀ। ਇਹ ਅਸੀਂ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੇ ਵੀ ਬੰਦੇ ਉੱਥੇ ਮਤਲਬ ਕਰੈਕਟਰ ਤੋਂ ਮਾੜੇ ਨੇ ਜਾਂ ਗੁੰਡਾ ਪ੍ਰਵਿਰਤੀ ਦੇ ਨੇ, ਜਾਂ ਕਹਿ ਸਕਦੇ ਵੀ ਇਹਨਾਂ ਦੇ ਮੈਂਬਰਾਂ ਦੇ ਨਾਲ ਜਿਹਨਾਂ ਦੇ ਸਿੱਧੇ ਉੱਚੇ ਲਿੰਕ ਨੇ, ਫਿਰ ਉਹ ਜਿਹੜੇ ਹੈਗੇ ਨੇ ਉਹਨਾਂ ਨੂੰ ਇਹ ਇੱਦਾਂ ਤਰੱਕੀਆਂ ਦਿੰਦੇ ਨੇ। ਫਿਰ ਧਾਮੀ ਸਾਹਿਬ ਕਹਿੰਦੇ ਸਾਡੇ ਕੋਲ ਫੰਡ ਨਹੀਂ ਹੈ। ਇਹਨਾਂ ਵਾਸਤੇ ਫੰਡ ਕਿੱਥੋਂ ਆ ਜਾਂਦੇ ਨੇ? ਗਰੀਬਾਂ ਨੂੰ ਤਾਂ ਤੁਸੀਂ ਮਤਲਬ 1 ਨੰਬਰ ਦਾ ਗ੍ਰੇਡ ਨਹੀਂ, 1 ਗ੍ਰੇਡ ਨਹੀਂ ਦੇ ਸਕਦੇ, ਇਹਨਾਂ ਨੂੰ ਦੋਹਰੇ ਗ੍ਰੇਡ ਦੇ ਕੇ। ਅੱਜ ਦਾ ਹੁਣ ਬੀਬੀ ਹਰਜੀਤ ਕੌਰ ਦਾ ਚੱਕ ਕੇ ਦੇਖ ਲਿਓ, ਜਿਹੜੇ ਤਲਵੇ ਚੱਟ ਸੀ ਸਿਰਫ ਉਹਨਾਂ ਨੂੰ ਗ੍ਰੇਡ ਦਿੱਤੇ ਆ ਉਹਨੇ, ਜਿਹੜੇ ਅਸਲ ਕੰਮ ਕਰਨ ਵਾਲੇ ਆ ਉਹਨਾਂ ਨੂੰ ਦੁੱਧ 'ਚ ਮੱਖੀਆਂ ਕੱਢ ਕੇ ਉਹਨੇ ਬਾਹਰ ਮਾਰਿਆ। ਰਿਪੋਰਟ ਮੇਰੇ ਕੋਲ ਵੀ ਸਾਰੀ ਪਹੁੰਚੀ ਆ। ਤੇ ਉਹੀ ਹਾਲ ਇੱਥੇ ਆ, ਜਿਹੜੇ ਸਸਪੈਂਡ ਹੋਏ, ਜਿਹਨਾਂ ਦੇ ਉੱਤੇ ਪਰਚੇ ਆ, ਜਿਹਨਾਂ ਨੇ ਜੇਲ੍ਹਾਂ ਕੱਟੀਆਂ, ਉਹਨਾਂ ਦੇ ਪਿੱਛੇ ਲੱਗੇ ਹੋ, ਉਹਨਾਂ ਨੂੰ ਤੁਸੀਂ ਤਰੱਕੀਆਂ। ਵਾਹ। ਕਿਉਂਕਿ ਜੇ ਇਹੋ ਜਿਹਾ ਕੇਸ ਕਿਤੇ ਗਵਰਨਮੈਂਟ ਦੇ ਵਿੱਚ ਹੋਇਆ ਹੁੰਦਾ ਤਾਂ ਪ੍ਰਮੋਸ਼ਨ ਨਹੀਂ ਸੀ ਹੋ ਸਕਦੀ, ਕਾਫੀ ਦੇਰ ਤੱਕ ਨਹੀਂ ਸੀ ਹੁੰਦੀ। ਬਿਲਕੁਲ ਬਿਲਕੁਲ। ਇਸ ਤੋਂ ਇਲਾਵਾ ਮੈਂ ਇੱਕ ਹੋਰ ਕੇਸ ਵੀ ਦੱਸਾਂਗਾ ਜਿਹਦੇ ਵਿੱਚ ਸਾਰੇ ਐਸਜੀਪੀਸੀ ਦੇ EMPLOYEES ਨੂੰ ਦਾ ਪ੍ਰੋਵੀਡੈਂਟ ਫੰਡ ਜਿਹੜਾ ਉਹ ਗਲਤ ਤਰੀਕੇ ਨਾਲ ਹੈਂਡਲ ਕੀਤਾ ਜਾ ਰਿਹਾ। ਇਹਨਾਂ ਦਾ ਪ੍ਰੋਵੀਡੈਂਟ ਫੰਡ ਟਰਸਟ ਆਪਣਾ ਬਣਿਆ ਹੋਇਆ ਜੀ, ਜਿਹੜਾ ਕਿ ਲੀਗਲ ਤੌਰ ਦੇ ਉੱਤੇ ਗਲਤ ਹੈਗਾ ਜੀ। ਉਹਦਾ ਮੈਂ ਤੁਹਾਨੂੰ ਇੱਕ ਸਟੈਪ ਦੱਸ ਦਿੰਦਾ। ਜਿਸ ਵੇਲੇ ਵੀ ਕੋਈ ਕੰਪਨੀ, ਕੋਈ ਵੀ ਸੰਸਥਾ ਪ੍ਰੋਵੀਡੈਂਟ ਫੰਡ ਟਰਸਟ ਬਣਾਉਂਦੀ ਆ, ਉਹਨੂੰ ਸਭ ਤੋਂ ਪਹਿਲਾਂ ਰਜਿਸਟਰ ਕਰਵਾਉਣਾ ਪੈਂਦਾ ਹੈ ਇਨਕਮ ਟੈਕਸ ਕੋਲ। ਬਿਲਕੁਲ, ਇਨਕਮ ਟੈਕਸ ਡਿਪਾਰਟਮੈਂਟ। ਇਨਕਮ ਟੈਕਸ ਡਿਪਾਰਟਮੈਂਟ ਤੋਂ ਬਾਅਦ ਫਿਰ ਉਸ ਟਰਸਟ ਨੂੰ EPFO ਦੇ ਵਿੱਚ ਰਜਿਸਟਰ ਕਰਵਾ ਕੇ ਜਾਂ ਤੇ ਉਹ ਐਗਜ਼ੈਂਪਸ਼ਨ ਲੈ ਲੈਂਦਾ, ਜਾਂ ਉਹ ਪ੍ਰੋਵੀਡੈਂਟ ਫੰਡ ਜਿਹੜਾ ਉਹ ਗੌਰਮੈਂਟ ਕੋਲ ਜਾਂ EPFO ਦੇ ਦਫ਼ਤਰ 'ਚ ਜਮ੍ਹਾਂ ਕਰਾਉਣਾ ਸ਼ੁਰੂ ਕਰ ਦਿੰਦਾ ਜੀ। ਇਹਨਾਂ ਨੇ ਸਿਰਫ ਇੱਕ ਸਟੈਪ ਇਨਕਮ ਟੈਕਸ ਕੋਲ ਰਜਿਸਟਰ ਕਰਵਾਤਾ। ਉਹਦਾ ਮੇਰੇ ਕੋਲ ਬਕਾਇਦਾ ਇਹਨਾਂ ਦੇ ਸਰਵਿਸ ਰੂਲਸ ਦੀਆਂ ਕਾਪੀਆਂ ਪਈਆਂ ਹੋਈਆਂ ਨੇ ਜੀ, ਉਹ ਵੀ ਮੈਂ ਤੁਹਾਨੂੰ ਫੋਟੋ ਕਾਪੀਆਂ ਦੇ ਦਿਆਂਗਾ ਜੀ ਜੀ। ਉਸ ਤੋਂ ਅਗਲਾ ਸਟੈਪ ਹੀ ਨਹੀਂ ਲਿਆ। ਹੁਣ ਦੇਖੋ ਮੇਰੇ ਕੋਲ ਫਿਰ ਮੈਂ RTI ਮੈਂ ਕੰਪਲੇਂਟ ਪਾਈ, ਕਿਉਂਕਿ ਮੈਨੂੰ ਪ੍ਰੋਵੀਡੈਂਟ ਫੰਡ ਪਹਿਲਾਂ ਮਿਲਦਾ ਨਹੀਂ ਸੀ ਰਿਹਾ। ਮੈਂ ਤੁਹਾਨੂੰ ਦੱਸਿਆ ਕਿ ਮੈਨੂੰ ਪ੍ਰੋਵੀਡੈਂਟ ਫੰਡ ਜਿਹੜਾ ਉਹ 126 ਦਿਨ ਬਾਅਦ ਮਿਲਿਆ, EPFO ਨੂੰ ਕੰਪਲੇਂਟ ਕਰਨ ਤੋਂ ਬਾਅਦ, ਉਹਨਾਂ ਦੀ ਲੈਟਰ ਇਹਨਾਂ ਨੂੰ ਲਿਖਣ ਤੋਂ ਬਾਅਦ। ਅੱਛਾ, ਇਸ ਸਾਰੇ ਸਿਸਟਮ 'ਚ ਮੈਂ ਫਿਰ ਇਹਨਾਂ ਦੇ ਗ੍ਰੈਜੂਟੀ ਦੀ ਤੁਹਾਨੂੰ ਲੇਟ ਦਿੱਤੀ ਗਈ ਸੀ। ਹਾਂ, ਗ੍ਰੈਜੂਟੀ ਵੀ ਦਿੱਤੀ। ਉਹ ਕੇਸ ਇੱਕ ਅਲੱਗ ਮੈਂ ਤੁਹਾਨੂੰ ਦੱਸਿਆ। ਹਾਂ। ਗ੍ਰੈਜੂਟੀ ਦਾ ਮੈਂ ਅਲਟੀਮੇਟਲੀ ਲੇਬਰ ਡਿਪਾਰਟਮੈਂਟ ਕੋਲ ਚਲਾ ਗਿਆ, ਕਿਉਂਕਿ ਇਹਨਾਂ ਨੇ 208 ਦਿਨ ਲੇਟ ਦਿੱਤੀ। ਔਰ ਮੈਂ ਵਿਦ ਦਾ ਗ੍ਰੇਸ ਆਫ ਗੋਡ ਕਹਿ ਲਓ ਜਾਂ ਸਰਕਾਰੀ ਅਫਸਰ ਮੈਨੂੰ ਬਹੁਤ ਚੰਗਾ ਮਿਲ ਗਿਆ, ਉਹਨੇ ਮੈਨੂੰ 208 ਦਿਨ ਦੀ ਗ੍ਰੈਜੂਟੀ ਦਾ ਟਰਸਟ ਦਵਾਇਆ ਇਹਨਾਂ ਕੋਲੋਂ, ਜਿਹੜਾ ਅਰਾਊਂਡ ਅਬਾਊਟ 50,000 ਦੇ ਕਰੀਬ ਸੀ।
ਅੱਛਾ, ਇੰਟਰਸਟ ਇਹਨਾਂ ਨੂੰ ਦੇਣਾ ਪਿਆ 208 ਦਿਨ ਦਾ। ਬਕਾਇਦਾ ਉਹਦੇ ਵਿੱਚ ਇੱਕ ਕਲੌਜ਼ ਹੈਗੀ ਆ ਜੀ ਕਿ ਕਿਸੇ ਵੀ EMPLOYEE ਦੀ ਗ੍ਰੈਚੁਇਟੀ ਤੁਸੀਂ ਵਿਦਨ 30 ਡੇਜ਼ ਤੁਸੀਂ ਪੇ ਕਰਨੀ ਹੈ। ਅਗਰ ਲੇਟ ਹੁੰਦੇ ਹੋ ਤੇ ਉਹ ਪਹਿਲੇ 30 ਡੇਜ਼ ਵੀ ਇਨਕਲੂਡ ਕਰਕੇ ਤੁਹਾਨੂੰ ਜਿੰਨੀ ਡਿਲੇ ਕੀਤਾ ਜਾਵੇ ਉਹਦਾ 9% ਇੰਟਰਸਟ ਮਿਲਦਾ। ਸੰਗਤ ਜੀ, ਜਿਹਨਾਂ ਦੀ ਗ੍ਰੈਜੂਏਟੀ ਵਗੈਰਾ ਇਹਨਾਂ ਨੇ ਠੱਪ ਕੀਤੀ ਆ, ਸਿੰਘ ਸਾਹਿਬ ਦੱਸ ਰਹੇ ਨੇ ਬੇਦੀ ਜੀ, ਤੇ ਜੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਲੇਟ ਦਿੱਤੀ ਤੁਸੀਂ ਕੇਸ ਕਰ ਸਕਦੇ ਹੋ ਵਿਦ ਇੰਟਰਸਟ, ਇਹਨਾਂ ਨੂੰ ਦੇਣੀ ਪਊਗੀ। ਜੇ ਤੁਹਾਨੂੰ ਲੇਟ ਦਿੱਤੀ ਵੀ ਹੈ ਤਾਂ ਤੁਸੀਂ ਫਿਰ ਵੀ ਕੇਸ ਕਰ ਸਕਦੇ ਹੋ ਵੀ ਇੰਨੇ ਦਿਨ ਸਾਨੂੰ ਲੇਟ ਦਿੱਤੀ ਗਈ, ਆ ਪ੍ਰੂਫ ਆ ਸਾਡੇ ਕੋਲ, ਇਹਨਾਂ ਤੋਂ ਇੰਟਰਸਟ ਲੈ ਸਕਦੇ ਹੋ ਤੁਸੀਂ। ਕਿਉਂਕਿ ਮੈਨੂੰ ਇੱਕ ਪੁਰਾਣੇ ਸਕੱਤਰ ਨੇ ਵੀ ਪੁੱਛਿਆ ਕਿ ਤੁਹਾਨੂੰ ਇਹ ਗ੍ਰੈਚੁਇਟੀ ਕਿਸ ਤਰ੍ਹਾਂ ਮਿਲੀ ਹੈ। ਮੈਂ ਕਿਹਾ ਜੀ ਬਕਾਇਦਾ ਟ੍ਰਾਂਸਫਰ ਹੋਈ ਹੈ ਮੇਰੇ ਅਕਾਊਂਟ 'ਚ। ਅੱਛਾ ਕਿ ਤੁਹਾਡੇ ਕੋਲ ਕੋਈ ਲੈਟਰ ਹੈਗੀ ਹੈ? ਮੈਂ ਕਿਹਾ ਜੀ ਸ਼੍ਰੋਮਣੀ ਕਮੇਟੀ ਨੰਬਰ 2 ਦੀ ਤੇ ਨਹੀਂ ਪੇਮੈਂਟ ਕਰਦੀ। ਮੈਂ ਕਿਹਾ ਮੇਰੇ ਕੋਲ ਲੈਟਰ ਵੀ ਹੈਗੀ ਆ, ਚਾਹੀਦੀ ਹੋਏਗੀ ਤੇ ਲੈ ਲੈਣਾ। ਉਸ ਤੋਂ ਇਲਾਵਾ ਫਿਰ ਪ੍ਰੋਵੀਡੈਂਟ ਫੰਡ ਡਿਪਾਰਟਮੈਂਟ 'ਚ, ਕਿਉਂਕਿ ਮੈਂ ਫਿਰ ਉਹ ਇੱਕ ਮਨ ਬਣਾ ਲਿਆ ਜੀ ਸੰਗਤ ਜੀ ਕਿ ਜਿਹੜਾ ਮੇਰਾ ਲਾਸ ਹੋਇਆ ਤਰੱਕੀ ਬੰਦ ਕਰਨ ਨਾਲ, ਜਿਹੜੀ ਗਲਤ ਤਰੱਕੀ ਬੰਦ ਕੀਤੀ, ਮੇਰੀ ਕੋਈ ਜਵਾਬ ਤਲਬੀ ਨਹੀਂ ਹੋਈ, ਮੈਨੂੰ ਕੋਈ ਕਾਰਨ ਨਹੀਂ ਦੱਸਿਆ, ਮੇਰੀ ਕੋਈ ਗਲਤੀ ਨਹੀਂ ਦੱਸੀ, ਮੈਂ ਫਿਰ ਇਸ ਢੰਗ ਨਾਲ ਆਪਣਾ ਲਾਸ ਪੂਰਾ ਕਰਨਾ ਸ਼ੁਰੂ ਕੀਤਾ। ਇਹਦੇ ਵਾਸਤੇ ਮੈਂ ਸੰਗਤ ਕੋਲੋਂ ਮਾਫੀ ਵੀ ਮੰਗ ਲੈਣਾ ਕਿ ਸ਼੍ਰੋਮਣੀ ਕਮੇਟੀ ਨਹੀਂ, ਤੁਸੀਂ ਕੋਈ ਗਲਤ ਥੋੜੀ ਕੀਤਾ, ਤੁਸੀਂ ਆਪਣਾ ਹੱਕ ਲਿੱਤਾ ਹੈ। ਇਹਨਾਂ ਦੇ ਪੈਸੇ ਪਏ ਹੋਏ ਨੇ, ਚਾਹੇ EPF ਹੈ ਚਾਹੇ ਗ੍ਰੈਚੁਇਟੀ ਹੈ, ਇਹਨਾਂ ਦੀ ਤਾਂ ਉਮਰ ਦੀ ਕਮਾਈ ਆ ਉਹ, ਜਿੱਥੇ 20-25 ਸਾਲ ਇਹਨਾਂ ਨੇ ਕੰਮ ਕੀਤਾ। ਉਹ ਅਗਰ ਇਹ ਦੱਬ ਕੇ ਬੈਠਣਗੇ, ਚਾਹੇ ਸਾਲ ਵਾਸਤੇ ਬੈਠਣ ਚਾਹੇ 6 ਮਹੀਨੇ ਵਾਸਤੇ ਬੈਠਣ, ਤਾਂ ਉਹਦੇ ਉੱਤੇ ਬਣਦਾ ਹੋਇਆ ਇੰਟਰਸਟ ਤਾਂ ਸਾਡਾ ਹੱਕ ਬਣਦਾ ਹੀ ਹੈ। ਇਹਨਾਂ ਨੇ ਉਹੀ ਕੀਤਾ, ਤੁਸੀਂ ਕਾਹਤੋਂ ਕਹਿ ਰਹੇ ਹੋ ਵੀ ਗਲਤੀ ਹੈ? ਅੱਛਾ, ਤੁਹਾਡਾ ਹੱਕ ਬਣਦਾ ਸੀ ਉਹ। ਕਿਉਂਕਿ ਪ੍ਰੋਵੀਡੈਂਟ ਫੰਡ ਦੇ ਵਿੱਚ ਜੀ ਇਹ ਕੀ ਕਰਦੇ ਨੇ, ਪ੍ਰੋਵੀਡੈਂਟ ਫੰਡ ਲੇਟ ਦਿੰਦੇ ਨੇ। ਪ੍ਰੋਵੀਡੈਂਟ ਫੰਡ ਦਾ ਇੰਟਰਸਟ ਜੋ ਗਵਰਨਮੈਂਟ ਡਿਕਲੇਅਰ ਕਰਦੀ ਹੈ ਉਸ ਤੋਂ ਘੱਟ ਦਿੰਦੇ ਨੇ 2-2%। ਮੇਰੇ ਕੋਲ ਰਿਕਾਰਡ ਹੈ, ਮੈਂ EPFO ਨੂੰ ਪਹਿਲੀ ਇਹਦੇ ਉੱਤੇ ਤਾਂ ਸਿੱਧਾ ਕੇਸ ਹੋ ਸਕਦਾ ਇਹਨਾਂ ਉੱਤੇ। ਮੈਂ ਕੇਸ ਕੀਤਾ ਹੋਇਆ ਜੀ। ਵੈਰੀ ਗੁੱਡ। ਮੈਂ ਇਸ ਵੇਲੇ ਪ੍ਰੋਵੀਡੈਂਟ ਫੰਡ ਡਿਪਾਰਟਮੈਂਟ 'ਚ ਕੇਸ ਕੀਤਾ ਹੋਇਆ। ਮੈਂ ਪ੍ਰੋਵੀਡੈਂਟ ਫੰਡ ਡਿਪਾਰਟਮੈਂਟ ਨੂੰ ਸਤੰਬਰ 10, 2021 ਨੂੰ ਲੈਟਰ ਲਿਖੀ ਸੀ ਜੀ। ਉਸ ਤੋਂ ਬਾਅਦ ਮੇਰੀ ਐਡੀ ਮੋਟੀ ਫਾਈਲ ਬਣ ਚੁੱਕੀ ਆ। ਪ੍ਰੋਵੀਡੈਂਟ ਫੰਡ ਡਿਪਾਰਟਮੈਂਟ ਜਿਹੜਾ ਉਹ ਜੋ ਮੈਨੂੰ ਮਹਿਸੂਸ ਹੁੰਦਾ ਕਿ ਬੜਾ ਨਰਮ ਚੱਲਦਾ ਪਿਆ, ਜਦੋਂ ਕਿ ਉਹਨਾਂ ਕੋਲ ਪਾਵਰਸ ਬਹੁਤ ਨੇ। ਪ੍ਰੋਵੀਡੈਂਟ ਫੰਡ ਨੂੰ ਮੈਂ ਇੱਕ RTI ਪਾਈ ਕਿ ਤੁਹਾਡਾ SGPC ਦਾ ਜਿਹੜਾ ਪ੍ਰੋਵੀਡੈਂਟ ਫੰਡ ਇੱਥੇ ਚੱਲਦਾ ਪਿਆ ਕੀ ਉਹ ਤੁਹਾਡੇ ਕੋਲ ਰਜਿਸਟਰਡ ਹੈ? ਉਹਨਾਂ ਨੇ ਮੈਨੂੰ ਇਹ RTI ਦਾ ਜਵਾਬ ਦਿੱਤਾ ਕਿ ਨਾ ਤੇ ਇਹ ਰਜਿਸਟਰਡ ਹੈ ਨਾ ਇਹ ਐਗਜ਼ੈਂਪਟਡ ਹੈ। ਔਰ ਥੱਲੇ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਕਿ ਡੈਲੀਬਰੇਸ਼ਨਸ ਫॉर ਕਵਰੇਜ ਆਫ SGPC ਅੰਡਰ EPF ਐਕਟ 1952 ਆਰ ਇਨ ਪ੍ਰੋਸੈਸ। ਮਤਲਬ ਕਿ ਅਸੀਂ ਡਿਸਕਸ਼ਨ ਕਰਦੇ ਪਏ ਆ SGPC ਸਾਰੀ ਨੂੰ ਇਹਦੇ ਅੰਡਰ ਲਿਆਉਣ ਲਈ, EPFO ਦੇ ਅੰਡਰ ਲਿਆਉਣ ਲਈ। ਚਲੋ ਮੈਂ ਇਹ ਤਾਂ ਵੀ ਕੀਤਾ ਕਿ ਮੇਰੇ ਨਾਲ ਜਿਹੜਾ ਨੁਕਸਾਨ ਹੋ ਗਿਆ, ਮੈਂ ਤੇ ਉਹ ਤੇ ਚਲੋ ਮੈਂ ਲੱਗਾ ਹੋਇਆ, ਸ਼ਾਇਦ ਬਾਬੇ ਦੀ ਮਿਹਰ ਨਾਲ ਮਿਲ ਜਾਏਗਾ। ਠੀਕ ਹੈ, ਅੱਧਾ ਮਿਲ ਚੁੱਕਾ ਤੇ ਕਿਸੇ ਹੋਰ ਦੇ ਲੈਵਲ ਤੇ ਚੱਲਣਾ ਪਵੇ, ਅੱਧਾ ਇਧਰੋਂ ਮਿਲ ਜਾਏਗਾ। ਲੇਕਿਨ ਬਾਕੀ ਜਿਹੜੇ EMPLOYEES ਨੇ ਜਿਹੜੇ 35 40 ਸਾਲ ਨੌਕਰੀ ਕਰ ਜਾਂਦੇ ਨੇ, ਉਹਨਾਂ ਦਾ ਤੁਹਾਡਾ ਪ੍ਰੋਵੀਡੈਂਟ ਫੰਡ ਦਾ ਤੁਸੀਂ ਬੇੜਾ ਹੀ ਗਰਕ ਕਰ ਦਿੰਦੇ ਹੋ। ਉਹਨਾਂ ਦੇ ਪ੍ਰੋਵੀਡੈਂਟ ਫੰਡ ਇੱਕ ਅਮਾਉਂਟ ਹੈ ਜਿਹੜੀ EMPLOYEE ਦੇ ਬੁੱਢੇ ਬਾਰੇ ਕੰਮ ਆਉਣ ਵਾਲੀ ਚੀਜ਼ ਹੈ। ਬਿਲਕੁਲ, ਉਹਨੂੰ ਪ੍ਰੋਟੈਕਸ਼ਨ ਦਿੱਤੀ ਹੋਈ ਹੈ EPF ਐਕਟ ਦੇ ਅੰਡਰ। ਫਿਰ ਉਸ ਡਿਪਾਰਟਮੈਂਟ ਨੇ ਇਹਨਾਂ ਨੂੰ ਇੱਕ 28 ਦਸੰਬਰ 2022 ਨੂੰ ਨੋਟਿਸ ਭੇਜਿਆ। ਅੱਛਾ, ਗਵਰਨਮੈਂਟ ਆਫ ਇੰਡੀਆ ਵੱਲੋਂ ਨੋਟਿਸ ਆਂਦਾ, ਮਤਲਬ EPFO ਡਿਪਾਰਟਮੈਂਟ ਨੇ ਠੀਕ ਹੈ ਇੱਕ ਲੈਟਰ ਲਿਖੀ ਜਿਹਦੇ ਵਿੱਚ ਇਹ 5 ਨੋਟਿਸ ਉਸ ਲੈਟਰ ਤੱਕ ਇਹਨਾਂ ਨੂੰ ਜਾ ਚੁੱਕੇ ਹੋਏ ਸੀ। 5 ਨੋਟਿਸ ਜਾਣ ਦੇ ਬਾਵਜੂਦ ਵੀ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਉਹ ਵੀ ਬੜੇ ਆਰਾਮ ਨਾਲ ਇਹਨਾਂ ਦੇ ਨਾਲ ਲੱਗੇ ਹੋਏ ਨੇ, ਜਦੋਂ ਕਿ ਉਹ ਇਹਨਾਂ ਦੇ ਉੱਤੇ ਐਕਸ਼ਨ ਲੈ ਸਕਦੇ ਨੇ। ਉਹ ਅੰਦਰ ਖਾਤੇ ਉਧਰਲੇ ਪਾਸੇ ਵੀ ਲਿੰਕ ਹੋਣਗੇ। ਅੱਛਾ, ਮੈਂ ਉਹਦੇ ਬਾਰੇ ਨਹੀਂ ਕੁਝ ਕਹਿ ਸਕਦਾ, ਲੇਕਿਨ ਉਹਨੇ ਬਕਾਇਦਾ ਇਹ ਲਿਖਿਆ ਕਿ SGPC ਸਾਰੀ ਨੂੰ ਸਾਡੇ ਅੰਡਰ ਕਰੋ। ਉਹ ਕਹਿੰਦਾ ਕਿ ਤੁਹਾਨੂੰ ਅਸੀਂ ਇਹ ਡੇਟ ਨੂੰ ਅਸੀਂ ਬਿੱਲ ਕੇ ਆਏ ਆ, ਤੁਸੀਂ 3-4 ਹਫ਼ਤੇ ਹੋ ਗਏ ਨੇ ਸਾਨੂੰ ਜਵਾਬ ਨਹੀਂ ਦਿੱਤਾ, ਜਿਹੜਾ ਕੰਮ ਗਲਤ ਹੈ ਜੀ। ਉਸ ਤੋਂ ਇਲਾਵਾ ਮੇਰੀ ਮਿਸਿਸ ਦਾ ਵੀ ਇੱਕ ਲੈਟਰ, 5 ਲੈਟਰਾਂ 'ਚੋਂ ਇੱਕ ਲੈਟਰ ਦੇ ਵਿੱਚ ਮੇਰੀ ਮਿਸਿਸ ਦਾ ਵੀ ਉਹਨਾਂ ਨੇ ਕਿਹਾ ਕਿ ਉਹਨੂੰ ਜਿਹੜੇ ਬਾਕੀ ਤੁਸੀਂ ਇੱਕ ਤੇ ਪ੍ਰੋਵੀਡੈਂਟ ਫੰਡ ਤੇ ਉਹਨਾਂ ਦੇ ਕਹਿਣ ਤੇ ਦੇ ਦਿੱਤਾ, ਇੰਟਰਸਟ ਘੱਟ ਦਿੱਤਾ, ਫਿਰ 126 ਦਿਨ ਲੇਟ ਦਿੱਤਾ, ਉਹਦਾ ਇੰਟਰਸਟ ਵੀ ਦਿਓ। ਲੇਕਿਨ ਉਹ ਹਾਲੇ ਤੱਕ ਪੈਂਡਿੰਗ ਹੈ, ਉਹ ਕੇਸ ਸਟਿਲ ਇਜ਼ ਗੋਇੰਗ ਔਨ। ਉਸ ਤੋਂ ਇਲਾਵਾ ਦੇਖੋ, ਇੱਕ ਮੈਂ ਸਾਰੀ ਸੰਗਤ ਨੂੰ, ਸਾਰੇ EMPLOYEES ਨੂੰ ਦੱਸਣਾ ਚਾਹਾਂਗਾ ਕਿ ਪ੍ਰੋਵੀਡੈਂਟ ਫੰਡ ਦੇ ਵਿੱਚ ਇੱਕ ਕਲੌਜ਼ ਹੈਗੀ ਹੈ, 10 ਨੰਬਰ ਕਲੌਜ਼, ਜਿਹਦੇ ਅੰਡਰ ਕੋਈ ਵੀ ਸੰਸਥਾ ਪ੍ਰੋਵੀਡੈਂਟ ਫੰਡ ਨਹੀਂ ਰੋਕ ਸਕਦੀ ਰਿਟਾਇਰਮੈਂਟ ਤੇ। ਬਿਲਕੁਲ। ਲੇਕਿਨ ਇਹਨਾਂ ਨੇ
ਉਹ 328 ਸਰੂਪਾਂ ਦਾ ਜੋ ਵੀ ਕੇਸ ਹੈ, ਮੈਂ ਸ਼ਾਇਦ ਉਸ ਕੇਸ 'ਚ ਇਨਵੋਲਵ ਨਹੀਂ ਹੋਣਾ ਚਾਹੁੰਦਾ, ਲੇਕਿਨ ਪ੍ਰੋਵੀਡੈਂਟ ਫੰਡ ਉਹਨਾਂ 3 ਬੰਦਿਆਂ ਦਾ, ਜਿਹੜਾ ਤੁਸੀਂ ਵੀ ਦੱਸਿਆ ਸੀ ਸੈਣੀ ਸਾਹਿਬ ਕਿ ਬਾਜ ਸਿੰਘ ਵਿਚਾਰਾ ਗਰੀਬ ਆਦਮੀ ਆ, ਇਤਨੇ 3 ਜਣਿਆਂ ਦਾ ਪ੍ਰੋਵੀਡੈਂਟ ਫੰਡ ਵੀ ਰੋਕਿਆ ਹੋਇਆ, ਜਿਹੜਾ ਰੋਕ ਹੀ ਨਹੀਂ ਸਕਦਾ, ਕੋਈ ਕਿਸੇ ਕੋਰਟ ਦੇ ਕਹਿਣ ਤੇ ਨਹੀਂ ਰੋਕ ਸਕਦਾ। ਸੰਗਤ ਜੀ ਇਹ ਹੈ ਵੀ ਅਗਰ ਕੋਈ ਮਤਲਬ ਮਰਡਰ ਕੇਸ 'ਚ ਅੰਦਰ ਹੈ, ਰੇਪ ਕੇਸ 'ਚ ਵੀ ਅੰਦਰ ਹੈ, ਕੁਝ ਵੀ ਮਤਲਬ ਘਟੀਆ ਤੋਂ ਘਟੀਆ ਉਹਨੇ ਹਰਕਤ ਕੀਤੀ ਹੋਵੇ, ਜੋ ਸਜ਼ਾ ਵੀ ਭੋਗ ਰਿਹਾ ਹੋਵੇ, ਚਾਹੇ ਉਹ ਜਦੋਂ ਵੀ ਬਾਹਰ ਆਵੇ ਤਾਂ ਜਿਹੜੀ ਕੰਪਨੀ 'ਚ ਉਹਨੇ ਕੰਮ ਕੀਤਾ ਨਾ, ਪੀਐਫ ਜਿਹੜੀ ਕੰਪਨੀ ਨੇ ਵੀ ਕੱਟਿਆ ਉਹਦਾ, ਉਸ ਕੰਪਨੀ ਨੂੰ ਬਾਏ ਹੁੱਕ ਔਰ ਬਾਏ ਕਰੁੱਕ, ਚਾਹੇ ਜੋ ਮਰਜ਼ੀ ਉੱਤੇ ਧਾਰਾਵਾਂ ਲੱਗੀਆਂ ਹੁਣ, ਜਿਹੜੀ ਮਰਜ਼ੀ ਉਹ ਸਜ਼ਾ ਕੱਟ ਕੇ ਆਇਆ, ਪੀਐਫ ਉਹਦਾ ਉਹਨੂੰ ਦੇਣਾ ਪੈਣਾ ਆ। ਕੋਈ ਵੀ ਕੰਪਨੀ ਕਦੇ ਵੀ ਕਿਸੇ ਦਾ ਪੀਐਫ ਨਹੀਂ ਰੋਕ ਸਕਦੀ, ਪਰ ਉਹਦੀ ਰਿਟਾਇਰਮੈਂਟ ਤੇ ਦੇਣਾ ਪਏਗਾ। ਹਾਂ, ਉਹ ਮਤਲਬ ਇਹ ਉਹ ਵੀ ਰੋਕੀ ਬੈਠੇ ਆ। ਇਹਨਾਂ ਦਾ ਇੱਕ ਉਸ ਨੋਟਿਸ ਦੇ ਮੁਤਾਬਕ ਅਜੀਤ ਅਖਬਾਰ 'ਚ ਵੀ ਇੱਕ ਆਈ ਨਿਊਜ਼, ਜਿਹਦੇ ਵਿੱਚ ਮੈਂ ਹੈਰਾਨ ਹੋ ਗਿਆ ਕਿ ਉਹਨਾਂ ਨੇ ਸੁਖਮਿੰਦਰ ਸਿੰਘ ਹੋਣੀ ਜਿਹੜੇ ਸਕੱਤਰ ਨੇ, ਇਹ ਸਕੱਤਰ ਸਾਹਿਬ ਦਾ ਵੀ ਇੱਕ ਮੈਂ ਤੁਹਾਨੂੰ ਥੋੜਾ ਜਿਹਾ ਦੱਸਾਂਗਾ, ਕਿਉਂਕਿ ਇਹ ਬੜੇ ਹੀ ਬਿਜ਼ੀ ਨੇ। ਇਹਨਾਂ ਕੋਲ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਬਾਬਾ ਬੰਦਾ ਬਹਾਦਰ ਕਾਲਜ, ਸਾਰੇ ਸਕੂਲ ਇਹਨਾਂ ਦੇ ਅੰਡਰ ਨੇ, ਔਰ ਇਹ ਜ਼ਿਆਦਾ ਟੂਰ ਤੇ ਰਹਿੰਦੇ ਨੇ, ਤੇ ਇੱਕ ਦਿਨ ਹਫਤੇ 'ਚ ਇੱਕ ਦਿਨ ਇਹ SGPC 'ਚ ਆਉਂਦੇ ਨੇ। ਹੁਣ ਐਡਾ ਵੱਡਾ ਅਦਾਰਾ ਹੋਵੇ ਤੇ ਇੱਕ ਸਕੱਤਰ ਇੱਕ ਦਿਨ ਆਵੇ ਤੇ ਉਹ ਕਿੰਨੇ ਕੁ ਫਾਈਲਾਂ ਨਿਬੇੜ ਲਏਗਾ। ਬਿਲਕੁਲ। ਬੇਸਿਕਲੀ ਹੀ ਇਜ਼ ਅ ਸਿਵਲ ਇੰਜੀਨੀਅਰ। ਓਕੇ। ਐਜੂਕੇਸ਼ਨ ਡਿਪਾਰਟਮੈਂਟ ਨਾਲ ਨਹੀਂ ਰਹੇ, ਪਰ ਚਲੋ ਹੁਣ ਕਿਉਂਕਿ ਚੱਲਦੇ ਪਏ ਨੇ, ਕਰ ਰਹੇ ਨੇ। ਉਹਨਾਂ ਨੇ ਜਦੋਂ ਅਜੀਤ ਅਖਬਾਰ ਵਾਲਿਆਂ ਨੇ ਉਹਨਾਂ ਨੂੰ ਪੁੱਛਿਆ ਕਿ ਜੀ ਇਹ EPFO ਦੇ ਤੁਹਾਨੂੰ ਨੋਟਿਸ ਆ ਰਹੇ ਨੇ, ਉਹਨਾਂ ਨੇ ਇੱਕ ਜਵਾਬ ਦਿੱਤਾ, ਮੈਂ ਥੋੜਾ ਹੈਰਾਨ ਹੋ ਗਿਆ। ਜਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਕਾਨੂੰਨੀ ਰਾਏ, ਇਹਨਾਂ ਦਾ ਜਵਾਬ ਹੈ ਸੁਖਮਿੰਦਰ ਸਿੰਘ ਹੋਣਾ ਦਾ, ਕਿ ਜਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਕਾਨੂੰਨੀ ਰਾਏ ਲਈ ਜਾ ਰਹੀ ਹੈ, ਉਹਨਾਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਦਾ ਆਪਣਾ ਸੰਵਿਧਾਨ ਹੈ। ਚਲੋ ਮੈਂ ਸ਼ਾਇਦ ਇਹ ਵੀ ਗੱਲ ਮੰਨ ਜਾਂਦਾ ਕਿ ਆਪਣਾ ਸੰਵਿਧਾਨ ਹੈ, ਇਸ ਕਰਕੇ ਇਹਨਾਂ ਨੂੰ ਕੋਈ ਕੁਝ ਨਹੀਂ ਕਹਿ ਸਕਦਾ। ਲੇਕਿਨ ਉਸ ਤੋਂ ਬਾਅਦ ਇੱਕ 27/1/2023 ਦਾ ਇੱਕ ਮੇਰੇ ਕੋਲ ਮਤਾ ਆ ਗਿਆ ਜੀ, 190 ਨੰਬਰ ਮਤਾ। ਇਹਨਾਂ ਨੇ ਆਪਣੇ ਲੀਗਲ ਐਡਵਾਈਜ਼ਰ ਸਰਦਾਰ ਅਮਨਵੀਰ ਸਿੰਘ ਸਿਆਲੀ, ਕਾਨੂੰਨੀ ਸਲਾਹਕਾਰ, ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ EPFO, ਮੈਂ ਇਹ ਸ਼ਾਰਟ 'ਚ ਪੜ੍ਹਦਾ ਪਿਆ ਜੀ, EPFO ਨੇ ਬੜੇ ਨੋਟਿਸ ਭੇਜੇ ਨੇ, ਸਾਡੇ ਉੱਤੇ ਕੋਈ ਇਨਕਮ ਟੈਕਸ ਨਹੀਂ, TDS ਨਹੀਂ, TCS ਨਹੀਂ, ਮਿਊਨਿਸਪਲ ਕਾਰਪੋਰੇਸ਼ਨ ਦਾ ਟੈਕਸ ਨਹੀਂ, ਤੇ ਸਾਨੂੰ ਇਹ EPFO ਤੋਂ ਵੀ ਛੋਟ ਦਿੱਤੀ ਜਾਵੇ। ਇਹਨਾਂ ਨੇ ਉਹ ਲੀਗਲ ਐਡਵਾਈਜ਼ਰ ਨੂੰ ਕਿਹਾ ਕਿ ਤੁਸੀਂ ਸੈਂਟਰਲ ਗੌਰਮੈਂਟ ਦੇ ਕਿਰਤ ਤੇ ਰੁਜ਼ਗਾਰ ਵਿਭਾਗ ਦੇ ਮੰਤਰੀ ਜੀ ਨੂੰ ਇਹ ਆਪਣੀ ਰਿਪਰੈਜ਼ੈਂਟੇਸ਼ਨ ਦਿਓ ਤਾਂ ਕਿ ਸਾਨੂੰ ਮਾਫੀ ਮਿਲ ਜਾਵੇ, ਐਗਜ਼ੈਂਪਸ਼ਨ ਮਿਲ ਜਾਵੇ। ਜੇ ਤੁਹਾਡਾ ਸੰਵਿਧਾਨ ਹੀ ਆਪਣਾ ਹੈ ਤਾਂ ਫਿਰ ਉੱਥੇ ਲੈਟਰ ਕਿਉਂ ਲਿਖ ਰਹੇ ਹੋ? ਫਿਰ ਤੁਸੀਂ ਮਾਫੀ ਕਿਉਂ ਮੰਗ ਰਹੇ ਹੋ? ਬਿਲਕੁਲ। ਨੋਟਿਸ ਤੁਹਾਨੂੰ ਜੇ ਉਹ ਭੇਜ ਰਹੇ ਨੇ ਤੇ ਇਹਦਾ ਮਤਲਬ ਇਹ ਹੈ ਕਿ ਤੁਸੀਂ ਅੰਡਰ ਇਹਨਾਂ ਦੇ EPFO ਅੰਡਰ ਰੂਲ ਐਕਟ ਦੇ ਅੰਡਰ ਆਉਂਦੇ ਹੋ। ਬਿਲਕੁਲ। ਤੁਹਾਨੂੰ ਇਹ ਰਜਿਸਟਰ ਕਰਵਾਉਣਾ ਹੀ ਪੈਣਾ ਚਾਹੀਦਾ। ਨਹੀਂ, ਐਕਚੁਅਲੀ ਪਤਾ ਕੀ ਹੈ ਸਿੰਘ ਸਾਹਿਬ, ਮੈਂ ਤੁਹਾਨੂੰ ਥੋੜ੍ਹਾ ਜਿਹਾ ਕਰੈਕਟ 1925 ਜਿਹਦੀ ਇਹ ਦੁਹਾਈ ਦਿੰਦੇ ਨੇ, 1925 ਐਕਟ, ਨੋ ਡਾਊਟ 1925 ਦੇ ਵਿੱਚ ਜਿਹੜੇ ਵੀ ਉਦੋਂ ਮਤਲਬ ਸਿੰਘ ਸਾਹਿਬਾਨ ਸੀਗੇ ਜਿਹਨਾਂ ਨੇ ਇਹ ਅਡਾਪਟ ਕੀਤਾ, ਕਿਉਂਕਿ 1920 ਦੇ ਵਿੱਚ ਇਹ ਐਕਟ ਬਣ ਗਿਆ ਸੀਗਾ, ਪਰ ਉਹ ਅੰਗਰੇਜ਼ਾਂ ਦਾ ਬਣਾਇਆ ਹੋਇਆ ਐਕਟ ਸੀਗਾ, ਜਿਹੜਾ ਬਾਪੂ ਖੜਕ ਸਿੰਘ ਵਗੈਰਾ ਨੇ ਉਦੋਂ ਜਦੋਂ SGPC ਦੇ ਪਹਿਲੇ ਪ੍ਰਧਾਨ ਜਿਹੜੇ ਸੀਗੇ ਉਹਨਾਂ ਨੇ ਐਕਸੈਪਟ ਨਹੀਂ ਸੀ ਕੀਤਾ। ਉਸ ਦੇ ਵਿੱਚ ਉਹਦੇ ਵਿੱਚ ਸੋਧਾਂ ਕਰਕੇ 1925 ਜਿਹੜਾ ਐਕਟ ਆ ਉਹ ਫਿਰ ਨਿਖਾਰਿਆ ਗਿਆ। 1925 ਦੇ ਵਿੱਚ ਉਹ ਐਕਟ ਅਡਾਪਟ ਕੀਤਾ ਗਿਆ। ਉਹਦੇ ਵਿੱਚ ਕਲੀਅਰਲੀ ਇਹ ਲਿਖਿਆ ਕਿ ਸਰਕਾਰ ਉਹ ਮਤਲਬ SGPC ਇੱਕ ਅਲੱਗ ਸੰਸਥਾ ਹੈ, ਧਾਰਮਿਕ ਸੰਸਥਾ, ਜਿਹਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦੀ। ਉਹਦੇ ਆਹ ਰੂਲਸ ਐਂਡ ਰੈਗੂਲੇਸ਼ਨਸ ਨੇ, ਠੀਕ ਹੈ। ਜਿੱਦਾਂ ਉਹਦੇ ਵਿੱਚ ਮਤਲਬ ਇੱਕ ਪਰਿਵਾਰ ਦਾ ਇੱਕੋ ਹੀ ਜੀ, ਜਿੱਦਾਂ ਮਲਟੀਨੈਸ਼ਨਲ ਕੰਪਨੀਜ਼ ਦੇ ਵਿੱਚ ਹੈਗਾ, ਬਲੱਡ ਰਿਲੇਸ਼ਨ ਨੂੰ ਉਹ ਜਗ੍ਹਾ ਨਹੀਂ ਦਿੰਦੇ, ਕਿਉਂਕਿ ਉਹਨਾਂ ਨੂੰ ਪਤਾ ਵੀ ਉਹਦੇ ਵਿੱਚ ਫਿਰ ਕੰਪਨੀ ਦੇ ਵਿੱਚ ਘਾਟ ਆਉਣੀਆਂ ਸ਼ੁਰੂ ਹੋ ਜਾਣਗੀਆਂ। ਠੀਕ ਹੈ। ਉੱਦਾਂ ਹੀ ਉਹੀ ਚੀਜ਼ SGPC ਦੇ ਵਿੱਚ ਸੀਗੀ। ਤੇ ਹੁਣ ਮੈਂ ਪਹਿਲਾਂ ਹੀ ਦੱਸ ਕੇ ਹਟਿਆ ਸੀ, ਸਿੰਘ ਸ਼ਹੀਦਾਂ ਬਾਬਾ ਦੀਪ ਸਿੰਘ ਜਿਹੜਾ ਕੱਲ੍ਹ ਜਿੱਥੇ ਮਰਿਆ ਆ ਮੁੰਡਾ, ਨੌਜਵਾਨ ਮਰਿਆ ਆ, ਉੱਥੇ ਉਹ ਮਤਲਬ ਜਿਹੜਾ ਮੈਨੇਜਰ ਆ ਉਹ ਉੱਥੇ ਮੈਨੇਜਰ ਹੈ ਤੇ ਉਹਦਾ ਭਰਾ ਸਕੱਤਰ ਹੈ। ਇਹਨਾਂ ਨੇ ਉਸ ਐਕਟ ਦਾ ਆਪ ਹੀ ਬੇੜਾ ਗਰਕ ਕੀਤਾ। ਬਟ ਆ ਜਿਹੜਾ ਇਹ ਕਹਿੰਦੇ ਨੇ ਇਸ SGPC ਦਾ ਇੱਕ ਸਾਡਾ ਆਪਣਾ ਲਹਿਦਾ ਕਾਨੂੰਨ ਹੈ। ਸੋ ਇਹ ਲਹਿਦਾ ਕਾਨੂੰਨ ਸੰਗਤ ਜੀ ਉਦੋਂ ਹੀ ਇਹਨਾਂ ਨੂੰ ਯਾਦ ਆਉਂਦਾ ਆ ਜਦੋਂ ਕੋਈ ਡਾਂਗ ਚੱਕ ਕੇ ਇਹਨਾਂ ਵੱਲ ਹੋ ਜਾਏ ਹਿਸਾਬ ਕਿਤਾਬ ਲੈਣ ਵਾਸਤੇ। ਅਦਰਵਾਈਜ਼ ਉਹ ਸਿਰਫ ਤੇ ਸਿਰਫ ਇੱਕ ਫਾਹੇ ਲਾਇਆ ਹੋਇਆ ਪਰਚਾ ਹੈ ਇਹਨਾਂ ਵਾਸਤੇ। 1925 ਐਕਟ ਉਹਦੀ ਢਾਲ ਬਣਾ ਕੇ, ਮੈਂ ਪਹਿਲਾਂ ਹੀ 20 ਵਾਰ ਕਹਿ ਚੁੱਕੇ ਹਾਂ, ਅੰਦਰ ਖੁੱਲ੍ਹ ਕੇ ਖੇਡਾਂ ਖੇਡ ਰਹੇ ਨੇ। PF ਜਿਹਦੀ ਅਸੀਂ ਗੱਲ ਕਰ ਰਹੇ ਹਾਂ, ਉਹ
ਬਜ਼ੁਰਗ ਹੋਣ ਤੇ ਸਾਡੀ ਮਤਲਬ ਉਹ ਰਿਟਾਇਰਮੈਂਟ ਹੈ, ਠੀਕ ਹੈ। ਅਗਰ ਮਤਲਬ ਉਹ ਵੀ ਇਹ ਰੋਕ ਕੇ ਖਾਂਦੇ ਨੇ, ਉਹਦਾ ਵਿਆਜ ਖਾਂਦੇ ਨੇ। ਆਮ ਆਈ ਥਿੰਕ ਬਾਹਰ ਜਦੋਂ ਕੋਈ ਪ੍ਰਾਈਵੇਟ ਕੰਪਨੀ 6 ਤੋਂ 7% ਇੰਟਰਸਟ ਹੈ, ਇਸ ਵੇਲੇ ਚੱਲ ਰਿਹਾ ਅੱਜ ਦੀ ਮਤਲਬ ਈਅਰ 'ਚ 8.15, ਇਸ ਤੋਂ ਪਿਛਲੇ ਸਾਲ 'ਚ 8.5 ਸੀ। ਜਦੋਂ ਕਿ ਇਹ ਇੰਟਰਸਟ ਆਪਣੇ ਮੁਲਾਜ਼ਮਾਂ ਨੂੰ ਕਲੀਅਰ ਨਹੀਂ ਹੈਗਾ ਉਸ ਸਰਟੀਫਿਕੇਟ 'ਚ ਕਿ ਕਦੋਂ ਜਮ੍ਹਾਂ ਕਰਾਉਂਦੇ ਨੇ ਤੇ ਕਦੋਂ ਬੈਂਕ ਦਾ ਵਿਆਜ ਲੱਗਦਾ। ਤੇ ਇੰਨਾ ਕੁ ਮੈਨੂੰ ਪਤਾ ਲੱਗ ਗਿਆ ਕਿ 6%, ਕਿਤੇ 0.3%, ਕਿਤੇ 4%, ਕਿਤੇ 5.5%। ਮੈਂ ਹੈਰਾਨ ਹੋ ਗਿਆ ਕਿ ਇਹ 8.5 ਤੋਂ ਵੀ ਘੱਟ ਇੰਟਰਸਟ ਕਿਵੇਂ ਦੇ ਸਕਦੇ। ਅੱਧੋ ਅੱਧ ਇੰਟਰਸਟ ਦਾ ਫਰਕ ਹੈ। ਜੇ ਉਹ 8 ਦਿੰਦੇ ਨੇ ਤੇ 4-5 ਦੇ ਉੱਤੇ ਇੰਟਰਸਟ ਦੇ ਰਹੇ ਨੇ। ਮਤਲਬ ਸਿੱਧਾ ਜਿਹੜੇ ਉੱਥੇ ਮਿਹਨਤ ਕਰਨ ਵਾਲੇ ਕਾਮੇ ਨੇ ਉਹਨਾਂ ਦੀਆਂ ਅੱਖਾਂ 'ਚ ਘੱਟਾ ਪਾ ਰਹੇ ਨੇ, ਕਿਸੇ ਇੱਕ ਦੋ 'ਚ ਨਹੀਂ, ਸਾਰਿਆਂ ਦੇ। ਪਰ ਇਹਨਾਂ ਦੇ ਜਿਹੜੇ ਸਕੱਤਰ ਨੇ, ਮੈਨੇਜਰ ਨੇ, ਪ੍ਰਧਾਨ ਨੇ, ਮੀਤ ਪ੍ਰਧਾਨ ਨੇ, ਉਹ ਦੋਨਾਂ ਹੱਥਾਂ ਨਾਲ ਮਲਾਈ ਖਾਂਦੇ ਨੇ, ਠੀਕ ਹੈ। ਰਾਸ਼ਨ ਆ ਜਾਵੇ, ਸਬਜ਼ੀਆਂ ਆ ਜਾਣ, ਸੋਨਾ ਆ ਜਾਵੇ, ਕੈਸ਼ ਆ ਜਾਵੇ, ਡਾਲਰ ਆ ਜਾਵੇ, ਸਭ ਗੋਲਕਾਂ 'ਚੋਂ ਗਾਇਬ ਕਰਦੇ ਨੇ। ਪਰ ਖੂਨ ਇਹਨਾਂ ਨੇ ਗਰੀਬਾਂ ਦਾ ਚੂਸਣਾ ਹੈ, ਜਿਹੜੇ 15-15,000 20,000 ਤਨਖਾਹ ਤੇ ਲੱਗੇ ਨੇ, 10-10,000 ਤਨਖਾਹ ਤੇ ਨੇ, ਜਾਂ 7-7,000 ਤਨਖਾਹ ਤੇ ਨੇ। ਹੋਰ ਤਾਂ ਹੋਰ 2,500-3,000 ਤਨਖਾਹ ਵਾਲਿਆਂ ਦਾ ਖੂਨ ਪੀਣੋਂ ਨਹੀਂ ਹਟਦਿਆ। ਧਾਮੀ ਸਾਹਿਬ ਨੇ ਪਿੱਛੇ ਨੋਟੀਫਿਕੇਸ਼ਨ ਜਾਰੀ ਕੀਤੀ ਸੀ, 2,500-3,000 ਜਣੇ ਦੀ ਤਨਖਾਹ ਆ, ਉਹ ਕੰਮ 30 ਦਿਨ ਕਰਨਗੇ, ਪਰ ਤਨਖਾਹ ਉਹਨਾਂ ਨੂੰ 26 ਦਿਨ ਦੀ ਮਿਲੂਗੀ। ਇਹਦੇ ਉੱਤੇ ਵੀ ਕੇਸ ਪਊਗਾ, ਠੀਕ ਹੈ ਜੀ। ਇਹ ਸਿੱਧੇ ਮਨੁੱਖੀ ਅਧਿਕਾਰਾਂ ਦਾ ਘਾਣ ਹੈ। ਧਾਮੀ ਸਾਹਿਬ 2 ਲੈਟਰਾਂ ਮੇਰੇ ਕੋਲ ਪਈਆਂ ਆ, ਤੁਹਾਡੀ ਸਾਈਨ ਕੀਤੀ ਪਹੁੰਚ ਜਾਣੀ ਆ, ਡਿਊਟੀ ਲਾਤੀ ਆ, ਠੀਕ ਹੈ। ਧਿਆਨ ਰੱਖਿਓ ਆਪਣੇ ਦਫ਼ਤਰਾਂ 'ਚ। ਮੈਂ ਸੈਣੀ ਸਾਹਿਬ ਤੁਹਾਨੂੰ ਇੱਕ ਦੱਸ ਦਿਆਂ ਕਿ ਐਗਜ਼ੈਂਪਟਡ ਇਹਨਾਂ ਨੇ ਕਿਉਂ ਨਹੀਂ ਕਰਵਾਇਆ। ਉਹਦੇ ਵਿੱਚ 6 ਪੈਰਾਮੀਟਰਸ ਹੈਗੇ ਨੇ। ਜਿਹੜਾ ਐਗਜ਼ੈਂਪਟਡ ਟਰਸਟ ਹੈ, 2 ਤਰ੍ਹਾਂ ਦੇ ਟਰਸਟ ਹੁੰਦੇ ਨੇ, ਇੱਕ ਐਗਜ਼ੈਂਪਟਡ, ਇੱਕ ਨਾਨ ਐਗਜ਼ੈਂਪਟਡ। ਐਗਜ਼ੈਂਪਟਡ ਟਰਸਟ ਨੂੰ ਪੈਸੇ ਆਪਣੇ ਕੋਲ ਰੱਖਣ ਦੀ ਇਜਾਜ਼ਤ ਹੈ, ਲੇਕਿਨ ਉਹਨਾਂ ਨੂੰ ਇਹ 6 ਪੈਰਾਮੀਟਰਸ ਫੋਲੋ ਕਰਨੇ ਪੈਣਗੇ, ਪੂਰੇ ਕਰਨੇ ਪੈਂਦੇ ਨੇ। ਬਿਲਕੁਲ। ਤੇ ਨਾਨ ਐਗਜ਼ੈਂਪਟਡ ਜਿਹੜਾ ਉਹ ਆਪਣੇ ਕੋਲ ਪੈਸੇ ਰੱਖ ਹੀ ਨਹੀਂ ਸਕਦਾ, ਉਹਨੂੰ ਗਵਰਨਮੈਂਟ ਦੇ ਡਿਪਾਰਟਮੈਂਟ 'ਚ ਜਮ੍ਹਾਂ ਕਰਵਾਉਣੇ ਹੀ ਪੈਣਗੇ। ਲੇਕਿਨ ਇਹਨਾਂ ਨੇ ਨਾ ਤੇ ਐਗਜ਼ੈਂਪਸ਼ਨ ਲਈ ਨਾ ਪੈਸੇ ਗਵਰਨਮੈਂਟ ਕੋਲ ਜਮ੍ਹਾਂ ਕਰਾਏ। 6 ਪੈਰਾਮੀਟਰਸ ਨੇ। ਟ੍ਰਾਂਸਫਰ ਆਫ ਪ੍ਰੋਵੀਡੈਂਟ ਫੰਡ ਇਨ ਟਾਈਮ, ਮਤਲਬ ਇੱਧਰਲੀ ਜੇਬ 'ਚੋਂ ਕੱਢ ਕੇ ਇੱਧਰਲੀ ਜੇਬ 'ਚ ਟਾਈਮ ਸਿਰ ਪੈਸੇ ਪਾਉਣੇ ਨੇ। ਬਿਲਕੁਲ। ਇਨਵੈਸਟਮੈਂਟ ਆਫ ਫੰਡਸ ਇਨ ਟਾਈਮ, ਜਿਹੜਾ ਪੈਸਾ ਤੁਹਾਨੂੰ ਉਹ ਪ੍ਰੋਵੀਡੈਂਟ ਫੰਡ ਦਾ ਕੱਟਿਆ ਜਾ ਰਿਹਾ, ਉਹਦੀ ਇਨਵੈਸਟਮੈਂਟ ਸਹੀ ਜਗ੍ਹਾ ਤੇ ਹੋਣੀ ਚਾਹੀਦੀ ਹੈ, ਸਹੀ ਟਾਈਮ ਤੇ ਹੋਣੀ ਚਾਹੀਦੀ ਹੈ। ਰੈਮਿਟੈਂਸ ਆਫ ਫੰਡ ਟੂ ਦਾ ਟਰਸਟ ਇਨ ਟਾਈਮ, ਟਰਸਟ ਨੂੰ ਪੈਸੇ ਵੀ ਟਾਈਮ ਸਿਰ ਮਿਲਣੇ ਚਾਹੀਦੇ ਨੇ। ਪ੍ਰਾਈਵੇਟ ਐਗਜ਼ੈਂਪਟਡ ਟਰਸਟ ਟੂ ਫਾਈਲ ਮੰਥਲੀ ਰਿਟਰਨ ਵਿਦ EPFO, ਐਗਜ਼ੈਂਪਟਡ ਟਰਸਟ ਨੂੰ ਆਪਣੀ ਰਿਟਰਨ ਭਰਨੀ ਪੈਂਦੀ ਆ, ਜਿਵੇਂ ਇੱਕ ਸੇਲ ਟੈਕਸ ਜਾਂ GST ਦਾ ਰਜਿਸਟਰਡ ਡੀਲਰ ਸੇਲ ਰਿਟਰਨ ਭਰਦਾ। ਟੂ ਗਿਵ ਇੰਟਰਸਟ ਡਿਕਲੇਅਰਡ, ਜਿੰਨਾ ਗਵਰਨਮੈਂਟ ਨੇ ਇੰਟਰਸਟ ਡਿਕਲੇਅਰ ਕੀਤਾ ਜਾਂ ਤੇ ਉਹ ਦਿਓ ਜਾਂ ਉਸ ਤੋਂ ਵੱਧ ਦਿਓ, ਫਿਰ ਕੋਈ ਤੁਹਾਨੂੰ ਪ੍ਰੋਬਲਮ ਨਹੀਂ। ਸੈਟਲਮੈਂਟ ਆਫ ਕਲੇਮਸ ਵਿਦਨ 20 ਡੇਜ਼, ਜਿਹੜੇ ਪੈਸੇ ਰਿਟਾਇਰਮੈਂਟ ਹੋਣ ਤੇ ਵਿਦਨ 20 ਡੇਜ਼ ਤੁਹਾਨੂੰ ਦੇਣੇ ਚਾਹੀਦੇ ਨੇ, ਦੇਣੇ ਪੈਣੇ ਨੇ ਕਨਫਰਮ। ਅਗਰ ਉਸ ਤੋਂ ਲੇਟ ਤੁਹਾਨੂੰ ਦਿੰਦੇ ਨੇ, ਤੁਹਾਨੂੰ ਉਹਦਾ ਇੰਟਰਸਟ ਇਹ ਨਾਲ ਲਾ ਕੇ ਦੇਣਗੇ। ਔਰ ਫਿਰ ਉਹਦੀ ਆਡਿਟਿੰਗ ਹੁੰਦੀ ਹੈ ਹਰ ਸਾਲ ਡਿਪਾਰਟਮੈਂਟ ਨਾਲ। ਇਹਨਾਂ ਸਾਰੀਆਂ ਚੀਜ਼ਾਂ ਨੂੰ ਇਹਨਾਂ ਨੇ ਛਿੱਕੇ ਟੰਗ ਦਿੱਤਾ ਕਿ ਸਾਨੂੰ ਕੋਈ ਪੁੱਛੇ ਨਾ, ਸਾਨੂੰ ਕੋਈ ਮਾਰੇ ਨਾ। ਅਸੀਂ ਲੁੱਟਦੇ ਰਹੀਏ, ਖਾਂਦੇ ਰਹੀਏ। ਪ੍ਰੋਵੀਡੈਂਟ ਫੰਡ ਇਹਨਾਂ ਨੇ ਆਪਣਾ ਹੀ ਦਫ਼ਤਰ ਬਣਾ ਲਿਆ। ਮਤਲਬ ਕੰਪਨੀਆਂ ਦੇ ਵੱਡੀਆਂ ਦੇ ਹੁੰਦੇ ਨੇ ਆਪਣੇ ਪ੍ਰੋਵੀਡੈਂਟ ਫੰਡ ਆਫਿਸਿਸ, ਬਟ ਉਹ ਮਨਜ਼ੂਰਸ਼ੁਦਾ ਹੁੰਦੇ ਨੇ। ਇਹਨਾਂ ਨੇ ਕਰਵਾਇਆ ਹੀ ਨਹੀਂ। ਲੈਟਰ ਉਧਰੋਂ ਵੀ ਆਏ ਹੋਏ ਨੇ, ਇੰਡੀਅਨ ਗਵਰਨਮੈਂਟ ਤੋਂ ਵੀ, ਠੀਕ ਹੈ। EPF ਡਿਪਾਰਟਮੈਂਟ ਤੋਂ ਇਹਨਾਂ ਨੂੰ ਲੈਟਰਸ ਆਏ ਹੋਏ ਨੇ, ਬਟ ਕੋਈ ਜਵਾਬ ਨਹੀਂ। 7 ਆ ਗਏ ਆ, 5 ਔਨ ਰਿਕਾਰਡ ਨੇ ਤੇ 2 ਆਫ ਰਿਕਾਰਡ ਲੈਟਰ ਨੇ। ਉਹ ਵੀ ਦੱਸ ਦੇਣਾ ਤੁਹਾਨੂੰ, ਧਾਮੀ ਸਾਹਿਬ ਦੇਖ ਲਿਓ, ਪੁੱਛ ਲਿਓ, ਪਤਾ ਕਰ ਲਿਓ। ਹਾਂਜੀ, ਇੱਕ RTI ਮੈਂ ਇਹਨਾਂ ਨੂੰ ਪਾਈ ਸੀ, ਕਿਉਂਕਿ ਉਹ ਬੀਬੀ ਜੀ ਦਾ ਮੈਂ ਸਾਰਾ ਪਿਛੋਕੜ ਕਢਾਉਣਾ ਚਾਹੁੰਦਾ ਸੀ। ਉਹ ਕੇਸ ਹਾਲੇ ਤੱਕ ਚੱਲਦਾ ਪਿਆ। ਮੈਂ 1 ਸਾਲ ਤੇ 9 ਮਹੀਨੇ ਬਾਅਦ, ਜਿਹੜਾ ਕਿ ਜਵਾਬ ਮੈਨੂੰ 30 ਦਿਨਾਂ 'ਚ RTI ਦਾ ਮਿਲਣਾ ਚਾਹੀਦਾ ਸੀ, ਇਹਨਾਂ ਨੇ 1 ਸਾਲ 9 ਮਹੀਨੇ ਬਾਅਦ ਦਿੱਤਾ। ਇਸ ਕਰਕੇ ਕਿ ਉਹ ਬੀਬੀ ਨੇ, ਚਰਨਜੀਤ ਕੌਰ ਨੇ, ਨਵੰਬਰ 'ਚ ਰਿਟਾਇਰ ਹੋਣਾ ਸੀ, ਨਵੰਬਰ 2022 ਨੂੰ। ਇਹਨਾਂ ਨੇ ਮੈਨੂੰ ਜਾ ਕੇ 18 ਮਾਰਚ 2023 ਨੂੰ ਉਹ RTI ਦਾ ਜਵਾਬ ਦਿੱਤਾ ਕਿ ਉਹ ਕਿਵੇਂ ਸਸਪੈਂਡ ਹੋਈ, ਕਿਵੇਂ ਬਹਾਲ ਹੋਈ, ਉਹਨੂੰ ਕਿੰਨੀਆਂ ਤਰੱਕੀਆਂ ਕਿਸ ਤਰ੍ਹਾਂ ਮਿਲੀਆਂ। ਉਹ ਤਾਂ ਕਰਕੇ ਤੁਹਾਨੂੰ ਦਿੱਤਾ। ਸਿੰਪਲ ਜੀ ਗੱਲ ਹੈ, 22 ਦੇ ਵਿੱਚ ਰਿਟਾਇਰਮੈਂਟ ਸੀ। ਇਹਨਾਂ ਨੂੰ RTI ਦਾ ਜਵਾਬ ਪਹਿਲਾਂ ਦੇ ਦਿੰਦੇ ਉਹਦੀ ਰਿਟਾਇਰਮੈਂਟ ਤੋਂ, ਤਾਂ ਫਿਰ ਉਸ ਤੋਂ ਪਹਿਲਾਂ ਪੰਗਾ ਪੈ ਜਾਂਦਾ, ਫਿਰ ਉਹਦੇ ਫੰਡ ਵੀ ਰੁਕਦੇ, ਰਿਟਾਇਰਮੈਂਟ ਦੇ ਉੱਤੇ ਵੀ ਫਰਕ ਪੈਂਦਾ, ਕੇਸ ਚੱਲਦਾ, ਉਦੋਂ ਤੱਕ ਹੋਲਡ ਰਹਿੰਦੇ ਤੇ ਉਹਦਾ ਇਹਨੂੰ ਕੁਝ ਮਿਲਣਾ ਵੀ ਨਹੀਂ ਸੀਗਾ। ਇਸ ਕਰਕੇ ਉਹ ਰੋਕਿਆ ਪਹਿਲਾਂ ਰਿਟਾਇਰਮੈਂਟ ਕਰਕੇ, ਕਿਉਂਕਿ ਵੱਡੇ ਲਿੰਕਾਂ ਵਾਲੀ ਸੀ ਨਾ ਮੈਡਮ ਹਰਜੀਤ ਕੌਰ ਵਰਗੀ,
ਤਾਂ ਕਰਕੇ ਰਿਟਾਇਰਮੈਂਟ ਕਰਕੇ ਸਾਰੇ ਫੰਡ ਕਲੀਅਰ ਕਰਕੇ ਉਸ ਤੋਂ ਬਾਅਦ ਇਹਨਾਂ ਨੂੰ ਬੇਦੀ ਸਾਹਿਬ ਨੂੰ ਉਹਨਾਂ ਨੇ ਆਰਟੀਆਈ ਦਾ ਜਵਾਬ ਦਿੱਤਾ ਤਕਰੀਬਨ 1.5 ਪੌਣੇ 2 ਸਾਲ ਬਾਅਦ। ਸੋ ਮੈਂ ਈਵਨ ਆਰਟੀਆਈ ਕਮਿਸ਼ਨਰ ਨੂੰ ਵੀ ਇੱਕ ਰਿਕੁਐਸਟ ਕੀਤੀ ਆ ਕਿ ਜੀ 30 ਦਿਨਾਂ ਤੋਂ ਵੱਧ ਇਹਨਾਂ ਨੇ ਟਾਈਮ ਲਾਇਆ, ਕੁਝ ਥੋੜਾ ਬਹੁਤ ਜੁਰਮਾਨਾ ਤੇ ਇਹਨਾਂ ਨੂੰ ਪਾਓ ਕਿ ਐਟਲੀਸਟ ਹੋਰ ਵੀ ਲੋਕੀ ਆਰਟੀਆਈ ਪਾਉਂਦੇ ਹੋਣਗੇ, ਉਹਨਾਂ ਨੂੰ ਇਹ ਜਵਾਬ ਹੀ ਨਹੀਂ ਦਿੰਦੇ ਜਵਾਬ। ਬਹੁਤ ਆਰਟੀਆਈ ਦਾ ਕਾਨੂੰਨ ਦਾ ਕੀ ਫਾਇਦਾ ਹੋਇਆ ਕਿ ਜੇ ਤੁਹਾਨੂੰ ਜਵਾਬ ਹੀ ਨਾ ਮਿਲੇ। ਲੇਕਿਨ ਗਵਰਨਮੈਂਟ ਤੋਂ ਮੈਂ ਇੱਕ ਗੱਲ ਕਹਾਂਗਾ, ਗਵਰਨਮੈਂਟ ਮਹਿਕਮੇ ਜਿਹੜੇ ਨੇ ਉਹ 30 ਦਿਨ 'ਚ ਜਵਾਬ ਦਿੰਦੇ ਨੇ। ਜਿੰਨੀਆਂ ਮੈਂ ਆਰਟੀਆਈ ਰਿਸੀਵ ਕੀਤੀਆਂ ਜੇਲ੍ਹ 'ਚੋਂ, ਕੋਰਟ 'ਚੋਂ, ਆਪਣਾ ਵਿਜੀਲੈਂਸ ਡਿਪਾਰਟਮੈਂਟ ਕੋਲੋਂ, ਮੈਨੂੰ 30 ਦਿਨਾਂ ਦੇ ਵਿੱਚ ਜਵਾਬ ਮਿਲਦਾ ਹੁੰਦਾ ਰਿਹਾ ਜੀ। ਸੋ ਆਈ ਐਮ ਥੈਂਕਫੁਲ ਟੂ ਦਾ ਗਵਰਨਮੈਂਟ ਈਵਨ ਕਿ ਚਲੋ ਆਰਟੀਆਈ ਨੂੰ ਫੋਲੋ ਕਰਦੇ ਨੇ, ਲੇਕਿਨ ਸ਼੍ਰੋਮਣੀ ਕਮੇਟੀ ਆਰਟੀਆਈ ਨੂੰ ਫੋਲੋ ਨਹੀਂ ਕਰਦੀ ਜੀ। ਤੁਸੀਂ ਮੈਨੂੰ ਇੱਕ ਗੱਲ ਪੁੱਛਦੇ ਪਏ ਸੀ ਕਿ ਤੁਸੀਂ ਜੁਡੀਸ਼ੀਅਲ ਕਮਿਸ਼ਨ ਕੋਲ ਕਿਉਂ ਨਹੀਂ ਗਏ। ਹਾਂ, ਜੁਡੀਸ਼ੀਅਲ ਕਮਿਸ਼ਨ ਦਾ ਇੱਕ ਮੈਂ ਤੁਹਾਨੂੰ ਬੁੱਕ ਦਿਖਾਵਾਂਗਾ। ਮੈਂ ਉਹ ਬੁੱਕ ਜਿਹੜੀ ਆ ਉਹ ਸੰਗਤ ਜੀ ਸੱਚ ਸੁਣਾਈ ਸੀ ਸੱਚ ਕੀ ਬੇਲਾ, ਸਰਦਾਰ ਕੁਲਵੰਤ ਸਿੰਘ ਰੰਧਾਵਾ ਜੀ ਜਿਹੜੇ ਐਕਸ ਸੈਕਟਰੀ ਐਸਜੀਪੀਸੀ ਉਹਨਾਂ ਨੇ ਲਿਖੀ ਆ। ਇਹ 2018 ਚ ਲਿਖੀ ਆ, ਅੱਜ 2023 ਚ ਹੋ ਗਿਆ। ਇਹਦੇ ਵਿੱਚ ਇੰਨਾ ਕੁਝ ਲਿਖਿਆ ਜਿਹੜਾ ਹਰ ਇੱਕ ਨੂੰ ਪੜ੍ਹਨਾ ਚਾਹੀਦਾ, ਸੰਗਤ ਨੂੰ ਜ਼ਰੂਰ ਪੜ੍ਹਨਾ ਚਾਹੀਦਾ। ਇਹਦੇ ਵਿੱਚ ਇੱਕ ਪੇਜ ਤੇ ਲਿਖਿਆ ਹੋਇਆ ਕਿ ਜੁਡੀਸ਼ੀਅਲ ਕਮਿਸ਼ਨ ਦੇ ਵਿੱਚ ਬੜਾ ਹੀ ਸਲੋ ਕੰਮ ਹੁੰਦਾ ਤੇ ਜਿਹੜਾ ਕੋਈ ਕੇਸ ਚੱਲਦਾ ਬੰਦਾ ਮਰ ਜਾਂਦਾ ਲੇਕਿਨ ਉਹਦਾ ਕੇਸ ਸੋਲਵ ਨਹੀਂ ਹੁੰਦਾ। ਮੈਂ ਉਸ ਚੀਜ਼ ਨੂੰ ਬਾਅਦ ਚ ਪੜ੍ਹਿਆ, ਲੇਕਿਨ ਮੈਂ ਉਸ ਤੋਂ ਪਹਿਲਾਂ ਜੁਡੀਸ਼ੀਅਲ ਕਮਿਸ਼ਨ ਆਫਿਸ 'ਚ ਗਿਆ। ਮੈਂ ਇੱਕ ਹੈਰਾਨਗੀ ਦੀ ਗੱਲ ਤੁਹਾਨੂੰ ਦੱਸਣ ਲੱਗਾ। ਮੈਨੂੰ ਉੱਥੇ ਜਾਂਦਿਆਂ ਇੱਕ ਜੈਂਟਲਮੈਨ ਮਿਲਿਆ, ਹਿੰਦੂ ਜੈਂਟਲਮੈਨ ਜੀ। ਮੈਨੂੰ ਉਹ ਪੁੱਛਦਾ ਜੀ, ਮੈਂ ਉਹਨੂੰ ਕਿਹਾ, ਮੈਂ ਕਿਹਾ ਜੀ ਇੱਥੇ ਮੈਡਮ ਬਹਿੰਦੇ ਨੇ ਸੁਧਾ ਪਾਵਾ, ਤੇ ਮੈਂ ਉਹਨਾਂ ਨੂੰ ਮਿਲਣਾ। ਉਹ ਅੱਗੋਂ ਮੈਨੂੰ ਕਹਿੰਦਾ ਜੀ ਕਿ ਤੁਸੀਂ ਗੁਰਵਿੰਦਰਜੀਤ ਕੌਰ ਦੀ ਤਰੱਕੀ ਬਾਰੇ ਆਏ ਹੋ। ਓਕੇ, ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਕਿ ਇਹ ਬੰਦਾ ਕੌਣ ਹੈ, ਨਜੂਮੀ ਹੈ, ਇਹ ਕੋਈ ਆਪਣਾ ਜੋਤਸ਼ੀ ਹੈ। ਮੈਂ ਕਿਹਾ ਜੀ ਤੁਸੀਂ ਕੌਣ। ਮੈਂ ਜੀ ਅਖੇ ਉਹਨਾਂ ਨੂੰ ਜਾਣਨਾ। ਮੈਂ ਕਿਹਾ ਉਹ ਕਿਵੇਂ। ਮੈਂ ਜੀ ਮਿਲਿਆ ਹੋਇਆ। ਚਲੋ ਠੀਕ ਆ ਜੀ। ਮੈਂ ਬਾਹਰ ਆ ਕੇ ਇੱਕ ਪੁਲਿਸ ਇੰਸਪੈਕਟਰ ਸ਼ਾਇਦ ਇਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਹੈਗਾ, ਮੈਂ ਉਹਨੂੰ ਪੁੱਛਿਆ, ਉਹ ਕਹਿੰਦਾ ਜੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਹੈ। ਚਲੋ ਨਾਮ ਕੀ ਉਸਦਾ। ਮੈਂ ਜਦੋਂ ਇਨ ਦਾ ਮੀਨ ਟਾਈਮ ਸੁਧਾ ਪਾਵਾ ਜੀ ਨੂੰ ਮਿਲਿਆ ਤੇ ਉਹਨਾਂ ਨੇ ਮੈਨੂੰ ਇੱਕ ਨੰਬਰ ਦਿੱਤਾ, ਜੀ ਤੁਸੀਂ ਰੰਧਾਵਾ ਸਾਹਿਬ ਨੂੰ ਮਿਲੋ, ਅਸੀਂ ਇੱਥੇ ਸ਼ਿਕਾਇਤਾਂ ਨਹੀਂ ਲੈਂਦੇ, ਤੁਸੀਂ ਵਕੀਲ ਦੇ ਥਰੂ ਆਓ, ਕੋਈ 5-10 ਹਜ਼ਾਰ ਰੁਪਈਆ ਵੀ ਖਰਚੋ, ਫਿਰ ਅਸੀਂ ਇਹ ਸ਼ਿਕਾਇਤ ਲਵਾਂਗੇ, ਇਹ ਸ਼ਿਕਾਇਤ ਅਸੀਂ ਨਹੀਂ ਲੈਣੀ। ਜਦੋਂ ਮੈਂ ਘਰ ਪਹੁੰਚਿਆ ਮੈਂ ਮਿਸਿਸ ਨੂੰ ਪੁੱਛਿਆ ਕਿ ਰਕੇਸ਼ ਕੁਮਾਰ ਕੌਣ ਹੈ, ਤੂੰ ਜਾਣਨੀ ਹੈ। ਅੱਛਾ, ਉਹ ਬੰਦਾ ਜਿਹੜਾ ਮਿਲਿਆ ਸੀ ਉਹਦਾ ਨਾਮ ਰਕੇਸ਼ ਕੁਮਾਰ ਸੀਗਾ। ਜਿਹੜਾ ਉੱਥੇ ਰਕੇਸ਼ ਕੁਮਾਰ, ਉਹ ਮੇਰੇ ਕੋਲੋਂ ਉੱਠਿਆ, ਬਕਾਇਦਾ ਸਾਰੀਆਂ ਫਾਈਲਾਂ ਨੂੰ ਉਹਦੀ ਹੈਗੀ ਆ, ਪਹੁੰਚ ਹੈਗੀ ਆ, ਫਾਈਲਾਂ ਵੇਖ ਸਕਦਾ, ਕੱਢ ਸਕਦਾ। ਉਹ ਬਕਾਇਦਾ ਹੈਲਪਰ ਹੈ, ਹੈਲਪ ਕਰਦਾ ਇਹਦੇ ਵਿੱਚ ਜੁਡੀਸ਼ੀਅਲ ਕਮਿਸ਼ਨ 'ਚ। ਓਕੇ। ਲੇਕਿਨ ਜਦੋਂ ਮੈਨੂੰ ਪਤਾ ਲੱਗਾ ਕਿ ਉਹ ਗੁਰੂ ਰਾਮਦਾਸ ਪਬਲਿਕ ਹਾਈ ਸਕੂਲ ਦੇ ਵਿੱਚ ਸੇਵਾਦਾਰ ਸੀ, ਉਹਦੀ ਮੇਰੇ ਕੋਲ ਇਹ ਇੱਕ ਬਕਾਇਦਾ ਸਕੂਲ ਦਾ ਇੱਕ ਛੁੱਟੀਆਂ ਦਾ ਚਾਰਟ ਹੈ ਮੇਰੇ ਕੋਲ। ਨਹੀਂ, ਸਕੂਲ ਦੇ ਵਿੱਚ ਅਗਰ ਉਹ ਸੇਵਾਦਾਰ ਹੈ ਤਾਂ ਸਿੱਖ ਜੁਡੀਸ਼ੀਅਲ ਕਮਿਸ਼ਨ ਦੇ ਵਿੱਚ ਉਹ ਕੀ ਕਰ ਰਿਹਾ ਹੈ। ਦੇਖੋ ਜੀ, ਇਹਦਾ ਮੈਂ ਮੇਰੇ ਵਾਸਤੇ ਐਸਜੀਪੀਸੀ ਦਾ EMPLOYE ਹੈ ਨਾ ਉਹ। ਜੁਡੀਸ਼ੀਅਲ ਕਮਿਸ਼ਨ ਤਾਂ ਸਿਰਫ ਆ ਜਿਹੜੇ ਹੈਗੇ ਨੇ ਸਾਨੂੰ ਇਨਸਾਫ ਦੇਣ ਵਾਸਤੇ ਅਲੱਗ ਬਣਿਆ ਹੋਇਆ ਕਮਿਸ਼ਨ, ਅਲੱਗ ਬਣਿਆ ਹੋਇਆ। ਉਸ ਦੇ ਵਿੱਚ ਐਸਜੀਪੀਸੀ ਦਾ ਕੋਈ EMPLOYE ਕੰਮ ਕਰੇ ਉਹ ਤਾਂ ਪੋਸੀਬਲ ਹੀ ਨਹੀਂ ਹੈਗਾ, ਕਿਉਂਕਿ ਉਹਦੇ ਵਿੱਚ ਤਾਂ ਫਿਰ ਸਿੱਧੀ ਸੰਗਤ ਜੀ ਉਹਦੇ ਵਿੱਚ ਧਾਂਦਲੀ ਹੈ ਵੀ ਹੁਣ ਸਪੋਜ਼ ਕਰੋ ਵੀ ਅਗਰ ਆ ਗ੍ਰੰਥੀ ਸਿੰਘ ਹੈ ਜਾਂ ਇਹ ਮੈਨੇਜਰ ਹੈ, ਮੈਨੇਜਰ ਨੇ ਕੋਈ ਘਪਲਾ ਕਰਤਾ, ਉਹਦੀ ਸਾਰੀ ਦੀ ਸਾਰੀ ਫਲਾਈਂਗ ਨੇ ਇਨਕੁਆਇਰੀ ਕਰਤੀ, ਜੁਡੀਸ਼ੀਅਲ ਕਮਿਸ਼ਨ ਨੂੰ ਫੜਾਤੀ, ਤੇ ਉੱਥੇ ਫਿਰ ਮੇਰੇ ਵਰਗਾ ਬੰਦਾ ਐਸਜੀਪੀਸੀ ਦਾ ਵਰਕਰ ਉੱਥੇ ਬੈਠਿਆ ਤਾਂ ਮੈਨੂੰ ਫੋਨ ਆ ਜਾਣਾ ਮੈਨੇਜਰ ਦਾ ਵੀ ਮੇਰੀ ਆਹ ਫਾਈਲ ਆਈ ਆ ਕਾਕਾ, ਇੱਧਰ ਉੱਧਰ ਕਰਦੇ, ਆਹ ਵਾਲੇ ਵਿੱਚੋਂ ਪੇਜ 2 ਕੱਢ ਦੀ, ਜਾਂ ਆਪ ਮੈਂ 2 ਪੇਜ ਭੇਜ ਰਿਹਾ, ਆਹ ਵਾਲੇ ਵਿੱਚ ਲਾ ਦੀ। ਆਰਾਮ ਨਾਲ ਐਸਜੀਪੀਸੀ ਦਾ ਬੰਦਾ ਜਿਹੜਾ ਤਨਖਾਹ ਸਕੂਲ ਚੋਂ ਲੈ ਰਿਹਾ ਆ, ਜੁਡੀਸ਼ੀਅਲ ਕਮਿਸ਼ਨ ਦੇ ਆਫਿਸ 'ਚ ਕੀ ਕਰ ਰਿਹਾ ਆ। ਸਰਾਸਰ ਮਤਲਬ ਕਿਸੇ ਵੀ ਮਾਮਲੇ ਦਾ ਹੱਲ ਹੋ ਹੀ ਨਹੀਂ ਸਕਦਾ, ਕਿਉਂਕਿ ਐਸਜੀਪੀਸੀ ਨੇ ਆਪਣਾ ਬੰਦਾ ਉੱਥੇ ਛੱਡਿਆ ਹੋਇਆ ਆ। ਜਿਹੜੇ ਮਾਮਲੇ ਉਹਨਾਂ ਨੇ ਖਤਮ ਕਰਵਾਉਣੇ ਹੋਣਗੇ ਕਰਵਾ ਦੇਣਗੇ, ਕਿਉਂਕਿ ਰਿਪੋਰਟਾਂ ਤਾਂ ਜਿੰਨੇ ਇਹਨਾਂ ਦੇ ਫਲਾਈਂਗ ਦੇ ਇੰਸਪੈਕਟਰ ਨੇ ਉਹਨਾਂ ਨੇ ਬਣਾ ਕੇ ਉੱਥੇ ਕਮਿਸ਼ਨ 'ਚ ਜਮ੍ਹਾਂ ਕਰਵਾਉਣੀਆਂ ਨੇ। ਜਿਹੜੇ ਵੀ ਕੇਸਾਂ ਦੀ ਸੁਣਵਾਈ ਹੋਣੀ ਹੈ ਕਮਿਸ਼ਨ 'ਚ ਹੀ ਹੋਣੀ ਹੈ। ਤਾਂ ਫਿਰ ਅਗਰ ਆ ਇੱਕ ਸੇਵਾਦਾਰ ਤੱਕ ਦੀ ਜਦੋਂ ਇਹਨਾਂ ਨੇ ਇੰਨੀ ਔਕਾਤ ਕਰਤੀ ਵੀ ਉਹ ਸਾਰੀਆਂ ਫਾਈਲਾਂ ਦੇ ਨਾਲ ਛੇੜਖਾਨੀ ਕਰ ਸਕਦਾ, ਤੁਸੀਂ ਸਮਝ ਸਕਦੇ ਹੋ ਕੁਝ ਵੀ ਹੋ ਸਕਦਾ। ਫਿਰ ਤਾਂ ਕੋਈ ਵੀ ਫੋਨ ਮਾਰ ਦੇ। ਉਹ ਤਾਂ ਮਤਲਬ ਜਿਹੜਾ ਸੇਵਾਦਾਰ ਹੈ ਉਹਨੂੰ ਜੇ ਕੋਈ ਮੈਨੇਜਰ ਤੇ ਸਕੱਤਰ ਫੋਨ ਮਾਰ ਦੇਵੇ ਵੀ ਆਹ ਫਾਈਲ ਪਈ ਹੈ ਕਾਕਾ, ਆਹ ਫਾਈਲ 'ਚੋਂ ਆਹ ਕਾਗਜ਼ ਚੇਂਜ ਕਰਨੇ ਆ, ਕੱਢਣੇ ਆ, ਮਿੰਟ ਦਾ ਕੰਮ ਉਹਦੇ ਵਾਸਤੇ, ਉਹ ਕਿੱਥੋਂ ਮਨਾ ਕਰ ਦੂਗਾ। ਸੋ ਉਹਨੂੰ ਗੁਰੂ ਰਾਮਦਾਸ ਪਬਲਿਕ ਹਾਈ ਸਕੂਲ 'ਚ ਸੇਵਾਦਾਰ ਸੀ ਜਿੱਥੇ ਮੇਰੀ ਮਿਸਿਸ ਲੱਗੀ ਰਹੀ। ਮੁੜ ਕੇ ਉਹਨੂੰ ਕਿਸੇ ਸ਼ਿਕਾਇਤ ਤੇ ਟ੍ਰਾਂਸਫਰ ਕਰ ਦਿੱਤਾ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਰਾਮਸਰ ਰੋਡ।
ਉਸ ਸਕੂਲ 'ਚ ਹੁਣ ਉਹ ਡਿਊਟੀ ਨਹੀਂ ਦਿੰਦਾ, ਉਹ ਡਿਊਟੀ ਜਿਹੜੀ ਆ ਉਹ ਜੁਡੀਸ਼ੀਅਲ ਕਮਿਸ਼ਨ 'ਚ ਦਿੰਦਾ ਜੀ। ਤੇ ਜੋ ਮੈਨੂੰ ਪਤਾ ਲੱਗਾ ਜ਼ੁਬਾਨੀ ਕਲਾਮੀ ਕਿ ਜੁਡੀਸ਼ੀਅਲ ਕਮਿਸ਼ਨ 'ਚੋਂ ਮੈਡਮ ਸੁਧਾ ਪਾਵਾ ਜਿਹੜੀ ਆ ਉੱਥੇ ਜਿਹੜੀ ਆ ਰੀਡਰ ਹੈ ਜਾਂ ਸਟੈਨੋ ਹੈ, ਮੈਂ ਨਹੀਂ ਕਹਿ ਸਕਦਾ ਉਹਨਾਂ ਦੀ ਕੀ ਡੈਜ਼ਿਗਨੇਸ਼ਨ ਹੈ, ਉਹ ਬਕਾਇਦਾ ਇੱਕ ਸਰਟੀਫਿਕੇਟ ਇਸ਼ੂ ਕਰਦੀ ਆ ਤੇ ਜਿਹੜੀ ਜਾਂਦਾ ਸਕੂਲ 'ਚ, ਸਕੂਲ ਵਾਲੇ ਫਿਰ ਉਹਦੀ ਤਨਖਾਹ ਬਣਾ ਕੇ ਤੇ ਉੱਥੋਂ ਮਿਲ ਜਾਂਦੀ ਆ। ਇਸ ਤੋਂ ਇਲਾਵਾ ਮੈਨੂੰ ਇੱਕ ਹੋਰ ਇਨਫੋਰਮੇਸ਼ਨ ਹੈ, ਮੈਂ ਉਹਨੂੰ ਕਨਫਰਮ ਨਹੀਂ ਕਰ ਸਕਦਾ ਕਿਉਂਕਿ ਮੇਰੇ ਕੋਲ ਸਬੂਤ ਨਹੀਂ। ਸੁਧਾ ਪਾਵਾ ਤੇ ਮਿਸਟਰ ਰਕੇਸ਼ ਕੁਮਾਰ ਦੋਨੋਂ ਭੈਣ ਭਰਾ ਨੇ। ਅੱਛਾ, ਇਹ ਦੋ ਬਲੱਡ ਰਿਲੇਸ਼ਨ ਦੇ ਆ ਗਏ, ਬਲੱਡ ਰਿਲੇਸ਼ਨਸ ਨੇ। ਠੀਕ ਹੈ। ਤੇ ਹੁਣ ਮੈਂ ਇਸ ਕਰਕੇ ਵੀ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ 'ਚ ਜਦੋਂ ਉਹਨਾਂ ਨੇ ਕਹਿ ਹੀ ਦਿੱਤਾ ਜੀ ਸਾਡੀ ਅਸੀਂ ਨਹੀਂ ਕੰਪਲੇਂਟ ਲੈਂਦੇ ਇੱਥੋਂ, ਮੈਨੂੰ ਮਹਿਸੂਸ ਹੋਇਆ ਕਿ ਸ਼ਾਇਦ ਇੱਥੇ ਵੀ ਕੰਮ ਪ੍ਰੈਜੁਡਿਸਡ ਮਾਈਂਡ ਨਾਲ ਚੱਲਦਾ ਪਿਆ ਤੇ ਮੈਂ ਐਵੇਂ ਪਾ ਕੇ ਬੈਠ ਜਾਵਾਂਗਾ ਤੇ ਫਿਰ ਇੱਕ ਕਾਗਜ਼ੀ ਕਾਰਵਾਈ ਹੁੰਦੀ ਰਹੇਗੀ। ਉਸ ਤੋਂ ਇਲਾਵਾ ਮੈਂ ਹਾਈ ਕੋਰਟ ਵੀ ਨਹੀਂ ਗਿਆ ਇਨਕਰੀਮੈਂਟ ਦਾ ਦੇਖ ਕੇ ਕਿ ਇੱਕ ਤੇ ਹਾਈ ਕੋਰਟ ਦੇ ਫੈਸਲੇ 328 ਸਰੂਪਾਂ 'ਚ ਵੀ ਜਿਹੜੇ ਹੋਏ ਉਹ ਇਹਨਾਂ ਨੇ ਮੰਨੇ ਨਹੀਂ। ਤੇ ਇਸ ਤੋਂ ਇਲਾਵਾ ਇੱਕ ਚੌਂਕੀਦਾਰ ਨੇ ਵਿਚਾਰੇ ਨੇ ਚਰਨਜੀਤ ਕੌਰ ਤੋਂ ਔਖੇ ਹੋ ਕੇ, ਉਹਦਾ ਵੀ ਇੱਕ ਮੈਂ ਪੁਆਇੰਟ ਦੱਸ ਦਿਆਂ, ਸ਼੍ਰੋਮਣੀ ਕਮੇਟੀ ਨੇ ਉਹਨੂੰ 2014 'ਚ ਇੰਪੁਆਇੰਟ ਕੀਤਾ ਚੌਂਕੀਦਾਰ ਇਸੇ ਸਕੂਲ 'ਚ, ਗੁਰੂ ਰਾਮਦਾਸ ਪਬਲਿਕ ਸਕੂਲ 'ਚ ਜੀ। ਉਹਦਾ 2016 'ਚ ਗ੍ਰੇਡ ਲਾ ਕੇ ਸਕੂਲ 'ਚ ਭੇਜ ਦਿੱਤਾ ਪ੍ਰਿੰਸੀਪਲ ਕੋਲ ਕਿ ਜੀ ਇਹਦਾ ਗ੍ਰੇਡ ਲਾਗੂ ਕਰ ਦਿਓ। ਮੈਂ ਹੈਰਾਨ ਹੈਗਾ ਕਿ 2018 ਤੱਕ ਬੀਬੀ ਚਰਨਜੀਤ ਕੌਰ ਨੂੰ ਸ਼੍ਰੋਮਣੀ ਕਮੇਟੀ ਨੇ, ਸਕੱਤਰ ਨੇ, ਡਿਪਟੀ ਡਾਇਰੈਕਟਰ ਨੇ ਪੁੱਛਿਆ ਤੱਕ ਨਹੀਂ ਕਿ ਤੂੰ ਇਹਦਾ ਕਿਉਂ ਲਾਗੂ ਨਹੀਂ ਕਰਦੀ ਬਈ। ਅੱਛਾ, 2 ਸਾਲ ਉਹ ਬੰਦਾ ਤੜਫਦਾ ਰਿਹਾ। ਮੈਂ ਉਹਦਾ ਕੇਸ ਦੀ ਜਿਹੜੀ ਰੈਫਰੈਂਸ ਹੈ ਮੈਂ ਆਪਣੀਆਂ ਹਰ ਲੈਟਰ 'ਚ ਦਿੱਤੀ ਹੈ ਇਹਨਾਂ ਨੂੰ। ਅੱਛਾ ਜੀ। ਉਹਨੇ ਅਖੀਰ ਹਾਰ ਕੇ 2018 'ਚ 37150 ਨੰਬਰ ਜਿਹੜਾ ਹਾਈ ਕੋਰਟ 'ਚ ਨੰਬਰ ਹੈ ਕੇਸ ਦਾ 2018 'ਚ ਲਾਤਾ। 2023 ਹੋ ਗਿਆ, ਉਹ ਹਾਲੇ ਤੱਕ ਕੇਸ ਡਿਸਾਈਡ ਨਹੀਂ ਹੋਇਆ। ਮੈਂ ਇਸ ਚੀਜ਼ਾਂ ਨੂੰ ਦੇਖ ਕੇ ਫਿਰ ਕੋਰਟ 'ਚ ਵੀ ਨਹੀਂ ਗਿਆ। ਮੈਂ ਕਿਹਾ ਮੈਂ ਕੋਰਟ 'ਚ ਨਹੀਂ ਜਾਣਾ, ਮੈਨੂੰ ਇਹ ਖੱਜਲ ਖੁਆਰੀ ਨਹੀਂ, ਮੈਂ ਆਪਣਾ ਜਿਹੜਾ ਨੁਕਸਾਨ ਹੈ ਉਹ ਮੈਂ ਕਾਨੂੰਨ ਦੇ ਥਰੂ ਗ੍ਰੈਚੁਟੀ ਦਾ ਤੇ ਪ੍ਰੋਵੀਡੈਂਟ ਫੰਡ ਦਾ ਮੈਂ ਆਪਣੇ ਇਹਨਾਂ ਦਫ਼ਤਰਾਂ ਦੇ ਥਰੂ ਲਵਾਂਗਾ। ਬਿਲਕੁਲ। ਤੇ ਮੈਂ ਹੈਰਾਨ ਆ ਜੀ ਕਿ ਸ਼੍ਰੋਮਣੀ ਕਮੇਟੀ ਨੇ ਕੋਲ ਇੰਨੀ ਤਾਕਤ ਨਹੀਂ। ਮੈਨੂੰ ਉਹ ਹਰਪ੍ਰੀਤ ਸਿੰਘ ਹੋਣਾ ਦੀ ਇੱਕ ਗੱਲ ਯਾਦ ਆਉਂਦੀ ਪਈ ਆ ਕਿ ਸ਼੍ਰੋਮਣੀ ਕਮੇਟੀ ਕਮਜ਼ੋਰ ਹੋ ਗਈ ਆ ਕਿ ਉਹ ਆਪਣੀ ਪ੍ਰਿੰਸੀਪਲ ਨੂੰ ਇੰਨਾ ਨਹੀਂ ਕਹਿ ਸਕਦੇ ਕਿ ਅਸੀਂ ਗ੍ਰੇਡ ਪਾਸ ਕੀਤਾ, ਤੂੰ ਲਾਗੂ ਕਿਉਂ ਨਹੀਂ ਕੀਤਾ। ਲੇਕਿਨ ਉਸ ਬੰਦੇ ਨੂੰ ਆਪਣਾ 2023 ਤੱਕ ਉਹਦਾ ਇਨਸਾਫ ਨਹੀਂ ਮਿਲਿਆ, ਉਹਨੂੰ ਸਸਪੈਂਡ ਕਰ ਦਿੱਤਾ, ਉਹਨੂੰ ਹਰਿਆਣੇ 'ਚ ਟ੍ਰਾਂਸਫਰ ਕਰ ਦਿੱਤਾ। ਅੱਛਾ ਜੀ। ਮਤਲਬ ਇੰਨੀ ਕੁ ਅੱਛਾ ਉਹਦੀ ਫੈਮਿਲੀ ਵੀ ਜਿਹੜੀ ਡਿਸਟਰਬ ਹੋ ਗਈ, ਮਤਲਬ ਹੋਰ ਵੀ ਬੜਾ ਕੁਝ ਆ, ਜੇ ਉਹ ਕਦੀ ਆਏਗਾ ਤਾਂ ਤੁਹਾਨੂੰ ਦੱਸ ਦੇਗਾ। ਲੇਕਿਨ ਮੈਨੂੰ ਉਹ ਵੀ ਇੱਕ ਮਹਿਸੂਸ ਹੋਇਆ ਕਿ ਇੰਨਾ ਧੱਕਾ, ਇੰਨਾ ਗਰੀਬਾਂ ਦੇ ਨਾਲ, ਬਿਲਕੁਲ ਇਹ ਕਿਸੇ ਇੱਕ ਦੇ ਨਾਲ ਨਹੀਂ ਹੈਗਾ ਜੀ, ਬਹੁਤ ਸਾਰੇ ਗਰੀਬਾਂ ਦੇ ਨਾਲ ਧੱਕਾ ਇਹ ਕਰਦੇ ਆਏ ਤੇ ਕਰਦੇ ਰਹਿਣਗੇ। ਤੇ ਹੋਰ ਕੋਈ ਤੁਸੀਂ ਗੱਲ ਕਰਨੀ ਹੈ? ਇੱਕ ਸੰਗਤ ਨੂੰ ਮੈਂ ਬੇਨਤੀ ਕਰਾਂਗਾ ਜੀ, ਗੁਸਤਾਖੀ ਮਾਫ ਗੱਲ 'ਚ ਪੱਲਾ ਪਾ ਕੇ ਕਿ ਗੁਰਦੁਆਰਾ ਸੁਧਾਰ ਦੀ ਲਹਿਰ ਦੀ ਲੋੜ ਦੁਬਾਰਾ ਪੈ ਗਈ ਹੈ। ਉਹੀ ਸ਼ੁਰੂ ਕੀਤੀ ਹੈ ਜੀ। 1899 'ਚ ਸੁਧਾਰ ਲਹਿਰ ਚੱਲੀ ਸੀ। ਉਸ ਵੇਲੇ ਅੰਗਰੇਜ਼ਾਂ ਦਾ ਰਾਜ ਸੀ, ਸਾਨੂੰ ਡਾਂਗਾਂ ਵੀ ਪੈਂਦੀਆਂ ਸੀ, ਅਸੀਂ ਬੜਾ ਕੁਝ ਤਕਲੀਫਾਂ ਵੀ ਸਹੀਆਂ ਤੇ ਸ਼੍ਰੋਮਣੀ ਕਮੇਟੀ ਬਣ ਗਈ। ਲੇਕਿਨ ਹੁਣ ਨਾ ਤੁਹਾਨੂੰ ਡਾਂਗਾਂ ਖਾਣ ਦੀ ਲੋੜ ਹੈ, ਨਾ ਤੁਹਾਨੂੰ ਕਿਸੇ ਜਾਣ ਦੀ ਲੋੜ ਹੈ। ਪਲੀਜ਼ ਆਪਣੀਆਂ ਇਲੈਕਸ਼ਨ ਦੇ ਵਾਸਤੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਦੀ ਨੋਟੀਫਿਕੇਸ਼ਨ 'ਚ ਆਪਣੀਆਂ ਵੋਟਾਂ ਬਣਵਾਓ ਤੇ ਵੋਟਾਂ ਪੂਰੇ ਜ਼ੋਰ ਨਾਲ ਪਾਓ ਤੇ ਸਹੀ ਲੀਡਰਾਂ ਨੂੰ ਵੋਟਾਂ ਦੇ ਕੇ ਸ਼੍ਰੋਮਣੀ ਕਮੇਟੀ ਦਾ ਕੰਮ ਦਿਓ ਤਾਂ ਕਿ ਗੁਰਦੁਆਰਿਆਂ ਦਾ ਪ੍ਰਬੰਧ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਗੁਰਦੁਆਰਿਆਂ ਦਾ ਪ੍ਰਬੰਧ ਹੋਰ ਚੰਗੀ ਤਰ੍ਹਾਂ ਚੱਲ ਸਕੇ, ਗੁਰੂ ਦੀ ਗੋਲਕ ਦੀ ਲੁੱਟ ਬੰਦ ਹੋ ਸਕੇ। ਬੜੀਆਂ ਚੀਜ਼ਾਂ ਨੇ ਮੇਰੇ ਕੋਲ, ਪਰ ਹੁਣ ਟਾਈਮ ਦੀ ਕਮੀ ਹੈ, ਮੈਂ ਉਹਦੇ ਲਈ ਮਾਫੀ ਚਾਹੁੰਦਾ ਜੀ। ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬੇਦੀ ਸਾਹਿਬ। ਤੇ ਸੰਗਤ ਜੀ, ਬੇਦੀ ਸਾਹਿਬ ਨੇ ਜਿੱਦਾਂ ਐਕਸਪਲੇਨ ਕੀਤਾ, ਮਤਲਬ ਇਹ ਸਿਰਫ ਇੱਕ ਮਤਲਬ ਟੀਚਰ ਦੀ ਕਹਾਣੀ ਨਹੀਂ ਹੈ, ਇਹ ਹਰ ਟੀਚਰ ਦੇ ਨਾਲ, ਹਰ ਦੂਸਰੇ ਜਾਂ ਤੀਸਰੇ ਟੀਚਰ ਦੇ ਨਾਲ ਇਹ ਹੋ ਰਿਹਾ। ਐਵੇਂ ਥੋੜੀ ਨਾ ਐਸਸੀਪੀਸੀ ਦੀਆਂ ਟੀਚਰਸ ਜਿਹੜੀਆਂ ਵਿਚਾਰੀਆਂ ਸੜਕਾਂ ਤੇ ਉਤਰ ਕੇ ਧਰਨੇ ਦੇ ਰਹੀਆਂ ਨੇ, ਨਾਅਰੇਬਾਜ਼ੀ ਕਰ ਰਹੀਆਂ ਨੇ, ਉਹਨਾਂ ਦਾ ਖੈਰ ਮੈਂ ਅਲੱਗ ਪੂਰਾ ਚੈਪਟਰ ਹੀ ਬਣਾਇਆ ਸੀ, ਪਰ ਉਸ ਤੋਂ ਪਹਿਲਾਂ ਬੇਦੀ ਸਾਹਿਬ ਨੇ ਕੰਟੈਕਟ ਕਰ ਲਿਆ। ਨਾਲ ਮੈਂ ਹੈਰਾਨ ਸੀਗਾ ਵੀ EPF ਦਾ ਜਿਹੜਾ ਇਹਨਾਂ ਨੇ ਆਪਣਾ ਅਲੱਗ ਹੀ ਇੱਕ ਦਫ਼ਤਰ ਬਣਾਇਆ, ਮਤਲਬ ਹਰ ਪਾਸਿਓਂ ਇਹ ਖਾਣ ਨੂੰ ਲੱਗੇ ਆ ਤੇ ਉਸ ਤੋਂ ਬਾਅਦ ਇਹ ਪਿੱਟਦੇ ਆ ਵੀ ਸਾਡੇ ਹੱਥ ਤੰਗ ਨੇ।
ਧਾਮੀ ਸਾਹਿਬ ਨੇ ਤਾਂ ਸੱਚੀ ਬਾਹਲਾ ਹੀ ਜ਼ਿਆਦਾ ਕਮਾਲ ਕਰਤੀ ਹੈ। ਇੰਨਾ ਤਾਂ ਦਿਵਾਲਾ ਕਦੇ ਵੀ ਐਸਜੀਪੀਸੀ ਦਾ ਨਹੀਂ ਸੀ ਨਿਕਲਿਆ ਜਿੰਨਾ ਇਹ ਦਿਖਾ ਰਹੇ ਨੇ, ਕਿਉਂਕਿ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਘਾਟੇ 'ਚ ਨਹੀਂ ਜਾ ਸਕਦੀ। ਜਿਨ੍ਹਾਂ ਕੋਲ ਹਜ਼ਾਰਾਂ ਦੀਆਂ ਹਜ਼ਾਰਾਂ ਏਕੜ ਜ਼ਮੀਨਾਂ ਹੋਣ, ਜਿਨ੍ਹਾਂ ਦੇ ਕੋਲ ਇੰਨੀਆਂ ਸਰਾਹਾਂ ਹੋਣ, ਇੰਨੇ ਵਿਦਿਅਕ ਅਦਾਰੇ ਹੋਣ, ਪਰ ਜੇ ਇਹਨਾਂ ਨੇ ਬੇੜਾ ਆਪ ਬਿਠਾਣਾ ਹੈ ਤਾਂ ਇਹ ਬਿਠਾ ਕੇ ਹੀ ਰਹਿਣਗੇ, ਕਿਸੇ ਵੀ ਤਰੀਕੇ ਨਾਲ ਬਿਠਾ ਕੇ ਰਹਿਣਗੇ। ਜਿੱਦਾਂ ਲੱਖ ਰੁਪਈਆ ਉੱਥੇ ਦੁਕਾਨ ਦਾ ਕਿਰਾਇਆ ਦੇਣ ਵਾਸਤੇ ਸੰਗਤ ਤਿਆਰ ਖੜੀ ਹੈ 1 ਲੱਖ ਦੇ ਉੱਤੇ, ਤੇ 4000 ਚ ਦੇਈ ਬੈਠੇ ਨੇ। ਨਾ ਜੀ, ਅਕਾਲੀ ਦਲ ਦਾ ਬੰਦਾ ਆ, ਅਸੀਂ ਕਿੱਦਾਂ ਕਰ ਲਈਏ? ਫਿਰ ਜੇ ਤੁਸੀਂ ਸਿਆਸਤਦਾਨਾਂ ਦੀ ਜੁੱਤੀ 'ਚ ਪਾਣੀ ਪੀਣਾ ਹੀ ਆ, ਜੇ ਪੀਣਾ ਗਿੱਝ ਗਏ ਹੋ, ਜੇ ਤੁਸੀਂ ਆਪ ਆਜ਼ਾਦ ਹੋ ਕੇ ਫੈਸਲੇ ਨਹੀਂ ਲੈ ਸਕਦੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੁਸੀਂ ਪੈਰਾਂ ਤੇ ਖੜਾ ਕਰਨ ਦੀ ਬਜਾਏ ਉਹਦੇ ਗਿੱਟੇ ਵੱਢਣ ਤੇ ਲੱਗੇ ਹੋਏ ਆ, ਗੋਡਿਆਂ ਭਾਰ ਲਿਆਉਣ ਤੇ ਲੱਗੇ ਆ, ਤਾਂ ਅਸੀਂ ਨਾ ਬੋਲੀਏ, ਚੁੱਪ ਰਹੀਏ? ਅੱਜ ਬੇਦੀ ਸਾਹਿਬ ਆਏ ਨੇ, ਕੱਲ ਕੋਈ ਹੋਰ ਹੋਊਗਾ, ਪਰਸੋਂ ਕੋਈ ਹੋਰ ਹੋਊਗਾ। ਤੁਹਾਡੇ ਪੋਤਰੇ ਆਏ ਦਿਨ ਫੋਲੇ ਜਾਣਗੇ ਜਦੋਂ ਤੱਕ ਤੁਸੀਂ ਨਹੀਂ ਸੁਧਰਦੇ। ਤੁਸੀਂ ਤਾਂ ਹੱਦੋਂ ਵੱਧ ਬੁਰਾ ਹਾਲ ਕਰਤਾ ਲੋਕਾਂ ਦਾ। ਮਤਲਬ ਮੈਂ ਤਾਂ ਇਹ ਸੋਚਿਆ ਸੀ ਘੱਟੋ ਘੱਟ ਜਿਹੜੇ ਕੰਮ ਇਹ ਤੁਹਾਡੇ ਵਾਸਤੇ ਉੱਥੇ ਕੰਮ ਕਰਦੇ ਨੇ, ਜਿਹੜੇ ਟੀਚਰਸ ਉੱਥੇ ਕੰਮ ਕਰਦੇ ਨੇ, ਤੁਸੀਂ ਘੱਟੋ ਘੱਟ ਮਤਲਬ ਗੁਰੂ ਹੁੰਦਾ ਆ ਵਿਦਿਆ ਦੇਣ ਵਾਲਾ, ਉਹਨਾਂ ਨੂੰ ਤਾਂ ਘੱਟੋ ਘੱਟ ਤੁਸੀਂ ਖੁਸ਼ ਰੱਖਦੇ ਹੋਵੋਗੇ। ਪਰ ਉੱਥੇ ਵੀ ਤੁਹਾਡੇ ਗੁੰਡੇ ਤੇ ਤੁਹਾਡੀਆਂ ਗੁੰਡੀਆਂ ਚੱਲਦੀਆਂ ਨੇ, ਜਿਹਨਾਂ ਦੇ ਉੱਚੇ ਲਿੰਕ ਨੇ, ਜਿਹੜੇ ਸਸਪੈਂਡ ਹੋ ਗਏ, ਜਿਹਨਾਂ ਨੇ ਕਾਂਡ ਕੀਤੇ ਆ, ਜਿਹੜੇ ਫੀਮਾਂ ਵੇਚਦੇ ਆ, ਠੀਕ ਹੈ, ਜਿਹੜੇ ਕਰੈਕਟਰਲੈਸ ਨੇ, ਉਹਨਾਂ ਦੀਆਂ ਗੱਲਾਂ ਸੁਣ ਕੇ ਤੇ ਦੂਜੇ ਜਿਹੜੇ ਥੱਲੇ ਚੰਗੇ ਭਲੇ ਹੈਗੇ ਨੇ, ਜਾਂ ਤਾਂ ਉਹਨਾਂ ਵਰਗੇ ਬਣ ਜਾਣ ਤਾਂ ਤੁਹਾਨੂੰ ਪ੍ਰਵਾਨ ਨੇ, ਠੀਕ ਹੈ, ਜਾਂ ਉਹਨਾਂ ਨੂੰ ਤੁਸੀਂ ਸਸਪੈਂਡ ਕਰੋ ਤੇ ਸੇਵਾ ਮੁਕਤ ਕਰੋ, ਤੇ ਉਸ ਤੋਂ ਬਾਅਦ ਵੀ ਗ੍ਰੈਜੂਟੀ ਖਾਓ ਉਹਨਾਂ ਦੀ, EPF ਖਾਓ ਉਹਨਾਂ ਦਾ, ਉਸ ਤੋਂ ਬਾਅਦ ਵੀ ਉਹਨਾਂ ਨੂੰ ਤੰਗ ਕਰਦੇ ਰਹੋ, ਉਸ ਤੋਂ ਬਾਅਦ ਵੀ ਉਹਨਾਂ ਨੂੰ ਟੌਰਚਰ ਕਰਦੇ ਰਹੋ, ਮੰਜੇ ਤੇ ਪੈ ਜਾਣ, ਬਿਮਾਰ ਹੋ ਜਾਣ, ਤੁਹਾਨੂੰ ਕੋਈ ਮਤਲਬ ਨਹੀਂ, ਕੋਈ ਮਰ ਜੇ ਖਪ ਜੇ, ਤੁਹਾਨੂੰ ਕੋਈ ਮਤਲਬ ਨਹੀਂ ਉਸਦਾ। ਤਾਂ ਕਰਕੇ ਕਹਿੰਦਾ ਥੋੜੀ ਜੀ ਸ਼ਰਮ ਕਰਿਆ ਕਰੋ, ਥੋੜੀ ਜੀ। ਫਿਰ ਜਿਹੜਾ ਤੁਸੀਂ ਕਹਿੰਦੇ ਹੋ ਵੀ ਸੈਣੀ ਬੋਲਦਾ ਆ, ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ, ਤੇ ਮੈਂ ਕੱਲ ਵੀ ਅੰਮ੍ਰਿਤਸਰ ਦੀ ਸੰਗਤ ਨੂੰ ਕਿਹਾ ਸੀਗਾ 302 ਦਾ ਪਰਚਾ, ਹੁਣ ਤਾਂ ਮੈਂ ਨਾਮ ਵੀ ਦੱਸਤਾ ਕਿਹੜਾ ਬੰਦਾ ਆ, ਠੀਕ ਹੈ ਜੀ। 302 ਦਾ ਪਰਚਾ ਨਾਮ ਮੈਂ ਫਿਰ ਤੋਂ ਦੱਸ ਦੇਣਾ, ਜਿਹੜਾ ਮੈਨੇਜਰ ਉੱਥੇ ਹੈਗਾ ਆ, ਠੀਕ ਹੈ, ਉਹ ਨਰਿੰਦਰ ਸਿੰਘ ਮਥਰੇਵਾਲ, ਠੀਕ ਹੈ, ਇਹ ਮੈਨੇਜਰ ਹੈ ਸ਼ਹੀਦਾਂ ਦਾ, ਬਾਬਾ ਦੀਪ ਸਿੰਘ ਸ਼ਹੀਦਾਂ ਦਾ। ਇਹਦੇ ਉੱਤੇ 302 ਦਾ ਪਰਚਾ ਹੋਣਾ ਚਾਹੀਦਾ, ਨਾਲ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉੱਤੇ 302 ਦਾ ਪਰਚਾ ਹੋਣਾ ਚਾਹੀਦਾ। ਤੇ ਸੰਗਤ ਜੀ ਤੁਸੀਂ ਕਰਾਉਣਾ ਆ, ਨਹੀਂ ਤਾਂ ਇਹਨਾਂ ਨੇ ਉਸ ਪਰਿਵਾਰ ਨੂੰ ਮਤਲਬ ਬਹਿਲਾ ਫੁਸਲਾ ਕੇ ਕਿਸੇ ਨਾ ਕਿਸੇ ਤਰੀਕੇ ਨਾਲ, ਠੀਕ ਹੈ, ਆਪਣਾ ਉੱਲੂ ਸਿੱਧਾ ਕਰ ਲੈਣਾ। ਪਰ ਅਸੀਂ ਇਸ ਵਾਰ ਇਹ ਉੱਲੂ ਸਿੱਧਾ ਨਹੀਂ ਹੋਣ ਦੇਣਾ। ਬਾਕੀ ਮੇਰਾ ਬਹੁਤ ਸੰਗਤ ਨੂੰ ਫਿਕਰ ਹੈ ਵੀ ਮੇਰੇ ਤੇ ਇਹਨਾਂ ਨੇ 295 ਇਹ ਲਾਈ ਹੈ, ਕੋਈ ਗੱਲ ਨਹੀਂ ਜੀ, ਮੈਨੂੰ ਇਹ ਸਾਬਤ ਹੀ ਨਹੀਂ ਕਰ ਸਕਦੇ ਉਹ, ਮੈਂ ਬੈਠਿਆ ਤੁਹਾਨੂੰ ਸਾਫ਼ ਕਹਿ ਰਿਹਾ, ਕੋਈ ਗੱਲ ਨਹੀਂ, ਕੇਸ ਆ, ਜ਼ਮਾਨਤ ਮੈਨੂੰ ਕਰਾਉਣੀ ਪੈਣੀ ਹੈ, ਹੋ ਜੂ ਸਾਰਾ ਕੁਝ, ਪਰ ਉਹਦੀ ਫਿਕਰ ਤੁਸੀਂ ਨਾ ਕਰੋ। ਮੈਂ ਸੈਣੀ ਸਾਹਿਬ ਇੱਕ ਗੱਲ ਹੋਰ ਕਲੀਅਰ ਕਰਾਂ, ਇਸ ਕਿਤਾਬ ਦੇ ਵਿੱਚ ਕੁਲਵੰਤ ਸਿੰਘ ਹੋਣਾ ਨੇ ਇੱਕ ਰੈਫਰੈਂਸ ਦਿੱਤੀ ਆ ਕਿ 11,000 ਰੁਪਈਆ ਏਕੜ ਤੇ 30 ਸਾਲ ਲਈ ਟਰਸਟਾਂ ਨੂੰ ਜ਼ਮੀਨ ਦਿੱਤੀ ਹੋਈ ਆ, ਜਿਹੜਾ ਕਿ ਅੱਜ ਕੱਲ ਰੇਟ 40 ਤੋਂ 60,000 ਰੁਪਈਆ ਪਰ ਏਕੜ ਠੇਕੇ ਦੀ ਰੇਟ ਹੈ। ਇਸ ਤੋਂ ਇਲਾਵਾ ਹੋਰ ਬੜੀਆਂ ਚੀਜ਼ਾਂ ਨੇ ਜਿਹੜੀਆਂ ਮੈਂ ਬੇਨਤੀ ਕਰਾਂਗਾ ਕਿ ਇਹ ਜ਼ਰੂਰ ਸੰਗਤ ਨੂੰ ਪੜ੍ਹਨੀਆਂ ਚਾਹੀਦੀਆਂ ਨੇ ਜੀ, ਜ਼ਰੂਰ। ਔਰ ਇਹ ਇੱਕ ਘਾਟੇ ਦਾ ਕਾਰਨ ਵੀ ਬਣ ਸਕਦੀ ਹੈ ਜੀ, ਬਿਲਕੁਲ ਬਿਲਕੁਲ, ਬਹੁਤ ਵੱਡਾ ਘਾਟੇ ਦਾ ਕਾਰਨ ਹੈ। ਤੇ ਇਹਦੇ ਵਿੱਚ ਮੈਂ ਜਿੱਥੇ ਤੱਕ ਮੈਨੂੰ ਧਿਆਨ ਆਇਆ, ਕੁਲਵੰਤ ਸਿੰਘ ਨੇ ਇਸ ਦੇ ਵਿੱਚ ਇੱਕ ਥਾਂ ਦੇ ਉੱਤੇ ਅਪੀਲ ਵੀ ਕੀਤੀ ਹੋਈ ਹੈ ਵੀ ਮੈਨੂੰ ਕਿਸੇ ਤਰੀਕੇ ਨਾਲ ਰੱਬ ਮਾਫ ਕਰੇ ਜਿਹੜੀਆਂ ਮੈਂ ਗਲਤੀਆਂ ਕੀਤੀਆਂ ਨੇ। ਤੇ ਕਿਉਂਕਿ ਮੈਂ ਕਿਹਾ ਆ ਵੀ ਦੇਖੋ, ਤੁਸੀਂ ਜਿੰਨਾ ਮਰਜ਼ੀ 2 ਨੰਬਰ ਦਾ ਪੈਸਾ ਕਮਾ ਲਓ, ਜਿਹੜੇ ਬੰਦੇ ਨੇ ਆ ਕਿਤਾਬ ਲਿਖੀ, ਉਹ ਬੰਦਾ ਇਸ ਕਿਤਾਬ ਦੇ ਵਿੱਚ ਲਿਖਦਾ ਆ ਆਪਣੀ ਮਨ ਦੀ ਇੱਛਾ ਕੀ ਹੈ, ਕਿ ਮੈਂ ਬਹੁਤ ਬੇਵਕੂਫੀਆਂ ਕੀਤੀਆਂ, ਸ਼ਾਇਦ ਬਹੁਤ ਗਲਤੀਆਂ ਕੀਤੀਆਂ ਨੇ, ਮੈਂ ਬਹੁਤ ਪਾਪਾਂ ਦਾ ਭਾਗ ਗਿਆ, ਮੈਨੂੰ ਹੁਣ ਰੱਬ ਕਿੱਦਾਂ ਮਾਫ ਕਰੇ, ਵੀ ਕੋਈ ਅਜਿਹੀ ਸਜ਼ਾ ਲਾ ਦਿਓ। ਤੇ ਮਤਲਬ ਹੁਣ ਉਹ ਸਜ਼ਾ ਤਾਂ ਉਹਨੇ ਹੀ ਲਾਣੀ ਹੈ। ਉੱਦਾਂ ਹੀ ਤੁਹਾਡੇ 'ਚ ਤਾਂ ਆਹ ਬੰਦੇ 'ਚ ਘੱਟੋ ਘੱਟ ਇੰਨੀ ਹਿੰਮਤ, ਅਸੀਂ ਲਿਖ ਕੇ ਤਾਂ ਚਲਾ ਗਿਆ ਸੱਚ, ਤੁਹਾਡੇ 'ਚ ਤਾਂ ਉਹ ਵੀ ਹਿੰਮਤ ਨਹੀਂ ਹੋਣੀ ਧਾਮੀ ਸਾਹਿਬ, ਠੀਕ ਹੈ। ਤੁਹਾਡੇ ਜਿਹੜੇ ਬੰਦੇ ਨੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਚਾਹੇ ਮਰ ਜਾਣ ਬੇਕਸੂਰ, ਉਹਨਾਂ ਨੂੰ ਤੁਸੀਂ ਮਰਨ ਦੋਗੇ, ਪਰ ਕਸੂਰਵਾਰ ਤੁਸੀਂ ਬੁੱਕਲ 'ਚ ਲੈ ਕੇ ਰੱਖੋਗੇ, ਛਾਤੀਆਂ ਲਾ ਕੇ ਰੱਖੋਗੇ। ਖੈਰ ਸੰਗਤ ਜੀ, ਇਹ ਜਿਹੜੀਆਂ ਮਤਲਬ ਗੱਲਾਂ ਵੱਡੀਆਂ ਵੱਡੀਆਂ ਕਰਦੇ ਨੇ ਵੀ ਅਸੀਂ ਜੀ ਆਹ ਕੰਮ ਕੌਮ ਵਾਸਤੇ ਕਰ ਰਹੇ ਹਾਂ, ਆਹ ਕੰਮ ਕੌਮ ਵਾਸਤੇ ਕਰ ਰਹੇ ਹਾਂ, ਮੈਂ ਤੁਹਾਨੂੰ ਹੁਣ ਐਂਡ ਦੇ ਵਿੱਚ ਦੱਸ ਹੀ ਦੇਵਾਂ ਜਿਹੜੀਆਂ ਸਰਾਹਾਂ ਇਹ ਕਹਿ ਰਹੇ ਨੇ, ਠੀਕ ਹੈ ਜੀ। ਸਰਾਹਾਂ ਦੇ ਵਿੱਚ ਤਕਰੀਬਨ 2 ਕਰੋੜ 38 ਲੱਖ ਦਾ ਘਾਟਾ ਦੱਸਿਆ ਗਿਆ। ਹੁਣ ਧਾਮੀ ਸਾਹਿਬ ਦੱਸ ਤਾਂ ਦਿੱਤਾ ਘਾਟਾ, ਤੁਸੀਂ ਇਹ ਦੱਸਿਆ ਜਾਵੇ ਘਾਟਾ ਕਿਉਂ ਪਿਆ ਸਰਾਹਾਂ ਨੂੰ। 2 ਕਰੋੜ 38 ਲੱਖ ਦਾ ਘਾਟਾ ਘੱਟ ਨਹੀਂ ਹੁੰਦਾ, ਕਿਉਂ ਪਿਆ? ਜਦ ਕਿ ਉੱਥੇ ਜਦੋਂ ਸੰਗਤ ਆ ਕੇ ਸਰਾਵਾਂ ਦੇ ਵਿੱਚ ਖੜੀ ਹੁੰਦੀ ਹੈ, ਸਾਨੂੰ ਕਮਰੇ ਚਾਹੀਦੇ ਨੇ, ਕਮਰੇ ਸਾਰੇ ਖਾਲੀ ਹੁੰਦੇ ਨੇ ਧੁਰ ਤੋਂ ਧੁਰ ਤੱਕ, ਫੇਰ ਵੀ ਤੁਹਾਡੇ ਉੱਥੇ ਜਿਹੜੇ ਖੜੇ ਹੁੰਦੇ ਨੇ ਆਕੜ ਕੇ ਮਹਾਂ ਦੇ ਟੁੱਕ ਵਾਂਗ, ਉਹ ਕਹਿੰਦੇ ਨੇ ਕਮਰੇ ਨਹੀਂ ਹੈਗੇ ਜੀ। ਜਦੋਂ ਕਿਸੇ ਮੈਂਬਰ ਤੋਂ ਫੋਨ ਕਰਵਾ ਦਿਓ, ਸਕੱਤਰ ਤੋਂ ਫੋਨ ਕਰਵਾ ਦਈਏ, ਉਦੋਂ ਨਾਲ ਦੇ ਨਾਲ ਕਮਰੇ ਖਾਲੀ ਹੋ ਜਾਂਦੇ ਨੇ। ਜੇ ਕਿਸੇ MLA ਤੋਂ ਫੋਨ ਆਏ ਫਿਰ ਤਾਂ ਗੱਲ ਹੀ ਕਾਹਦੀ, ਫਿਰ ਤਾਂ ਮਤਲਬ ਲੰਗਰ ਤੱਕ ਪਹੁੰਚਾਉਣਾ ਆ ਜਾਂਦੇ ਨੇ ਕਮਰਿਆਂ ਤੱਕ। ਦੱਸੋਗੇ
ਸਾਰਾ ਪਿਛਲੇ 1 ਸਾਲ ਦਾ ਰਿਕਾਰਡ ਆਨਲਾਈਨ ਪਾਓ, ਜਨਤਕ ਕਰੋ ਕਿੰਨੇ ਕਮਰੇ ਬੁੱਕ ਹੋਏ ਤੇ ਕਿੰਨੇ ਨਹੀਂ ਹੋਏ। ਤੁਹਾਡਾ ਆਪਣੇ ਆਪ ਹੀ ਝੱਗਾ ਚੱਕਿਆ ਜਾਣਾ ਆ। ਬਿਆਨ ਦੇਣ ਤੋਂ ਪਹਿਲਾਂ, ਘਾਟੇ ਦਿਖਾਉਣ ਤੋਂ ਪਹਿਲਾਂ ਸਬੂਤ ਦਿਖਾਇਆ ਕਰੋ। ਆਹ ਸਬੂਤ ਹੈ ਜੀ, ਆਹ ਖਾਲੀ ਰਹੀਆਂ ਸਰਾਹਾਂ, ਤਾਂ ਕਰਕੇ ਘਾਟੇ ਦੇ ਵਿੱਚ ਗਈਆਂ ਸਰਾਹਾਂ। ਖਾਲੀ ਕਿਉਂ ਰਹੀਆਂ ਸਰਾਹਾਂ, ਬੇੜਾ ਕਿਹਦਾ ਗਰਕਿਆ, ਇਨਕੁਆਇਰੀ ਬਿਠਾਓ ਜੀ ਇਹਦੀ ਵੀ, ਠੀਕ ਹੈ। ਜਿੱਦਾਂ 24 ਲੱਖ ਦੀ ਪੜਤਾਲ ਚੱਲ ਰਹੀ ਹੈ ਸੰਗਤ ਜੀ, 24 ਲੱਖ ਰੁਪਏ ਦਾ ਇੱਕ ਹੋਰ ਘਾਟਾ ਦਿਖਾਇਆ ਗਿਆ ਜੀ ਰੇਡੀਓ ਚੈਨਲ ਦਾ। ਹੁਣ ਰੇਡੀਓ ਚੈਨਲ ਕਿਹੜਾ ਚੱਲ ਰਿਹਾ ਸੀ ਉੱਥੇ, ਜਿਹੜੇ ਚੈਨਲ ਨੂੰ ਪੂਰਾ ਕਮਰਾ ਇੱਕ ਦਿੱਤਾ ਹੋਇਆ ਸੀਗਾ, 24 ਲੱਖ ਰੁਪਏ ਕਿਰਾਇਆ ਬਣਿਆ ਹੋਇਆ ਉਹਦਾ, ਪੜਤਾਲ ਉਹਦੀ ਸ਼ੁਰੂ ਕਰਵਾਈ ਹੈ ਨਾ। ਤਾਂ ਫਿਰ ਫਲਾਈ ਨੂੰ ਕਹਿ ਦਿਓ ਵੀ ਆਹ ਜਿਹੜਾ ਸਰਾਵਾਂ ਦੇ ਵਿੱਚ 2 ਕਰੋੜ 38 ਲੱਖ ਦਾ ਘਾਟਾ ਪਿਆ, ਪੜਤਾਲ ਇਹਦੀ ਵੀ ਕਰੋ, ਕਿਉਂ ਪਿਆ ਇਹ ਘਾਟਾ, ਕਿਹੜੀਆਂ ਸਰਾਹਾਂ ਕਿੰਨੇ ਦੇਰ ਕਿੰਨੇ ਚਿਰ ਕਿੰਨੇ ਮਹੀਨੇ ਖਾਲੀ ਰਹੀਆਂ ਤੇ ਕਿਉਂ ਨਹੀਂ ਭਰੀਆਂ, ਠੀਕ ਹੈ। ਇੱਕ ਵਾਰ ਤੁਸੀਂ ਆਨਲਾਈਨ ਇਹ ਚੀਜ਼ ਪਾਓ ਤਾਂ ਸਹੀ, ਸੰਗਤ ਨੇ ਹੀ ਦੱਸ ਦੇਣਾ ਕਿਹੜੇ ਗੁਰਦੁਆਰੇ 'ਚ ਕਦੋਂ ਅਸੀਂ ਕਿੰਨੇ ਵਜੇ ਗਏ ਹਾਂ ਤੇ ਸਾਨੂੰ ਕਮਰਾ ਨਹੀਂ ਦਿੱਤਾ। ਇੱਥੋਂ ਤੱਕ ਕਿ ਸੰਗਤ ਜੀ ਦਰਬਾਰ ਸਾਹਿਬ ਦੀ ਗੱਲ ਦੱਸਦਾ। ਦਰਬਾਰ ਸਾਹਿਬ ਇੱਕ ਨੌਜਵਾਨ ਆਈ ਥਿੰਕ ਆਪਣੀ ਮਾਂ ਨੂੰ ਲੈ ਗਿਆ ਤੇ ਉਹਦੀ ਮਾਂ ਬਹੁਤ ਜ਼ਿਆਦਾ ਬਿਮਾਰ ਸੀ, ਕੈਂਸਰ ਦੀ ਪੇਸ਼ੈਂਟ ਸੀ ਉਹ। ਤੇ ਇਹਨਾਂ ਦੀਆਂ ਦੱਸਦਾ, ਅਗਰ ਸਬੂਤ ਵੀ ਚਾਹੀਦੇ ਹੋਣਗੇ ਸਬੂਤ ਵੀ ਤੁਹਾਨੂੰ ਦੇ ਦਾਂਗਾ। ਕੈਂਸਰ ਪੇਸ਼ੈਂਟ ਸੀ, ਇਲਾਜ ਵਾਸਤੇ ਅੰਮ੍ਰਿਤਸਰ ਗਿਆ ਸੀ ਤੇ ਓਬਵੀਅਸ ਹੈ ਕਿ ਫਾਈਨੈਂਸ਼ਲੀ ਥੋੜੇ ਤੰਗ ਹੋਣਗੇ ਉਹ ਵਿਚਾਰੇ। ਤੇ ਗੁਰਸਿੱਖ ਬੱਚਾ ਸੀਗਾ ਤੇ ਉਹ ਸਰਾਂ ਦੇ ਵਿੱਚ ਚਲਾ ਗਿਆ ਤੇ ਉੱਥੇ ਜਾ ਕੇ ਜਦੋਂ ਇਹਨਾਂ ਨੇ ਕਮਰਾ ਮੰਗਣ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਕਮਰੇ ਵਾਸਤੇ ਗੁਰੂ ਰਾਮਦਾਸ ਸਰਾਂ ਜਿਹੜੀ ਹੈਗੀ ਉੱਥੇ ਕਮਰਾ ਦੇਣ ਨੂੰ ਸਾਫ਼ ਮਨਾ ਕਰਤਾ। ਜਿਹੜਾ ਇਹ ਬੰਦਾ ਡਿਊਟੀ ਤੇ ਸੀ, ਉਸ ਬੰਦੇ ਦੀਆਂ ਉਸ ਨੌਜਵਾਨ ਨੇ ਮਿੰਨਤਾਂ ਕਰਨੀਆਂ ਹੱਥ ਜੋੜ ਕੇ ਕਿ ਕਿਰਪਾ ਕਰਕੇ ਸਾਨੂੰ ਕਮਰਾ ਦੇ ਦਿਓ, ਵੀ ਮੇਰੀ ਮਾਂ ਥੱਲੇ ਫਰਸ਼ ਤੇ ਲੇਟੀ ਆ, ਵੀ ਉਹ ਬਿਮਾਰ ਹੈ। ਉਹ ਮੁੰਡਾ ਉੱਥੇ ਹੱਥ ਜੋੜ ਕੇ ਰੋ ਪਿਆ, ਪਰ ਇਹਨਾਂ ਦੇ ਜਿਹੜੇ ਉੱਥੇ ਬੈਠੇ ਸੀ ਨਾ ਕਮਰੇ ਦੇਣ ਵਾਲੇ, ਉਹਨਾਂ ਦਾ ਦਿਲ ਨਹੀਂ ਪਸੀਚਿਆ। ਉਹਨਾਂ ਨੇ ਫੇਰ ਵੀ ਕਿਹਾ ਵੀ ਨਾ, ਪੂਰੇ ਕਮਰਾ ਨਹੀਂ ਮਿਲਦਾ, ਜਿੱਥੇ ਜਾਣਾ ਤੂੰ ਜਾ। ਉੱਥੇ ਜਿਹੜੀ ਹੋਰ ਸੰਗਤ ਨੇੜੇ ਖੜੀ ਸੀ, ਉਹਨਾਂ ਨੂੰ ਮੁੰਡੇ ਦੀ ਹਾਲਤ ਦੇਖ ਕੇ ਰੋਣ ਆ ਗਿਆ ਤੇ ਉਹਨਾਂ ਨੇ ਫਿਰ ਮਾਤਾ ਨੂੰ ਚੱਕ ਕੇ, ਪਤਾ ਨਹੀਂ ਨੇੜੇ ਕਿਤੇ ਕੋਈ ਖਾਲੀ ਥਾਂ ਸੀ, ਉੱਥੇ ਖੂੰਜੇ ਤੇ ਮਾਤਾ ਪਾਈ ਤੇ ਉਹ ਓਪਨ ਦੇ ਵਿੱਚ ਬਾਹਰ ਹੀ ਰਹੇ। ਆਹ ਸਾਡੇ ਧਾਰਮਿਕ ਆਗੂ ਤੇ ਸਾਡੇ ਧਾਰਮਿਕ ਅਦਾਰੇ ਨੇ ਫਿਰ ਕਹਿੰਦੇ ਹੋ ਕਿ ਮੈਂ ਚੁੱਪ ਰਹਾ, ਨਾ ਬੋਲਾਂ। ਸੋ ਸੰਗਤ ਜੀ, ਮੈਂ ਅਗਰ ਬੋਲਣਾ ਬੰਦ ਕਰਨਾ ਮਤਲਬ ਤੁਸੀਂ ਸੋਚਦੇ ਕਿ ਮੈਂ ਬੋਲਣਾ ਬੰਦ ਕਰਦਾ, ਥੱਲੇ ਦੱਸ ਦਿਓ, ਮੈਂ ਹੀ ਬੰਦ ਕਰ ਦਾਂਗਾ ਜੇ ਸੰਗਤ ਨੂੰ ਬੁਰਾ ਲੱਗਦਾ ਹੈ ਇਹ। ਜੇ ਚਾਹੁੰਦੇ ਹੋ ਕਿ ਇਸੇ ਤਰ੍ਹਾਂ ਇਹਨਾਂ ਦੇ ਕੱਚੇ ਚਿੱਠੇ ਤੁਹਾਡੇ ਸਾਹਮਣੇ ਆਉਂਦੇ ਰਹਿਣ ਤਾਂ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ। ਜਿਹਨਾਂ ਨੇ ਮੈਂਬਰਸ਼ਿਪ ਲੈਣੀ ਹੈ, ਸਬਸਕ੍ਰਿਪਸ਼ਨ ਦੇ ਨਾਲ ਜੁਆਇਨ ਦਾ ਬਟਨ ਹੈ, ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿੰਕ ਹੈਗਾ ਜੁਆਇਨ ਦਾ, ਉਹਨੂੰ ਤੁਸੀਂ ਜੁਆਇਨ ਕਰ ਸਕਦੇ ਹੋ। ਬਾਕੀ ਆਪਣੀਆਂ ਭਾਵਨਾ ਤੁਸੀਂ ਕਮੈਂਟਸ ਦੇ ਵਿੱਚ ਜ਼ਾਹਿਰ ਕਰਨੀਆਂ ਹੀ ਕਰਦੀਆਂ ਨੇ। ਪਰ ਧਾਮੀ ਸਾਹਿਬ ਉੱਤੇ ਅੰਮ੍ਰਿਤਸਰ ਵਾਲਿਓ ਤੇ ਮੈਨੇਜਰ ਸ਼ਹੀਦਾਂ ਸਾਹਿਬ ਵਾਲੇ ਤੇ ਕਾਰਵਾਈ ਹੁਣ ਤੁਸੀਂ ਕਰਵਾਉਣੀ ਹੈ, ਠੀਕ ਹੈ ਜੀ। ਜੇ ਜ਼ਮੀਰ ਜਾਗਦੇ ਨੇ, ਜੇ ਤੁਸੀਂ ਵੀ ਜ਼ਮੀਰ ਮਾਰੀ ਬੈਠੇ ਹੋ, ਇਹ ਐਸਜੀਪੀਸੀ ਦੇ ਮੈਂਬਰਾਂ ਵਾਂਗੂ ਜਾਂ ਐਸਜੀਪੀਸੀ ਦੇ ਜਿਹੜੇ ਅਹੁਦੇਦਾਰ ਵੱਡੇ ਮੈਨੇਜਰ ਸਕੱਤਰ ਬਣੇ ਹੋਏ ਨੇ ਜਾਂ ਹੋਰ ਕਾਮੇ ਬਣੇ ਹੋਏ ਨੇ, ਸਾਰੇ ਨਹੀਂ, 10-15% ਜਾਗਦੀਆਂ ਜ਼ਮੀਰਾਂ ਵਾਲੇ ਹੈਗੇ ਨੇ ਜਿਹੜੇ ਅੱਜ ਮੈਨੂੰ ਇਨਫੋਰਮੇਸ਼ਨ ਉੱਥੋਂ ਦੇ ਰਹੇ ਨੇ। ਇਹਨਾਂ ਦੇ ਦਫ਼ਤਰਾਂ ਦੇ ਵਿੱਚ ਵੀ ਹੈਗੇ ਨੇ, ਇਵਨ ਕਿ ਇਹਨਾਂ ਦੇ 1-2 ਮੈਂਬਰ ਵੀ ਹੈਗੇ ਨੇ, ਚਲੋ ਦੱਸ ਦੇਣਾ 1-2 ਸਕੱਤਰ ਵੀ ਹੈਗੇ ਨੇ, ਹੋਰ ਕੁਛ। ਸੋ ਉਹ ਆਪ ਚਾਹੁੰਦੇ ਨੇ ਦਿਲੋਂ ਕਿ ਇਹ ਗੰਦ ਸਾਫ਼ ਹੋਵੇ ਤੇ ਇਹ ਗੰਦ ਜ਼ਰੂਰ ਅਸੀਂ ਸਾਫ਼ ਕਰਾਂਗੇ। ਮੈਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਬਹੁਤ ਸਾਰੀਆਂ ਉਥਲ-ਪੁਥਲ ਚੱਲ ਰਹੀ ਹੈ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸੈਂਟਰਲ ਏਜੰਸੀਜ਼ ਕਰ ਰਹੀਆਂ ਨੇ, ਬਹੁਤ ਸਾਰੀਆਂ ਜਥੇਬੰਦੀਆਂ ਲੱਗੀਆਂ ਹੋਈਆਂ ਨੇ, ਬਹੁਤ ਸਾਰੇ ਸਿੱਖ ਬੁੱਧੀਜੀਵੀ ਲੱਗੇ ਹੋਏ ਨੇ ਜਿਹੜੀਆਂ ਉਹਨਾਂ ਗੱਲਾਂ ਵੱਲ ਧਿਆਨ ਦੇ ਰਹੇ ਨੇ। ਪਰ ਹਾਂ, ਮੇਰਾ ਟੀਚਾ ਇੱਕ ਹੀ ਆ, ਇੱਕ ਥਾਂ ਤੋਂ ਤਾਂ ਅਸੀਂ ਗੰਦ ਸਾਫ਼ ਕਰ ਲਈਏ, ਭੰਬੜ ਭੂਸਾ ਤਾਂ ਪਿਆ ਹੀ ਰਹਿਣਾ ਹੈ, ਕਦੀ ਕਿਸੇ ਪਾਸੇ ਕਦੀ ਕਿਸੇ ਪਾਸਿਓਂ ਕੁਛ ਨਾ ਕੁਛ ਹੋ ਹੀ ਜਾਣਾ। ਇਸ ਲਈ ਸੰਗਤ ਜੀ, ਤੁਸੀਂ ਵੀ ਧਿਆਨ ਰੱਖੋ, ਆਪਣਾ ਆਸਾ-ਪਾਸਾ ਸਾਫ਼ ਰੱਖੋ, ਜਿੱਥੇ ਗਲਤ ਹੁੰਦਾ ਦੇਖਦੇ ਹੋ ਆਪਣੀ ਆਵਾਜ਼ ਬੁਲੰਦ ਕਰਨੀ ਸਿੱਖੋ। ਤੇ ਐਸਜੀਪੀਸੀ ਦੇ ਜਿਨ੍ਹਾਂ ਦੇ ਕੋਲ ਵੀ ਜਿੰਨੇ ਸਬੂਤ ਹੈ ਨੇ, ਜਿੱਦਾਂ ਸਿੰਘ ਸਾਹਿਬ ਆਏ ਨੇ, ਉੱਦਾਂ ਜਿਨ੍ਹਾਂ ਦੇ ਕੋਲ ਜੋ ਵੀ ਪ੍ਰੂਫ ਪਏ ਨੇ, ਜੋ ਵੀ ਕਰਤੂਤਾਂ ਤੁਹਾਡੇ ਕੋਲ ਹੈ ਨਹੀਂ, ਜੋ ਵੀ ਲੈਟਰਸ ਹੈਗੇ ਨੇ, ਡਿਟੇਲ ਲਿਖ ਕੇ ਮੈਨੂੰ WhatsApp ਤੁਸੀਂ ਕਰਨਾ ਨਾ ਭੁੱਲਿਆ ਕਰੋ। 9888184087 98881 84087 ਪ੍ਰੀਤ ਸਿੰਘ ਸੈਣੀ ਮੇਰਾ ਨੰਬਰ ਹੈ ਜੀ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।